ਅੱਜ ਦੀ ਗੁਰਮੁਖ ਕਲਾਸ ਵਿੱਚ ਸਾਰੇ ਪਾਰਟਿਸਪੈਂਟ ਹਿੱਸਾ ਲੈਣ ਵਾਲੇ ਵੀਰਾਂ ਭੈਣਾਂ ਨੂੰ ਜੀ ਆਇਆਂ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਪਿਛਲੇ ਸ਼ੁੱਕਰਵਾਰ ਸਰਦਾਰ ਮਨਮੋਹਨ ਸਿੰਘ ਜੀ ਪੁੰਛ ਸਰਕਲ ਤੋਂ, ਜਿਨ੍ਹਾਂ ਨੇ ਦਰਬਾਰ ਸਾਹਿਬ ਤੇ 1984 ਵਿੱਚ ਹੋਏ ਹਮਲੇ ਦਾ ਇਤਿਹਾਸ ਸ਼ੁਰੂ ਕੀਤਾ ਸੀ, ਉਹ ਇਤਿਹਾਸ ਹੀ ਉਹਨਾਂ ਨੇ ਅੱਜ ਅੱਗੋਂ ਸ਼ੁਰੂ ਕਰਨਾ ਹੈ। ਜਿਹੜਾ ਇਤਿਹਾਸ, ਜਿਹੜੀ ਹਿਸਟਰੀ ਪਿਛਲੇ ਹਫ਼ਤੇ ਅਸੀਂ ਕਵਰ ਨਹੀਂ ਕਰ ਸਕੇ, ਕੁਝ ਐਸੇ ਤੱਤ ਹਨ, ਐਸੀਆਂ ਚੀਜ਼ਾਂ ਹਨ ਜਿਹੜੀਆਂ ਜ਼ਰੂਰੀ ਉਹ ਸਾਂਝੀਆਂ ਕਰਨ ਵਾਲੀਆਂ ਹੁੰਦੀਆਂ ਹਨ। ਸਰਦਾਰ ਮਨਮੋਹਨ ਸਿੰਘ ਜੀ, ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਆਪ ਜੀ ਅਗਲੇ ਹਫ਼ਤੇ ਜੋ ਸਾਡੇ ਤੱਤ ਬਾਕੀ ਰਹਿ ਗਏ ਹਨ ਉਹ ਇਸ ਹਫ਼ਤੇ ਸਾਂਝੇ ਕਰਨ। ਅੱਜ ਦੀ ਕਲਾਸ ਵਿੱਚ ਸਰਦਾਰ ਮਨਮੋਹਨ ਸਿੰਘ ਜੀ 1984 ਸਾਕਾ ਦਰਬਾਰ ਸਾਹਿਬ, ਤੀਜਾ ਘੱਲੂਘਾਰਾ ਦਰਬਾਰ ਸਾਹਿਬ ਤੇ ਭਾਰਤੀ ਫੌਜਾਂ ਵੱਲੋਂ ਕੀਤਾ ਗਿਆ ਹਮਲਾ, ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਬੇਹੁਰਮਤੀ, ਤੋਸ਼ਾਖਾਨੇ ਨੂੰ ਸਾੜਨਾ, ਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਾਡਾ ਅਨਮੋਲ ਖਜ਼ਾਨਾ ਉਸਨੂੰ ਅੱਗ ਲਾ ਕੇ ਸਾੜ ਦੇਣਾ, ਔਰ 36 ਪੰਜਾਬ ਦੇ ਹੋਰ ਗੁਰਦੁਆਰੇ ਜਿਹੜੇ ਸਨ ਪੰਜਾਬ ਤੋਂ ਦੇ ਆਸ-ਪਾਸ, ਉਹਨਾਂ ਦੇ ਉੱਤੇ ਹਮਲਾ ਕਰਨਾ। ਇਹ ਕੁਛ ਐਸਾ ਇਤਿਹਾਸ ਹੈ ਜਿਹੜਾ ਇਤਿਹਾਸ ਸਾਡੇ ਰੌਂਗਟੇ ਖੜੇ ਕਰਦਾ ਹੈ। ਜਦੋਂ ਵੀ ਇਹ 84 ਦੀ ਗੱਲ ਆਉਂਦੀ ਹੈ ਉਦੋਂ ਹੀ ਦਿਲ ਵਿੱਚ ਵਲੋਲੇ ਬਹੁਤ ਉੱਠਦੇ ਹਨ। ਪਰ ਮੌਜੂਦਾ ਸਾਡੀ ਕੌਮ ਦੀ ਜੋ ਹਾਲਾਤ ਅਸੀਂ ਦੇਖਦੇ ਹਾਂ, ਸਾਡੀ ਲੀਡਰਸ਼ਿਪ ਇਸ ਵਕਤ ਤੋਂ ਵਿਸਲੀ ਹੋਈ ਹੈ। ਇੰਨਾ ਖੂਨ ਡੋਲ ਕੇ ਵੀ ਅਸੀਂ ਉਹਨਾਂ ਸ਼ਹੀਦਾਂ ਦੇ ਖੂਨ ਦਾ ਬਦਲਾ ਨਹੀਂ ਚੁਕਾ ਸਕੇ। ਮੈਂ ਸਰਦਾਰ ਮਨਮੋਹਨ ਸਿੰਘ ਜੀ ਨੂੰ ਬੇਨਤੀ ਕਰਨੀ ਹੈ ਕਿ ਉਹ ਸ਼ੁਰੂ ਕਰਨ, ਪਰ ਉਹਨਾਂ ਨੂੰ ਆਪਣਾ ਫੋਨ ਰੋਟੇਟ ਕਰ ਲੈਣ। ਫੋਨ ਦੂਜੇ ਤਰ੍ਹਾਂ ਹੋ ਗਿਆ, ਕਿਰਪਾ ਕਰਕੇ ਆਪਣਾ ਤੁਹਾਡਾ ਫੋਨ ਦੇ ਠੀਕ ਸਿੱਧਾ ਕਰੋ ਮਨਮੋਹਨ ਸਿੰਘ ਜੀ, ਤੇ ਤਦ ਕਿ ਤੁਹਾਡੀ, ਹਾਂਜੀ ਇੱਥੇ ਰੱਖੋ, ਤੁਹਾਡਾ ਜਿਹੜਾ ਠੀਕ ਆ ਜਾ। ਤਾਂ ਸਰਦਾਰ ਮਨਮੋਹਨ ਸਿੰਘ ਜੀ ਪੁੰਛ ਸਰਕਲ ਤੋਂ ਅੱਜ ਦੀ ਕਲਾਸ ਆਰੰਭ ਕਰਦੇ ਹਾਂ ਜੀ। ਉਹਨਾਂ ਨੂੰ ਜੀ ਆਇਆਂ ਆਖਦਾ ਹਾਂ, ਔਰ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਤੱਤ ਜਿਹੜੇ ਜ਼ਰੂਰੀ ਸਮਝਣ ਵਾਲੇ ਹਨ, ਬੜਾ ਧਿਆਨ ਦੇ ਕੇ ਸੁਣਨ ਦੀ ਕੋਸ਼ਿਸ਼ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਜੀਓ, ਸਾਰੇ ਹੀ ਜੋ ਇਸ ਕਲਾਸ ਦੇ ਅੰਦਰ ਹਾਜ਼ਰ ਹੋ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡੇ ਭਾਗ ਹਨ ਜੋ ਅਸੀਂ ਇਸ ਕਲਾਸ ਵਿੱਚ ਬੈਠ ਕੇ ਗੁਰਬਾਣੀ ਦੀ ਕਰਚਾਰ, ਗੁਰਮਤਿ ਦੀਆਂ ਗੱਲਾਂ, ਸਿੱਖ ਇਤਿਹਾਸ ਨੂੰ ਸਰਵਣ ਕਰਦੇ ਹਾਂ। ਸੋ ਜਿਵੇਂ ਸਤਿਕਾਰਯੋਗ ਵੀਰ ਹਰਜੀਤ ਸਿੰਘ ਜੀ ਨੇ ਦੱਸਿਆ ਹੈ ਕਿ ਪਿਛਲੇ ਹਫ਼ਤੇ
ਅਸੀਂ ਜੋ ਸਿੱਖ ਕੌਮ ਦੇ ਉੱਤੇ ਤੀਜਾ ਘੱਲੂਘਾਰਾ ਹੋਇਆ, ਜੋ ਬਹੁਤ ਵੱਡੀ ਤਰਾਸਦੀ ਸੀ ਅਤੇ ਜਿਸ ਦੇ ਪਿੱਛੇ ਇੱਕ ਬਹੁਤ ਵੱਡੀ ਵਿਉਂਤਬੰਦੀ ਸੀ, ਜਿਸ ਦਾ ਇੱਕੋ ਇੱਕ ਨਿਸ਼ਾਨਾ ਸੀ, ਇੱਕੋ ਇੱਕ ਜੋ ਮਕਸਦ ਸੀ ਕਿ ਸਿੱਖਾਂ ਨੂੰ ਇਹ ਗੱਲ ਸਮਝਾ ਦਿੱਤੀ ਜਾਵੇ ਕਿ ਬਦਲੇ ਹੋਏ ਹਾਲਾਤਾਂ ਦੇ ਅੰਦਰ ਹੁਣ ਤੁਹਾਨੂੰ ਰਾਜ ਭਾਗ ਦੇ ਸੁਪਨੇ, ਖਾਲਸਾ ਰਾਜ ਜਾਂ ਕਿਤੇ ਆਜ਼ਾਦੀ ਦੀਆਂ ਗੱਲਾਂ ਛੱਡਣੀਆਂ ਪੈਣਗੀਆਂ। ਉਸੇ ਵਿਅੰਤ ਦੇ ਤਹਿਤ ਅੱਤ ਦਾ ਜ਼ੁਲਮ ਜੋ ਸੀ ਉਹ ਸਿੱਖਾਂ ਦੇ ਉੱਤੇ ਹੋਇਆ। ਕੁਝ ਪੱਖ ਅਸੀਂ ਪਿਛਲੇ ਹਫ਼ਤੇ ਜੋ ਸੀ ਉਸ ਨੂੰ ਕਵਰ ਕੀਤਾ ਸੀ ਅਤੇ ਇਹਦੇ ਵਿੱਚ ਇੱਕ ਬਹੁਤ ਵੱਡੀ ਜੋ ਗੱਲ ਇਹ ਹੈ ਕਿ ਸਿੱਖਾਂ ਦੇ ਉੱਤੇ ਜਦੋਂ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਧਰਮ ਦੀ ਨੀਂਹ ਰੱਖੀ, ਵਿਰੋਧਤਾ, ਜ਼ੁਲਮ ਜੋ ਸੀ ਉਦੋਂ ਹੀ ਸ਼ੁਰੂ ਹੋ ਗਿਆ। ਪਰ ਇਹ ਜੋ ਤੀਜਾ ਘੱਲੂਘਾਰਾ ਸੀ ਇਹ ਉਹਨਾਂ ਲੋਕਾਂ ਵੱਲੋਂ ਸੀ ਜਿਨ੍ਹਾਂ ਦੇ ਵਾਸਤੇ ਸਾਰੀ ਜ਼ਿੰਦਗੀ ਗੁਰੂ ਨਾਨਕ ਪਾਤਸ਼ਾਹ ਦਾ ਘਰ ਕੁਰਬਾਨੀਆਂ ਕਰਦਾ ਰਿਹਾ, ਜਿਨ੍ਹਾਂ ਦੇ ਵਾਸਤੇ ਸਾਰੀ ਜ਼ਿੰਦਗੀ ਗੁਰੂ ਨਾਨਕ ਦੇ ਪਾਤਸ਼ਾਹ ਦੇ ਘਰ ਨੇ ਤਸੀਹੇ ਚੱਲੇ, ਪਰ ਉਹਨਾਂ ਵੱਲੋਂ ਕੋਈ ਇੱਕ ਤੋਹਫੇ ਦੇ ਰੂਪ ਵਿੱਚ ਅੱਤ ਦਾ ਜ਼ੁਲਮ ਜੋ ਸੀ ਉਹ ਸਿੱਖਾਂ ਦੇ ਉੱਤੇ ਕੀਤਾ ਗਿਆ। ਹਾਲਾਂ ਆਉਣ ਵਾਲਾ ਸਮਾਂ ਕੋਈ ਪਤਾ ਨਹੀਂ ਕਿਉਂ ਜਾ ਹੋਵੇਗਾ। ਵਿਦਵਾਨ ਦਾ ਬੜਾ ਸੁੰਦਰ ਕਥਨ ਹੈ, ਜ਼ਮਾਨਾ ਦੇਖਦਾ ਆਇਆ ਨਿਰਾਲੇ ਤੋੜ ਦਿੱਲੀ ਦੇ, ਖੋਰੇ ਹੋਣਗੇ ਕਿੰਨੇ ਨਜ਼ਾਰੇ ਹੋਰ ਦਿੱਲੀ ਦੇ, ਸਾਡਾ ਖੂਨ ਸਾਡੀ ਖੋਹ ਪ੍ਰੀਚ ਪੀ ਰਿਹਾ ਹੈ ਜ਼ਾਲਮ, ਚਲਦੇ ਆ ਰਹੇ ਨੇ ਕੁਝ ਇਸ ਤਰ੍ਹਾਂ ਦੇ ਦੌਰ ਦਿੱਲੀ ਦੇ। ਕੋਈ ਪਤਾ ਨਹੀਂ ਆਉਣ ਵਾਲਾ ਸਮਾਂ ਕਿਉਂ ਜਾ ਹੋਵੇ। ਪਰ ਜੋ ਉਸ ਵੇਲੇ ਦੇ ਹਾਲਾਤਾਂ ਦੇ ਉੱਤੇ ਅਸੀਂ ਗੱਲ ਕੀਤੀ ਸੀ, ਇੱਕ ਨਿੱਕੀ ਜੀ ਪੰਛੀ ਝਾਤ ਜੋ ਅਸੀਂ ਉਹਦੇ ਉੱਤੇ ਮਾਰੀ, ਹਾਲਾਂਕਿ ਬਹੁਤ ਕੁਝ ਅੱਜ ਦੁਨੀਆ ਦੇ ਸਾਹਮਣੇ ਆ ਰਿਹਾ ਹੈ, ਉਸ ਦੇ ਉੱਤੇ ਇੱਕ ਛੋਟੀ ਜੀ ਝਾਤ ਮਾਰ ਲਈਏ ਕਿ ਸਿੱਖਾਂ ਦੀ ਬਹੁਤ ਵੱਡੀਆਂ ਕੁਰਬਾਨੀਆਂ ਇਸ ਭਾਰਤ ਵਰਸ਼ ਦੀ ਆਜ਼ਾਦੀ ਵਾਸਤੇ ਸਨ। ਧੰਨ ਗੁਰੂ ਨਾਨਕ ਪਾਤਸ਼ਾਹ ਦੀ ਜੇਲ੍ਹ ਕੱਟਣ ਤੋਂ ਲੈ ਕੇ ਪਹਿਲੇ ਸ਼ਹੀਦ ਭਾਈ ਤਾਰਾ ਜੀ ਜਿਨ੍ਹਾਂ ਨੂੰ ਬਾਬਰ ਦੀਆਂ ਫੌਜਾਂ ਨੇ ਚੁੱਕ ਕੇ ਅੱਗ ਵਿੱਚ ਸਾੜ ਦਿੱਤਾ, ਗੁਰਪੰਚਮ ਪਾਤਸ਼ਾਹ ਦੀ ਸ਼ਹਾਦਤ, 6ਵੇਂ ਪਾਤਸ਼ਾਹ ਦੇ ਮੈਦਾਨੇ ਜੰਗ ਦੇ ਅੰਦਰ ਆਉਣਾ, ਉਸ ਵੇਲੇ ਦੇ ਗੁਰਸਿੱਖਾਂ ਦੀਆਂ ਸ਼ਹਾਦਤਾਂ, 9ਵੇਂ ਪਾਤਸ਼ਾਹ ਦੀ ਸ਼ਹਾਦਤ, ਗੁਰੂ ਕਲਗੀਧਰ ਪਾਤਸ਼ਾਹ ਦਾ ਸਾਰਾ ਆਪਣਾ ਸਰਬੰਸ ਵਾਰਨਾ, ਅਨੇਕਾਂ ਗੁਰਸਿੱਖਾਂ ਦੀਆਂ ਕੁਰਬਾਨੀਆਂ ਤੇ ਸ਼ਹਾਦਤਾਂ, ਅੱਤ ਦੇ ਤਸੀਹੇ, ਕਿਤੇ ਚਰਖੜੀਆਂ ਦੇ ਝੂਟੇ, ਕਿਤੇ ਦੇਗਾਂ ਦੇ ਉਬਾਲ, ਕਿਤੇ ਖੋਪਰ ਜੋ ਹਰੰਬੀਆਂ ਦੇ ਨਾਲ ਲੈਣਾ, ਕਿਤੇ ਕੋਲੂਆਂ ਦੇ ਅੰਦਰ ਪੀੜਿਆ ਜਾਣਾ, ਕਈ ਕਿਸਮ ਦੇ ਤਸੀਹੇ ਲੈ ਕੇ ਇਸ ਗੁਰੂ ਕੇ ਸਿੱਖ ਨੇ, ਗੁਰੂ ਕੇ ਖਾਲਸੇ ਨੇ ਭਾਰਤ ਵਰਸ਼ ਦੀ ਆਜ਼ਾਦੀ ਵਿੱਚ ਆਪਣਾ ਯੋਗਦਾਨ ਪਾਇਆ, ਭਾਵੇਂ ਉਹ ਮੁਗਲਾਂ ਤੋਂ ਸੀ, ਭਾਵੇਂ ਉਹ ਅੰਗਰੇਜ਼ਾਂ ਤੋਂ ਸੀ। ਫਿਰ ਸਮਾਂ ਆਇਆ ਕਿ ਇਹਨਾਂ ਦੀ ਗਦਾਰੀ ਦੇ ਨਾਲ ਖਾਲਸਾ ਰਾਜ ਜਾਣ ਤੋਂ ਬਾਅਦ ਅੰਗਰੇਜ਼ਾਂ ਦੇ ਵਿਰੁੱਧ ਲੜਦਾ ਹੋਇਆ ਗੁਰੂ ਕਾ ਖਾਲਸਾ ਜਦੋਂ ਭਾਰਤ ਵਰਸ਼ ਨੂੰ ਆਜ਼ਾਦੀ ਦਿਵਾਉਂਦਾ ਹੈ, ਆਜ਼ਾਦੀ ਲੱਭਦੀ ਹੈ, ਆਪਣੇ ਜਾਣ ਤੋਂ ਪਿਆਰੇ ਗੁਰਧਾਮ ਛੱਡ ਕੇ, ਆਪਣੀਆਂ ਜ਼ਮੀਨਾਂ ਜਾਇਦਾਦਾਂ ਛੱਡ ਕੇ, ਬਹੁਤ ਵੱਡਾ ਮਾਲੀ ਨੁਕਸਾਨ, ਬਹੁਤ ਵੱਡਾ ਜਾਨੀ ਨੁਕਸਾਨ ਕਰਕੇ ਭਾਰਤ ਵਰਸ਼ ਦੀ ਧਰਤੀ ਦੇ ਉੱਤੇ ਪੁੱਜਿਆ। ਤੇ ਜਿਵੇਂ ਅਸੀਂ ਸਰਵਣ ਕੀਤਾ ਸੀ ਕਿ ਫਿਰ ਇਹਨਾਂ ਨੂੰ ਫਿਰਕੂ ਹਕੂਮਤ ਨੇ ਜੋ ਸੀ ਜਰਾਇਮ ਪੇਸ਼ਾ ਹੋਣ ਦਾ ਇੱਕ ਖਿਤਾਬ ਦੇ ਦਿੱਤਾ ਅਤੇ ਇਹਨਾਂ ਨੂੰ ਇਹ ਗੱਲ ਕਹੀ ਗਈ ਕਿ ਤੁਹਾਨੂੰ ਬਦਲੇ ਹੋਏ ਹਾਲਾਤਾਂ ਦੇ ਅਨੁਸਾਰ ਜੀਣਾ ਪਵੇਗਾ। ਪੰਜਾਬੀ ਸੂਬੇ ਦੇ ਅੰਦਰ 36 ਸਿੰਘਾਂ ਦੀ ਸ਼ਹਾਦਤ ਹੁੰਦੀ ਹੈ। ਪੰਜਾਬ ਦੇ ਅੰਦਰ 7 ਸਿੰਘ ਜੋ ਨੇ ਉਹ ਪੰਜਾਬ ਤੋਂ ਬਾਹਰ ਜੋ ਨੇ ਸ਼ਹੀਦੀ ਪਾ ਜਾਂਦੇ ਨੇ। 60,000 ਦੇ ਲਗਭਗ ਜੋ ਗ੍ਰਿਫਤਾਰੀਆਂ ਉਸ ਵੇਲੇ ਹੋਈਆਂ। 13 ਅਪ੍ਰੈਲ 1978 ਨੂੰ 13 ਸਿੰਘਾਂ ਨੂੰ ਸ਼ਹੀਦ ਕੀਤਾ ਨਿਰੰਕਾਰੀਆਂ ਨੇ ਗੋਲੀ ਚਲਾ ਕੇ। ਦਿੱਲੀ ਵਿੱਚ ਨਿਰੰਕਾਰੀਆਂ ਵਿਰੁੱਧ 3 ਸਿੰਘਾਂ ਨੂੰ ਰੋਸ ਪ੍ਰਗਟ ਕਰਦਿਆਂ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਕਾਨਪੁਰ ਵਿੱਚ 10 ਜੋ ਸਨ ਸਿੰਘ ਸ਼ਹੀਦ ਕਰ ਦਿੱਤੇ ਗਏ। ਇਸੇ ਤਰੀਕੇ ਦੇ ਨਾਲ ਜਦੋਂ ਸੰਤ ਜਰਨੈਲ ਸਿੰਘ ਜੀ ਗ੍ਰਿਫਤਾਰ ਹੁੰਦੇ ਨੇ, 24 ਸਿੰਘਾਂ ਨੂੰ ਗੋਲੀ ਚਲਾ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ। 1982 ਅਗਸਤ ਤੱਕ 12 ਸਿੱਖ ਜੋ ਸਨ ਉਹ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਜਾ ਚੁੱਕੇ ਸਨ। 33 ਸਿੰਘ ਜੋ ਸਨ ਉਹ ਜੇਲ੍ਹਾਂ ਵਿੱਚ ਸ਼ਹੀਦ ਹੋ ਚੁੱਕੇ ਸਨ। ਟ੍ਰੇਨ ਹਾਦਸੇ ਦੀ ਅਸੀਂ ਗੱਲ ਕੀਤੀ ਸੀ ਕਿ ਤਰਨਤਾਰਨ ਦੇ ਲਾਗੇ ਟ੍ਰੇਨ ਹਾਦਸੇ ਦੇ ਅੰਦਰ 34 ਜੋ ਸਿੰਘ ਸਨ ਉਹ ਸ਼ਹੀਦ ਹੋ ਗਏ। ਫਿਰ ਉਸ ਤੋਂ ਬਾਅਦ 31 ਸਿੰਘਾਂ ਦੇ ਸਿਰਾਂ ਦੇ ਜੋ ਸਨ ਮੁੱਲ ਇਸ ਸਰਕਾਰ ਨੇ ਰੱਖੇ ਹੋਏ ਸਨ। ਪਾਰਲੀਮੈਂਟ ਦੇ ਵਿੱਚ ਜਦੋਂ ਰੇਲ ਹਾਦਸੇ ਦੇ ਸਿੰਘਾਂ ਦਾ ਅਗੇਠਾ ਲੈ ਕੇ ਇੱਕ ਯਾਦ ਪੱਤਰ, ਇੱਕ ਮੰਗ ਪੱਤਰ ਦੇਣ ਵਾਸਤੇ ਸਿੱਖ ਗਏ ਨੇ, ਉੱਥੇ ਗੋਲੀ ਚਲਾ ਕੇ 4 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਰਸਤਾ ਰੋਕੋ ਅੰਦੋਲਨ ਦੇ ਅੰਦਰ 24 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਕੁੱਲ ਮਿਲਾ ਕੇ ਇਹ ਜੋ ਥੋੜਾ ਜਿਹਾ ਸਾਡੇ ਕੋਲ ਜੋ ਫਿਗਰਸ ਮਿਲੀਆਂ ਨੇ, ਇਹਦੇ ਵਿੱਚ ਤਕਰੀਬਨ ਅਗਸਤ 1983 ਤੱਕ 184 ਦੇ ਲਗਭਗ ਸਿੰਘਾਂ ਦੀਆਂ ਸ਼ਹਾਦਤਾਂ ਹੋ ਚੁੱਕੀਆਂ ਸਨ। ਜਦੋਂ ਕਿ ਬਾਰ-ਬਾਰ ਇਹ ਗੱਲ ਕਹੀ ਜਾਂਦੀ ਹੈ ਕਿ ਸਿੱਖ ਸ਼ਾਂਤਮਈ ਨਹੀਂ ਸਨ, ਇਹ ਗੱਲ ਬਿਲਕੁਲ ਝੂਠ ਸੀ। ਸਿੰਘ ਪੂਰੀ ਤਰੀਕੇ ਦੇ ਨਾਲ ਸ਼ਾਂਤਮਈ ਸਨ। ਇੱਥੇ ਤੱਕ
ਕਿ 19 ਨਵੰਬਰ ਨੂੰ ਤੋਂ 4 ਦਸੰਬਰ ਤੱਕ ਜੋ ਸੀ ਦਿੱਲੀ ਦੇ ਅੰਦਰ ਏਸ਼ੀਅਨ ਗੇਮਸ ਚਲੀਆਂ, ਉਹਦੇ ਅੰਦਰ ਸਿੱਖਾਂ ਨੇ ਜੋ ਸੀ ਸ਼ਾਂਤਮਈ ਜੋ ਸੀ ਉਹ ਪ੍ਰੋਟੈਸਟ ਕੀਤਾ, ਪਰ ਥਾਂ ਦੇ ਉੱਤੇ ਸਿੱਖਾਂ ਨੂੰ ਜ਼ਲੀਲ ਕੀਤਾ ਗਿਆ, ਦਿੱਲੀ ਦੇ ਅੰਦਰ, ਹਰਿਆਣੇ ਦੇ ਅੰਦਰ। ਫਿਰ ਇਸੇ ਤਰੀਕੇ ਦੇ ਨਾਲ 23 ਦਸੰਬਰ ਨੂੰ ਸਾਬਕਾ ਫੌਜੀਆਂ ਦੀ ਕਨਵੈਨਸ਼ਨ ਦਰਬਾਰ ਸਾਹਿਬ ਅੰਦਰ ਬੁਲਾਈ ਗਈ, ਜਿਹਦੇ ਅੰਦਰ ਕਰਨਲ ਰੈਂਕ ਤੋਂ ਉੱਪਰ ਦੇ ਲਗਭਗ 150 ਜੋ ਸਨ ਫੌਜੀ ਆਫੀਸਰ ਸ਼ਾਮਲ ਹੋਏ ਅਤੇ ਲਗਭਗ 5000 ਸਾਬਕਾ ਫੌਜੀ ਜੋ ਸਨ ਉਹਦੇ ਵਿੱਚ ਆਏ। 9 ਜਨਵਰੀ 1983 ਨੂੰ ਬੁੱਧੀਜੀਵੀ ਜੋ ਸਨ ਉਹਨਾਂ ਦੀ ਇੱਕ ਬਹੁਤ ਵੱਡੀ ਕਾਨਫਰੰਸ ਦਰਬਾਰ ਸਾਹਿਬ ਦੇ ਅੰਦਰ ਬੁਲਾਈ ਗਈ। 4 ਅਪ੍ਰੈਲ 1983 ਜੋ ਅਸੀਂ ਰਸਤਾ ਰੋਕੋ ਪ੍ਰੋਗਰਾਮ ਦੀ ਗੱਲ ਕੀਤੀ ਹੈ ਕਿ ਉਹਦੇ ਵਿੱਚ 24 ਸਿੰਘ ਸ਼ਹੀਦ ਹੋ ਗਏ ਸਨ, ਤੇ ਫਿਰ 14 ਅਪ੍ਰੈਲ ਤੋਂ 12 ਮਈ ਤੱਕ ਲਗਭਗ 1,05,000 ਲੋਕੀ ਜੋ ਸਨ ਉਹਨਾਂ ਨੇ ਧਰਮਯੁੱਧ ਮੋਰਚੇ ਵਿੱਚ ਕਸਮ ਜੋ ਸੀ ਉਹ ਖਾਧੀ ਸੀ ਕਿ ਅਸੀਂ ਜੇ ਕਿਤੇ ਸਰਕਾਰ ਸ਼ਾਂਤਮਈ ਸਾਡੇ ਹੱਲ ਨਹੀਂ ਕਰਦੀ ਤੇ ਜਿਹੋ ਜਿਹਾ ਵੀ ਸਾਨੂੰ ਕਿਤੇ ਪ੍ਰੋਟੈਸਟ ਕਰਨਾ ਪਵੇਗਾ ਅਸੀਂ ਜ਼ਰੂਰ ਕਰਾਂਗੇ। ਇੱਥੇ ਤੱਕ ਹੋਇਆ ਕਿ 26 ਜਨਵਰੀ ਨੂੰ ਜੋ ਉੱਥੇ ਦੇ ਅਕਾਲੀ MLA ਸਨ ਉਹਨਾਂ ਨੇ ਵੀ ਜੋ ਸੀ ਉਹ ਆਪਣੇ ਅਸਤੀਫੇ ਜੋ ਸਨ ਉਹ ਦੇ ਦਿੱਤੇ। ਪਰ ਇਤਨਾ ਸ਼ਾਂਤਮਈ ਰਹਿਣ ਦੇ ਬਾਵਜੂਦ ਜੋ ਅੱਤ ਦਾ ਜ਼ੁਲਮ ਸਾਡੇ ਉੱਤੇ ਹੋਇਆ, ਜਿਹਦੇ ਬਾਰੇ ਚ ਅਸੀਂ ਪਿਛਲੇ ਜੋ ਸਨ ਉਹ ਪ੍ਰੋਗਰਾਮ ਦੇ ਅੰਦਰ ਸਰਵਣ ਕੀਤਾ ਕਿ ਆਖਰ ਸਰਕਾਰ ਜੋ ਸੀ ਸਮੇਂ ਦੀ ਉਸਨੇ ਇੱਕ ਬਹੁਤ ਵੱਡਾ ਗਲਤ ਫੈਸਲਾ ਲੈ ਕੇ ਦਰਬਾਰ ਸਾਹਿਬ ਦੀ ਧਰਤੀ ਦੇ ਉੱਤੇ ਸਾਰੇ ਦਰਬਾਰ ਸਾਹਿਬ ਨੂੰ ਘੇਰਾ ਪਾ ਕੇ, ਜਿਹਦੇ ਵਾਸਤੇ ਅਸੀਂ ਆਪ ਜੋ ਸੀ ਇਤਿਹਾਸ ਦੇ ਅੰਦਰ ਪੜ੍ਹ ਰਹੇ ਹਾਂ, ਆਪ ਜੀ ਨੇ ਸਰਵਣ ਕੀਤਾ ਕਿ ਸਮੇਂ ਦੇ ਜੋ ਉੱਥੇ ਦੀ ਐਡਮਿਨਿਸਟ੍ਰੇਸ਼ਨ ਸੀ ਪੰਜਾਬ ਦੀ, ਉਹਦੇ ਵਿੱਚੋਂ ਕੋਈ ਵੀ ਬਿਲਕੁਲ ਇਸ ਤਰੀਕੇ ਦੇ ਨਾਲ ਤਿਆਰ ਨਹੀਂ ਸੀ ਕਿ ਕਿਤੇ ਫੌਜ ਦੇ ਹਵਾਲੇ ਕਰਕੇ ਦਰਬਾਰ ਸਾਹਿਬ ਦੇ ਅੰਦਰ ਕਿਤੇ ਫੌਜ ਨੂੰ ਭੇਜਿਆ ਜਾਵੇ। ਅਪ੍ਰੈਲ ਦੇ ਮਹੀਨੇ ਦੇ ਅੰਦਰ ਪ੍ਰੋਫੈਸਰ ਜੋ ਸੀ ਮਿਹਰ ਚੰਦ ਭਾਰਦਵਾਜ ਨੂੰ ਦਰਬਾਰ ਸਾਹਿਬ ਦੇ ਅੰਦਰ ਭੇਜਿਆ ਗਿਆ। ਉਸਨੇ ਜਦੋਂ ਬਾਹਰ ਆ ਕੇ ਜੋ ਬਿਆਨ ਦਿੱਤਾ, ਉਹਨੇ ਕਿਹਾ ਕਿ ਇੱਕ ਵੀ ਅੱਤਵਾਦੀ ਜੋ ਹੈ ਉਹ ਦਰਬਾਰ ਸਾਹਿਬ ਦੇ ਅੰਦਰ ਨਹੀਂ, ਅਤੇ ਭਾਰਤ ਸਰਕਾਰ ਕਿਤੇ ਭੁੱਲ ਕੇ ਵੀ ਇਹ ਗਲਤੀ ਨਾ ਕਰੇ ਕਿ ਕਿਤੇ ਉਹ ਦਰਬਾਰ ਸਾਹਿਬ ਦੇ ਅੰਦਰ ਫੌਜ ਨੂੰ ਭੇਜੇ। ਪਰ ਹਾਲਾਤ ਜੋ ਸਨ ਉਹ ਐਸੇ ਬਣਾ ਲਏ ਗਏ ਕਿ ਸਮੇਂ ਦੀ ਜੋ ਹਕੂਮਤ ਸੀ ਉਸਨੇ ਫੈਸਲਾ ਕਰ ਲਿਆ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਦਾ, ਜਿਹਦੇ ਬਾਰੇ ਚ ਅਸੀਂ ਸਰਵਣ ਕੀਤਾ ਕਿ ਬਹੁਤ ਵੱਡਾ ਜ਼ੁਲਮ ਜੋ ਸੀ ਉਹ ਗੁਰੂ ਅਰਜਨ ਪਾਤਸ਼ਾਹ ਦੇ ਸ਼ਹੀਦੀ ਪੁਰਬ ਦੇ ਉੱਤੇ ਕਰਫਿਊ ਲਗਾ ਕੇ ਜੋ ਸੀ ਸੰਗਤਾਂ ਅੰਦਰ ਦੀਆਂ ਅੰਦਰ, ਅਤੇ ਜੋ ਬਾਹਰ ਉਸ ਦਿਨ ਸਵੇਰੇ 3 ਵਜੇ ਕੁਝ ਚਿਰ ਵਾਸਤੇ ਕਰਫਿਊ ਖੋਲਿਆ ਗਿਆ ਤੇ ਸੰਗਤਾਂ ਜੋ ਅੰਦਰ ਆਉਂਦੀਆਂ ਨੇ ਫਿਰ ਕਰਫਿਊ ਲਗਾ ਕੇ ਉਹਨਾਂ ਨੂੰ ਅੰਦਰ ਹੀ ਰੋਕ ਦਿੱਤਾ ਗਿਆ। ਅਤੇ ਫਿਰ ਜੋ ਭਾਰਤ ਵਰਸ਼ ਦੀ ਫੌਜ ਹੈ ਉਸਨੇ ਹਰ ਹੀਲਾ ਵਰਤਿਆ, ਜਿਸ ਦੇ ਅੰਦਰ ਟੈਂਕ, ਤੋਪਾਂ, ਉਹਦੀ ਪੈਦਲ ਫੌਜ, ਉਹਦੀ 에ਅਰ ਫੋਰਸ, ਉਹਦੀ ਨੇਵਲ ਫੋਰਸ, ਉਹਦੇ ਕਮਾਂਡੋਜ਼, ਹਰ ਹੀਲਾ ਜੋ ਸੀ ਵਰਤਿਆ ਗਿਆ। ਇਸ ਆਪਰੇਸ਼ਨ ਤੋਂ ਪਹਿਲਾਂ ਜੋ ਸਾਨੂੰ ਹਵਾਲੇ ਮਿਲਦੇ ਨੇ ਕਿ ਉਹਦੇ ਵਿੱਚ ਜੋ ਕਮਾਂਡੋ ਇਸਤੇਮਾਲ ਕੀਤੇ ਗਏ ਉਹਨਾਂ ਨੂੰ ਇਜ਼ਰਾਈਲ ਦੀ ਜੋ ਇੱਕ ਇੰਟੈਲੀਜੈਂਸ ਏਜੰਸੀ ਹੈ ਮੋਸਾਦ, ਉਸਨੇ ਟ੍ਰੇਨ ਕੀਤਾ ਸੀ। ਉਹ ਜੋ ਏਜੰਸੀ ਹੈ ਉਹਦੇ ਕੋਲੋਂ ਇਹਨਾਂ ਕਮਾਂਡੋਜ਼ ਨੂੰ ਟ੍ਰੇਨਿੰਗ ਦਵਾਈ ਗਈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਰਸ਼ੀਆ ਵੀ ਇਨਵੋਲਵ ਸੀ, ਬ੍ਰਿਟੇਨ ਹਕੂਮਤ ਉਹ ਵੀ ਇਨਵੋਲਵ ਸੀ, ਅਤੇ ਇਜ਼ਰਾਈਲ ਜੋ ਹੈ ਉਹ ਵੀ ਇਨਵੋਲਵ ਸੀ। ਫਿਰ ਦੁਨੀਆ ਦੀ ਚੌਥੀ ਵੱਡੀ ਸ਼ਕਤੀ ਭਾਰਤ ਵਰਸ਼ ਦੀਆਂ ਫੌਜਾਂ ਨੇ, ਇਹਦੀ ਹਕੂਮਤ ਹੈ, ਹਰ ਵਿੰਗ ਇਸ ਦਾ ਇਸਤੇਮਾਲ ਹੋ ਰਿਹਾ ਹੈ, ਲੇਕਿਨ ਅੰਦਰ ਜੋ ਨੇ ਉਹ ਗਿਣਤੀ ਦੇ ਕੁਝ ਸਿੰਘ ਰਵਾਇਤੀ ਹਥਿਆਰਾਂ ਦੇ ਨਾਲ ਉਹਨਾਂ ਦਾ ਮੁਕਾਬਲਾ ਕਰ ਰਹੇ। ਹੁਣ ਜਿਸ ਕਮਾਂਡੋਜ਼ ਦੀ ਅਸੀਂ ਗੱਲ ਕਰ ਰਹੇ ਹਾਂ, ਇਹਨਾਂ ਦੇ ਬਾਰੇ ਚ ਜੋ ਪਹਿਲਾਂ ਸਾਨੂੰ ਹਵਾਲਾ ਮਿਲਦਾ ਹੈ ਕਿ ਦਸੰਬਰ 1983 ਦੇ ਅੰਦਰ ਇਹਨਾਂ ਕਮਾਂਡੋਜ਼ ਨੂੰ ਤਿਆਰ ਕਰਕੇ ਜੋ ਸੀ ਇੱਕ ਆਪਰੇਸ਼ਨ ਜਿਸ ਨੂੰ ਸਨਡਾਊਨ ਦਾ ਨਾਂ ਦਿੱਤਾ ਗਿਆ, ਉਹ ਕਰਨ ਦੀ ਵਿਉਂਤਬੰਦੀ ਕੀਤੀ ਗਈ, ਜਿਹਦੇ ਵਾਸਤੇ RK ਧਵਨ ਜੋ ਉਸ ਦਾ ਪਰਸਨਲ ਸੈਕਟਰੀ ਸੀ ਇੰਦਰਾ ਗਾਂਧੀ ਦਾ, ਉਸਨੇ ਵੀ ਮੰਨਿਆ ਹੈ ਕਿ ਉਸ ਵੇਲੇ ਇੱਕ ਆਪਰੇਸ਼ਨ ਨੂੰ ਦੀ ਵਿਉਂਤਬੰਦੀ ਕੀਤੀ ਗਈ ਕਿ ਸਨਡਾਊਨ ਆਪਰੇਸ਼ਨ ਦੇ ਵਿੱਚ ਕਮਾਂਡੋਜ਼ ਜੋ ਨੇ ਉਹ ਨਾਨਕ ਨਿਵਾਸ ਤੇ ਛੱਤ ਦੇ ਉੱਤੇ ਉਤਰਨਗੇ, ਬਾਹਰੋਂ ਦੀ ਬਖਤਰ ਬੰਦ ਗੱਡੀਆਂ ਵਿੱਚ ਅੰਦਰ ਆਉਣਗੇ, ਅਤੇ ਇੱਕਦਮ ਰਾਤ ਨੂੰ ਜਿਸ ਕਮਰੇ ਦੇ ਅੰਦਰ ਸੰਤ ਬਾਬਾ ਜਰਨੈਲ ਸਿੰਘ ਜੀ ਰਹਿ ਰਹੇ ਨੇ ਉਹਦੇ ਉੱਤੇ ਕਬਜ਼ਾ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਨਿਕਲਿਆ ਜਾਵੇਗਾ। ਉਸ ਵੇਲੇ ਦਾ ਜੋ ਰਾਹ ਦਾ ਚੀਫ ਸੀ ਅਤੇ ਉਹ ਵਿਅਕਤੀ ਜਿਸ ਨੇ ਰਾਹ ਏਜੰਸੀ ਜੋ ਸੀ ਉਸ ਦੀ ਨੀਂਹ ਰੱਖੀ ਸੀ, ਉਹ ਇੰਦਰਾ ਗਾਂਧੀ ਦੇ ਕੋਲ ਬੈਠੇ ਹੋਏ ਸਨ। ਤੇ ਜਦੋਂ ਇੰਦਰਾ ਗਾਂਧੀ ਨੇ ਉਸ ਆਪਰੇਸ਼ਨ ਦੇ ਬਾਰੇ ਚ ਉਹਨਾਂ ਨੂੰ ਪੁੱਛਿਆ ਕਿ ਤੁਹਾਡਾ ਇਸ ਆਪਰੇਸ਼ਨ ਦੇ ਬਾਰੇ ਚ ਕੀ ਖਿਆਲ ਹੈ, ਤੇ ਉਹਨਾਂ ਨੇ ਕਿਹਾ ਤਿਆਰੀ ਪੂਰੀ ਹੈ, ਅਸੀਂ ਆਪਰੇਸ਼ਨ ਕਰਾਂਗੇ। ਉਸਨੇ ਕਿਹਾ ਕੈਜੂਅਲਟੀ ਕਿਤਨੀ ਹੋਵੇਗੀ, ਦੱਸਿਆ ਗਿਆ ਕਿ ਹੋ ਸਕਦਾ ਸਾਡੇ ਦੋਵੇਂ ਜਹਾਜ਼ ਵੀ ਨੁਕਸਾਨ ਹੋ ਜਾਣ, 20% ਜੋ ਸਾਡੇ ਕਮਾਂਡੋ ਨੇ ਉਹ ਵੀ ਮਾਰੇ ਜਾਣ। ਇੱਕਦਮ ਇੰਦਰਾ ਗਾਂਧੀ ਉਸ ਆਪਰੇਸ਼ਨ ਨੂੰ ਇਨਕਾਰ ਹੋ ਗਈ ਕਿ ਇਹ ਆਪਰੇਸ਼ਨ ਨਹੀਂ ਕਰਨਾ। ਇਹ ਫੈਬਰੂਰੀ 1984 ਦੇ ਅੰਦਰ ਇਸ ਆਪਰੇਸ਼ਨ ਨੂੰ ਨਕਾਰ ਦਿੱਤਾ ਗਿਆ।
ਅਤੇ ਉਸ ਵੇਲੇ ਇਹ ਜੋ ਆਪਰੇਸ਼ਨ ਸੀ ਇਸ ਨੂੰ ਰੋਕ ਕੇ ਵਿਉਂਤਬੰਦੀ ਜੋ ਸੀ ਦੂਜੀ ਕਰਨੀ ਸ਼ੁਰੂ ਕਰ ਦਿੱਤੀ। ਹੁਣ ਉਸ ਵਿਉਂਤਬੰਦੀ ਦੇ ਨਾਲ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ ਤੇ ਦਰਬਾਰ ਸਾਹਿਬ ਦਾ ਬਹੁਤ ਵੱਡਾ ਨੁਕਸਾਨ ਜੋ ਸੀ ਉਹ ਉਸ ਵੇਲੇ ਕੀਤਾ ਗਿਆ। ਪਰ ਕਿਸੇ ਵਿਦਵਾਨ ਦਾ ਬੜਾ ਸੁੰਦਰ ਕਥਨ ਹੈ, ਕਹਿਰ ਜ਼ੁਲਮ ਅਨਿਆਂ ਦੇ ਪੈਣ ਕੋਲੇ ਸਿੱਧਕੀ ਸਿੱਖ ਨਿਸ਼ਾਨਿਓ ਉਕਦੇ ਨਹੀਂ, ਭਾਵੇਂ ਲੱਖਾਂ ਮੁਸੀਬਤਾਂ ਪੈਣ ਸਿਰ ਤੇ ਝੋਲੀ ਕਦੀ ਵੀ ਗਦਾਰਾਂ ਦੀ ਚੁੱਕਦੇ ਨਹੀਂ। ਸੀਸ ਤਲੀ ਤੇ ਰੱਖ ਮੈਦਾਨ ਆਉਂਦੇ ਉਹ ਤਾਂ ਕਿਸੇ ਦੇ ਰੋਕਿਆਂ ਰੁਕਦੇ ਨਹੀਂ, ਭਾਵੇਂ ਲੱਖਾਂ ਹੀ ਮਰ ਗਏ ਕਪੂਰ ਸਿੰਘਾ, ਸਿੱਧਕੀ ਸਿੱਖ ਕਦੀ ਜਹਾਨ ਚੋਂ ਮੁਕਦੇ। ਇਹ ਕਦੀ ਨਹੀਂ ਸੀ ਹੋ ਸਕਦਾ ਕਿ ਗੁਰੂ ਕਾ ਖਾਲਸਾ ਕਿਤੇ ਆਪਣੀ ਜਾਨ ਬਚਾਉਣ ਵਾਸਤੇ ਕਿਸੇ ਡਰ ਦੇ ਨਾਲ ਸਮੇਂ ਦੀ ਹਕੂਮਤ ਦੇ ਸਾਹਮਣੇ ਆਪਣੇ ਹਥਿਆਰ ਸੁੱਟਦੇ ਨੇ। ਜਿਵੇਂ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਕਿਹਾ ਕਰਦੇ ਸਨ ਕਿ ਜਿਉਂਦਿਆਂ ਨੂੰ ਕੋਈ ਪਕੜ ਕੇ ਲੈ ਨਹੀਂ ਜਾ ਸਕਦਾ ਤੇ ਜਿਗਦੇ ਮਰਿਆਂ ਦੀ ਮਿੱਟੀ ਹੈ ਕੋਈ ਜਿੱਧਰ ਮਰਜ਼ੀ ਘਸੀਟਦਾ ਫਿਰੇ, ਲੇਕਿਨ ਮੈਂ ਕਦੀ ਵੀ ਹਥਿਆਰ ਸਰਕਾਰ ਦੇ ਸਾਹਮਣੇ ਨਹੀਂ ਸੁੱਟਾਂਗਾ। ਗੁਰੂ ਪਿਆਰ ਵਾਲਿਓ, ਫਿਰ ਜਦੋਂ ਉਹ ਸਿੰਘ ਜੂਝੇ ਨੇ ਜਿਹਦੇ ਬਾਰੇ ਚ ਅਸੀਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਜੋ ਉੱਥੇ ਦੀ ਫੌਜੀ ਸਨ ਉਹਨਾਂ ਦੇ ਜੋ ਬਿਆਨ ਸਨ ਕਿ ਕਿੰਨਾ ਵੱਡਾ ਨੁਕਸਾਨ ਸੀ, ਮੈਂ ਜੋ ਹੁਣ ਪੜ੍ਹ ਰਿਹਾ ਸੀ ਉਹਦੇ ਵਿੱਚ ਜੋ ਗੱਲਾਂ ਸਾਹਮਣੇ ਆਈਆਂ ਕਿ ਸਾਰੀ ਪਰਿਕਰਮਾ ਜੋ ਸੀ ਉਹ ਉਹਨਾਂ ਦੇ ਵਾਸਤੇ ਕਬਰਸਤਾਨ ਬਣੀ ਹੋਈ ਸੀ। ਖੁਦ ਮੰਨ ਰਹੇ ਨੇ ਕਿ ਪੂਰੀ ਪਰਿਕਰਮਾ ਜੋ ਸੀ ਉਹ ਕਬਰਸਤਾਨ ਬਣਾ ਦਿੱਤਾ ਗਿਆ ਅਤੇ ਖਾਸ ਕਰਕੇ ਦਰਸ਼ਨੀ ਡਿਓਢੀ ਦੇ ਸਾਹਮਣੇ ਤੇ ਜੋ ਸਾਡੀ ਲਾਲ ਬਿਲਡਿੰਗ ਅਕਾਲ ਤਖਤ ਸਾਹਿਬ ਦੇ ਸਾਹਮਣੇ ਵਾਲਾ ਹਾਤਾ ਹੈ ਇਹ ਕਿਲਿੰਗ ਗਰਾਊਂਡ ਸੀ। ਕਮਾਂਡੋਜ਼ ਦੀਆਂ ਲਾਸ਼ਾਂ ਹੀ ਲਾਸ਼ਾਂ ਸਨ, ਫੌਜੀਆਂ ਦੀਆਂ ਲਾਸ਼ਾਂ ਹੀ ਲਾਸ਼ਾਂ ਸਨ ਤੇ ਗੁਰੂ ਕੇ ਸਿੰਘ ਜੋ ਸਨ ਉਹ ਜੂਝ ਰਹੇ ਸਨ। ਇੱਕ ਫੌਜੀ ਦੇ ਮੁਤਾਬਕ ਕਿ ਸਾਨੂੰ ਸਮਝ ਨਹੀਂ ਸੀ ਆ ਰਹੀ ਅਸੀਂ ਕਰੀਏ ਕੀ, ਇਤਨਾ ਵੱਡਾ ਸਾਡਾ ਨੁਕਸਾਨ ਹੋ ਗਿਆ। ਕਹਿੰਦਾ ਸਾਨੂੰ ਸਮਝ ਨਹੀਂ ਸੀ ਆ ਰਹੀ ਗੋਲੀਆਂ ਆ ਕਿਹੜੇ ਪਾਸਿਓਂ ਰਹੀਆਂ। ਤੇ ਜਿਹਦਾ ਮੈਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਇਸਰਾਰ ਖਾਨ ਉਹ ਕਹਿੰਦਾ ਜਦੋਂ ਹੀ ਅੰਦਰ ਵੜੇ ਤੇ ਸਾਨੂੰ ਸਮਝ ਹੀ ਨਾ ਆਵੇ, ਅਸੀਂ ਉੱਪਰ ਦੇਖੀ ਜਾਈਏ ਗੋਲੀਆਂ ਥੱਲੋਂ ਦੀਆਂ ਲੱਗਣ। ਕਹਿੰਦਾ ਮੇਰੇ ਸਾਰੇ ਜਵਾਨ ਢੇਰ ਹੋਏ ਮੈਨੂੰ ਲੱਭੇ। ਤੇ ਫਿਰ ਇੱਕ ਫੌਜੀ ਇਹ ਕਹਿ ਰਿਹਾ ਸੀ ਕਿ ਇਤਨੀ ਜ਼ਬਰਦਸਤ ਟ੍ਰੇਨਿੰਗ ਸੀ ਕਿ ਮੈਂ ਬਿਆਨ ਨਹੀਂ ਕਰ ਸਕਦਾ, ਕਦੀ ਅਸੀਂ ਇਹੋ ਜਿਹੀ ਯੁੱਧ ਨੀਤੀ ਨਹੀਂ ਦੇਖੀ। ਤੇ ਫਿਰ ਇੱਕ ਆਫੀਸਰ ਦਾ ਬਿਆਨ ਸੀ ਕਿ ਜੇਕਰ ਇਹੋ ਜਿਹੇ ਜੁਝਾਰੂ ਮੇਰੇ ਕੋਲ ਹੋਣ ਤਾਂ ਮੈਂ ਜ਼ਿਆ ਜੋ ਹੈ ਉਸ ਨੂੰ ਬੰਨ ਕੇ ਲਿਆ ਸਕਦਾ। ਇਤਨੀ ਤਾਕਤ, ਇਤਨਾ ਜੋ ਹੈ ਉਹਨਾਂ ਦੇ ਕੋਲ ਹਿਆ ਕਿ ਟੈਂਕਾਂ ਤੇ ਤੋਪਾਂ ਦੇ ਸਾਹਮਣੇ ਵੀ ਉਹ ਬਿਲਕੁਲ ਜੋ ਸਨ ਡਟੇ ਰਹੇ। ਅਤੇ ਕਹਿੰਦਾ ਭਾਵੇਂ ਅਸੀਂ ਜਿੱਤੇ ਹਾਂ ਪਰ ਅਸਲ ਵਿੱਚ ਜਿੱਤੇ ਉਹ ਨੇ ਜਿਨ੍ਹਾਂ ਨੇ ਖੂਬ ਮੁਕਾਬਲਾ ਕੀਤਾ ਅਤੇ ਇੱਕ ਵੀ ਬੰਦੇ ਦੇ ਜਿਉਂਦੇ ਹੁੰਦਿਆਂ ਸਾਨੂੰ ਅੰਦਰ ਨਹੀਂ ਵੜਨ ਦਿੱਤਾ। ਇੱਕ ਫੌਜੀ ਬੂਟਾਂ ਸਣੇ ਜਦੋਂ ਫੌਜੀ ਆਫੀਸਰ ਕਮਾਂਡੋਜ਼ ਦਾ ਅਕਾਲ ਤਖਤ ਸਾਹਿਬ ਦੀਆਂ ਪੌੜੀਆਂ ਚੜਨ ਲਗਾ ਕਿ ਉਸ ਵੇਲੇ ਉਸ ਨੂੰ ਉੱਥੋਂ ਹੀ ਪਕੜ ਕੇ ਸਿੰਘਾਂ ਨੇ ਅੱਗ ਲਾ ਕੇ ਸੁੱਟਿਆ ਬਾਹਰ ਤੇ ਸਾਬਤ ਕਰ ਦਿੱਤਾ ਕਿ ਕੋਈ ਵੀ ਜੋ ਹੈ ਉਹ ਦਰਬਾਰ ਸਾਹਿਬ ਹੁੰਦਿਆਂ ਚਾਰ ਤੱਕ ਗੁਰੂ ਪਿਆਰ ਵਾਲਿਓ ਇਤਨੀ ਜੋ ਸੀ ਉਹ ਸੂਰਬੀਰਤਾ ਦੇ ਨਾਲ ਗੁਰੂ ਕੇ ਸਿੰਘ ਜੋ ਸਨ ਉਹ ਜੂਝ ਰਹੇ ਸਨ। ਪਰ ਜਿਹੜੀ ਦੂਜੀ ਗੱਲ ਸੀ ਕਿ ਉਹਨਾਂ ਤੋਪਾਂ ਤੇ ਟੈਂਕਾਂ, ਉਹਨਾਂ ਜਹਾਜ਼ਾਂ ਤੇ ਕਮਾਂਡੋਜ਼, ਉਹਨਾਂ ਮਿਜ਼ਾਈਲਾਂ ਤੇ ਗੋਲਿਆਂ ਦੇ ਸਾਹਮਣੇ ਚਾਰਾ ਨਹੀਂ ਸੀ ਚੱਲ ਸਕਦਾ। ਤੇ ਫਿਰ ਵਿਦਵਾਨ ਨੇ ਲਿਖਿਆ ਠੱਠਾ ਕਹਿਰ ਸੀ ਗੁਰੂ ਦਰਬਾਰ ਉੱਤੇ, ਦਰਸ਼ਨੀ ਡਿਓਢੀ ਦੀ ਬੜੀ ਤਬਾਹੀ ਹੋਈ ਸੀ। ਅਕਾਲ ਤਖਤ ਦੀ ਪੁੱਛੋ ਨਾ ਗੱਲ ਕੋਈ, ਜੋ ਇਮਾਰਤ ਭੁਚਾਲ ਨੇ ਢਾਈ ਹੋਈ ਸੀ। ਵਿਨਿਆ ਪਿਆ ਸੀ ਇਉਂ ਹਰਮੰਦਰ, ਜ਼ਖਮ ਹੋਣ ਜੋ ਸੋਹਣੇ ਸਰੀਰ ਉੱਤੇ, ਕਿਸੇ ਮੂਰਖ ਨੇ ਦਾਗ ਜਿਉਂ ਲਾਏ ਹੋਵਣ ਸ਼ਾਨਦਾਰ ਸੁਨਹਿਰੀ ਤਸਵੀਰ ਉੱਤੇ। ਪਾਵਨ ਮੰਦਰ ਨੂੰ ਗੋਲੀਆਂ ਵੱਜੀਆਂ ਜੋ ਉਹ ਹਰ ਸਿੱਖ ਪਰਿਵਾਰ ਨੂੰ ਵੱਜੀਆਂ ਸਨ। ਗੁਰੂ ਗ੍ਰੰਥ ਨੂੰ ਲੱਗੀਆਂ ਗੋਲੀਆਂ ਜੋ ਉਹ ਸਾਰੇ ਸਿੱਖ ਸੰਸਾਰ ਨੂੰ ਲੱਗੀਆਂ ਸਨ। ਫਿਰੇ ਟੈਂਕ ਪਰਿਕਰਮਾ ਵਿੱਚ ਉਦੋਂ ਪਈਆਂ ਤਰੇੜਾਂ ਸੰਗਮਰਮਰੀ ਸਿਲਾਂ ਉੱਤੇ, ਸਮਝੋ ਟੈਂਕ ਨਹੀਂ ਸਨ ਫਿਰੇ ਸਿਲਾਂ ਉੱਤੇ, ਟੈਂਕ ਫਿਰੇ ਸਨ ਸਿੱਖਾਂ ਦੇ ਦਿਲਾਂ ਉੱਤੇ। ਜਿਸ ਘਰ ਅੰਦਰ ਸ਼ਰਧਾਵਾਨ ਆ ਕੇ ਨਾਲ ਬਖਸ਼ਿਸ਼ਾਂ ਦੇ ਭਰਦੇ ਝੋਲੀਆਂ ਸਨ, ਉੱਥੇ ਔਰਤਾਂ ਬੱਚਿਆਂ ਸਣੇ ਸਭ ਨੂੰ ਥਾਂ ਪ੍ਰਸ਼ਾਦ ਦੇ ਮਿਲੀਆਂ ਗੋਲੀਆਂ ਸਨ। ਗੁਰੂ ਪਿਆਰ ਵਾਲਿਓ, ਉਹ ਥਾਂ ਜਿੱਥੇ ਲੋਕੀ ਆ ਕੇ ਸ਼ਰਧਾ ਦੇ ਨਾਲ ਸੀਸ ਝੁਕਾਉਂਦੇ ਸਨ, ਜਿਸ ਥਾਂ ਦੇ ਉੱਤੇ ਗੁਰੂ ਕੇ ਸਿੰਘ ਜੋ ਸਨ ਉਹ ਸ਼ਰਧਾ ਦੇ ਨਾਲ ਆ ਕੇ ਸੇਵਾ ਕਰਦੇ ਸਨ, ਉੱਥੇ ਉਹ ਸਾਰੇ ਦਾ ਸਾਰਾ ਦਰਬਾਰ ਸਾਹਿਬ ਦਾ ਜੋ ਇਲਾਕਾ ਸੀ ਧੂਆਂ ਧਾਰ ਹੀ ਸੀ, ਜੋ ਸੀ ਗੋਲਿਆਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੋੜ ਦਿੱਤਾ ਗਿਆ ਸੀ। ਦਰਸ਼ਨੀ ਡਿਓਢੀ ਦੀ ਤਬਾਹੀ ਸੀ, ਦਰਬਾਰ ਸਾਹਿਬ ਦੇ ਵਿੱਚ ਗੋਲੀਆਂ ਲੱਗੀਆਂ ਹੋਈਆਂ ਸਨ ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਗਿਆ। ਜਿਸ ਘਰ ਅੰਦਰ ਸ਼ਰਧਾਵਾਨ ਆ ਕੇ ਨਾਲ ਬਖਸ਼ਿਸ਼ਾਂ ਦੇ ਭਰਦੇ ਝੋਲੀਆਂ ਸਨ, ਉੱਥੇ ਔਰਤਾਂ ਬੱਚਿਆਂ ਸਣੇ ਸਭ ਨੂੰ ਥਾਂ ਪ੍ਰਸ਼ਾਦ ਦੇ ਮਿਲੀਆਂ ਗੋਲੀਆਂ ਸਨ। ਤਾਲ ਵਿੱਚ ਜੋ ਕਰਨ ਇਸ਼ਨਾਨ ਆਏ, ਨਾਲ ਲਹੂ ਦੇ ਖੂਬ ਇਸ਼ਨਾਨ ਹੋਏ। ਪੰਚਮ ਪਾਤਸ਼ਾਹ ਦੇ ਸ਼ਹੀਦੀ ਪੁਰਬ ਉੱਤੇ ਆਏ ਯਾਤਰੀ ਲਹੂ ਲੁਹਾਨ ਹੋਏ। ਪਰ ਇਹ ਗੱਲ ਕਹੀ ਜਾ ਰਹੀ ਹੈ ਇਤਨਾ ਜ਼ੁਲਮ ਕਰਨ ਤੋਂ ਬਾਅਦ ਕਿ ਤੁਸੀਂ ਇਸ ਨੂੰ ਭੁੱਲ ਜਾਓ। ਤੇ ਕਿਤੇ ਵਿਦਵਾਨ ਨੇ ਕਿਹਾ ਕਿਵੇਂ ਕਹਿਰ ਨੂੰ ਕਰਮ ਜਾ ਮੇਰੇ ਆਖਾਂ,
ਕਿਵੇਂ ਕਹਿਰ ਨੂੰ ਕਰਮ ਜਾਂ ਮੇਰ ਕਹੀਏ, ਐਡਾ ਜ਼ੁਲਮ ਭੁਲਾਇਆ ਨਹੀਂ ਜਾ ਸਕਦਾ। ਭਰਿਆ ਪਿਆ ਹੈ ਸਿੱਖਾਂ ਵਿੱਚ ਰੋਸ, ਜਿਹੜਾ ਸਦੀਆਂ ਤੀਕ ਭੁਲਾਇਆ ਨਹੀਂ ਜਾ ਸਕਦਾ। ਅੱਖਾਂ ਨਾਲ ਸਾਕਾ ਜਿਨ੍ਹਾਂ ਵੇਖਿਆ ਏ, ਰਤਿਆ ਉਹਨਾਂ ਦੇ ਲਹੂ ਤੇ ਮਾਸ ਅੰਦਰ, ਆਉਣ ਵਾਲੀਆਂ ਪੀੜ੍ਹੀਆਂ ਪੜਨਗੀਆਂ, ਲਿਖਿਆ ਗਿਆ ਹੈ ਹੁਣ ਇਹ ਇਤਿਹਾਸ ਅੰਦਰ। ਗੁਰੂ ਪਿਆਰ ਵਾਲਿਓ, ਇਹ ਸਾਡਾ ਇਤਿਹਾਸ ਬਣ ਗਿਆ ਅਤੇ ਇਹ ਜੋ ਘੱਲੂਘਾਰਾ ਹੈ ਇਹ ਦੂਜਿਆਂ ਦੋਹਾਂ ਨੂੰ ਵੀ ਮਾਤ ਪਾ ਗਿਆ, ਕਿਉਂਕਿ ਜਿੰਨੇ ਜ਼ੁਲਮ ਇਸ ਘੱਲੂਘਾਰੇ ਦੇ ਅੰਦਰ ਸ੍ਰੀ ਦਰਬਾਰ ਸਾਹਿਬ ਦੀ ਧਰਤੀ ਦੇ ਉੱਤੇ ਕੀਤੇ ਗਏ ਉਹ ਕਿਤੇ ਵੀ ਨਹੀਂ ਹੋਏ। ਸਿੱਖ ਹਿਰਦਿਆਂ ਤੇ ਹੋਏ ਘਾਉ ਡੂੰਘੇ, ਰਾਜੀ ਸਮੇਂ ਦੇ ਨਾਲ ਜ਼ਰੂਰ ਹੋ ਸਨ। ਬੇਸ਼ੱਕ ਜ਼ਖਮ ਕੁਝ ਘਟਣਗੇ ਮਿਟਣਗੇ ਵੀ, ਇਹ ਪਰ ਦਾਗ ਨਾ ਕਦੇ ਵੀ ਦੂਰ ਹੋ ਸਕ। ਇਹ ਕਦੀ ਨਹੀਂ ਹੋ ਸਕਦਾ ਕਿ ਇਤਨਾ ਜ਼ੁਲਮ ਜੋ ਕੀਤਾ ਗਿਆ ਇਸ ਨੂੰ ਗੁਰੂ ਕੇ ਸਿੰਘ ਕਿਤੇ ਭੁੱਲ ਜਾਣਗੇ। ਇਹ ਬਹੁਤ ਵੱਡਾ ਜ਼ੁਲਮ ਜੋ ਸੀ ਸਿੱਖਾਂ ਦੇ ਨਾਲ ਉਸ ਧਰਤੀ ਦੇ ਉੱਤੇ ਕੀਤਾ ਗਿਆ। ਔਰ ਇਸ ਦੇ ਨਾਲ ਜਿਹੜੀ ਅਸੀਂ ਅਗਲੀ ਗੱਲ ਦੇਖਦੇ ਹਾਂ ਕਿ ਜ਼ੁਲਮ ਕਿਤਨਾ ਸੀ ਕਿ ਫੌਜੀ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਪਾਗਲ ਹੋ ਚੁੱਕੇ ਨੇ। ਮੈਂ ਉਹ ਹਵਾਲੇ ਦੇਵਾਂਗਾ ਕਿ ਕਿਹਨਾਂ ਨੇ ਕੀ ਕਿਹਾ ਕਿ ਫੌਜ ਦੀ ਜਿਹੜੀ ਕਾਰਵਾਈ ਸੀ ਉਹ ਕਿਸ ਤਰ੍ਹਾਂ ਦੀ ਸੀ। ਲੇਕਿਨ ਉਸ ਤੋਂ ਪਹਿਲਾਂ ਜੋ ਚਸ਼ਮਦੀਦ ਗਵਾਹ ਨੇ ਜਿਨ੍ਹਾਂ ਨੇ ਉੱਥੇ ਜ਼ੁਲਮ ਨੂੰ ਦੇਖਿਆ ਹੋਇਆ ਸੀ, ਉਸ ਦਿਨ ਵੀ ਗੱਲ ਕੀਤੀ ਸੀ ਕਿ ਪਾਣੀ ਤੋਂ ਬਿਨਾਂ ਤੜਪਾ ਕੇ ਮਾਰਿਆ ਗਿਆ। ਜੋ ਬੇਪਤੀਆਂ ਕੀਤੀਆਂ ਗਈਆਂ ਬੀਬੀਆਂ ਦੀਆਂ, ਅੱਤ ਦਾ ਜ਼ੁਲਮ ਕੀਤਾ ਗਿਆ। ਲੇਕਿਨ ਕੁਝ ਜੋ ਲੋਕੀ ਜਿਨ੍ਹਾਂ ਦੇ ਅੱਜ ਸਾਡੇ ਕੋਲ ਬਿਆਨ ਟੈਲੀਵਿਜ਼ਨਾਂ ਦੇ ਉੱਤੇ ਵੀ ਨੇ, ਬਾਬਾ ਪਾਲਾ ਸਿੰਘ ਜੀ, ਉਹਨਾਂ ਨੇ ਜ਼ੁਲਮ ਦੀ ਦਾਸਤਾਨ ਸੁਣਾਉਂਦਿਆਂ ਕਿਹਾ ਤੇ ਅਕਾਲ ਟੀਵੀ ਦੇ ਉੱਤੇ ਰੋ ਪਏ ਨੇ, ਕਹਿਣ ਲੱਗੇ ਅੱਤ ਦਾ ਜ਼ੁਲਮ ਸੀ। ਪਾਣੀ ਤੋਂ ਬਿਨਾਂ ਤੜਪਾ ਕੇ ਮਾਰਿਆ ਜਾ ਰਿਹਾ ਸੀ, ਗੋਲੀਆਂ ਮਾਰੀਆਂ ਜਾ ਰਹੀਆਂ ਸਨ, ਹੱਥ ਪਿੱਛੇ ਬੱਧੇ ਹੋਏ ਸਨ, ਬੜਾ ਜ਼ੁਲਮ ਕੀਤਾ ਗਿਆ। ਲੇਕਿਨ ਉਹ ਰੋ ਪਏ ਕਿ 3 ਮਹੀਨੇ ਦਾ ਬੱਚਾ, ਉਸ ਨੂੰ ਪਕੜ ਕੇ ਪੈਰ ਦੇ ਥੱਲੇ ਰੱਖ ਕੇ ਫੌਜੀ ਨੇ ਦੂਜੀ ਲੱਤ ਹਾਥੀ ਪਕੜ ਕੇ ਪਾੜ ਕੇ ਸੁੱਟ ਦਿੱਤਾ। ਇਹ ਕੇਵਲ ਉਹਨਾਂ ਦੀ ਗਵਾਹੀ ਹੀ ਨਹੀਂ, ਇਹਨਾਂ ਦੇ ਨਾਲ ਹੋਰ ਵੀ ਗਵਾਹੀਆਂ ਨੇ ਜਿਨ੍ਹਾਂ ਨੇ ਆਪਣੀ ਅੱਖੀ ਕਿਤੇ ਫੌਜੀਆਂ ਨੂੰ ਬੱਚਿਆਂ ਨੂੰ ਪਾੜਦਿਆਂ ਚੁੱਕ ਕੇ ਕੰਧ ਦੇ ਉੱਤੇ ਮਾਰਦਿਆਂ ਜਾਂ ਮਾਂ ਦੀ ਛਾਤੀ ਦੇ ਉੱਤੇ ਗੋਲੀਆਂ ਮਾਰ ਕੇ ਜਾਂ ਚੁੱਕ ਕੇ ਹਵਾ ਵਿੱਚ ਉਡਾ ਕੇ ਥੱਲੇ ਗੋਲੀਆਂ ਮਾਰ ਕੇ ਛੇੜ ਦਿੱਤਾ। ਕੇਵਲ ਇਤਨਾ ਜ਼ੁਲਮ ਕਿ ਬੱਚਿਆਂ ਦੇ ਉੱਤੇ ਇਤਨਾ ਜ਼ੁਲਮ, ਇੱਥੇ ਤੱਕ ਕਿ ਪੌਂਟਾ ਸਾਹਿਬ ਤੋਂ ਇੱਕ ਅਧਿਆਪਕਾ ਜੋ 3 ਉੱਥੇ ਦੇ ਸਕੂਲ ਦੇ ਟੀਚਰ 2 ਜੋ ਸਨ ਉਹ ਅਧਿਆਪਕਾ ਇਸਤਰੀਆਂ ਸਨ, ਇੱਕ ਅਧਿਆਪਕ ਜੋ ਸੀ ਉਹ ਮੇਲ ਸੀ। 65 ਬੱਚਿਆਂ ਨੂੰ ਲੈ ਕੇ 2 ਤਰੀਕ ਨੂੰ ਉਹ ਦਰਬਾਰ ਸਾਹਿਬ ਆਏ, ਉੱਥੇ ਆ ਕੇ ਕਰਫਿਊ ਦੇ ਕਾਰਨ ਉਹ ਫਸ ਗਏ ਤੇ ਉਹ ਅਧਿਆਪਕਾ ਦੇ ਵਾਸਤੇ AR ਦਰਸ਼ੀ ਕਹਿੰਦਾ ਕਿ ਮੈਂ ਉਸ ਨੂੰ ਜੇਲ੍ਹ ਦੇ ਅੰਦਰ ਮਿਲਿਆ। ਉਸ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਜਦੋਂ ਪਾਣੀ ਮੰਗਦੇ ਸੀ ਪਾਣੀ ਨਹੀਂ ਸੀ ਦਿੱਤਾ ਜਾਂਦਾ ਤੇ ਕਹਿੰਦੇ ਨੇ ਕਿ ਦਰਵਾਜ਼ਾ ਖੋਲ ਕੇ ਇੱਕਦਮ ਗੋਲੀਆਂ ਚਲਾਈਆਂ ਗਈਆਂ। ਜੋ ਉਹ 65 ਬੱਚੇ ਸਨ ਉਹਨਾਂ ਦੇ ਵਿੱਚੋਂ 33 ਬੱਚੇ ਮੌਕੇ ਦੇ ਉੱਤੇ ਮਾਰੇ। 33 ਬੱਚੇ ਜੋ ਸਨ ਉਹ ਮੌਕੇ ਦੇ ਉੱਤੇ ਮਾਰੇ ਗਏ। ਉਹ ਮੇਲ ਜੋ ਟੀਚਰ ਸੀ ਉਹ ਵੀ ਮਾਰਿਆ ਗਿਆ। ਕਹਿੰਦੀ ਉਹਦੇ ਨਾਲ ਜੋ ਬਦਸਲੂਕੀ ਕੀਤੀ ਗਈ, ਉਹਦੀ ਪੱਤ ਲੁੱਟੀ ਗਈ। ਦੂਜੀ ਜੋ ਬੀਬੀ ਅਧਿਆਪਕ ਸੀ ਉਹਦਾ ਕੋਈ ਪਤਾ ਨਹੀਂ ਚੱਲਿਆ, ਭਾਈ ਲਾਸ਼ ਬਣਾ ਦਿੱਤੀ ਗਈ, ਉਹਦੀ ਅਸਮਤ ਲੁੱਟੀ ਗਈ। ਇਸੇ ਤਰੀਕੇ ਦੇ ਨਾਲ ਫਿਰ ਪਿੰਡ ਟਹਿਣਾ ਦੇ ਫਰੀਦਕੋਟ ਦੇ ਬਾਬਾ ਦਰਸ਼ਨ ਸਿੰਘ ਜੀ, ਉਹ ਉਸ ਵੇਲੇ ਇੱਕ ਜੋ ਲੰਗਰ ਵਾਲੇ ਬਾਬਾ ਜੀ ਸਨ ਉਹਨਾਂ ਦੇ ਨਾਲ ਰਿਹਾ ਕਰਦੇ ਸਨ, ਖੜਕ ਸਿੰਘ ਜੀ ਦੇ ਨਾਲ। ਉਹ ਕਹਿੰਦੇ ਨੇ ਕਿ ਸਾਨੂੰ ਜਦੋਂ ਹਾਲਾਤ ਖਰਾਬ ਹੋ ਗਏ ਸਾਨੂੰ ਕਿਹਾ ਗਿਆ ਤੁਸੀਂ ਅੰਦਰ ਆ ਜਾਓ, ਹਾਲਾਤ ਜੋ ਨੇ ਖਰਾਬ ਹੋ ਰਹੇ ਨੇ, ਲੰਗਰ ਦੇ ਅੰਦਰ ਆ ਜਾਓ। ਕਹਿੰਦੇ ਨੇ ਅਸੀਂ ਦੇਖਦੇ ਹਾਂ ਜਦੋਂ ਹੱਥ ਖੜੇ ਕਰਕੇ ਸੰਗਤਾਂ ਬਾਹਰ ਆ ਰਹੀਆਂ ਨੇ। ਇਹ 5 ਤਰੀਕ ਸ਼ਾਮ ਦੀ ਗੱਲ ਹੈ। ਉਸ ਵੇਲੇ ਆਪਰੇਸ਼ਨ ਅਕਾਲ ਤਖਤ ਸਾਹਿਬ ਵਾਲੇ ਪਾਸੇ ਜਾ ਚੁੱਕਿਆ ਸੀ ਅਤੇ ਇਹ ਜੋ ਇਲਾਕਾ ਸਰਾਂ ਵਾਲਾ ਤੇ ਜੋ ਇਹ ਤੇਜਾ ਸਮੁੰਦਰੀ ਹਾਲ ਵਾਲੇ ਇਲਾਕੇ ਸਨ ਇਹ ਕੱਟ ਲਏ ਗਏ ਸਨ। ਦਰਬਾਰ ਸਾਹਿਬ ਨੂੰ 2 ਹਿੱਸਿਆਂ ਵਿੱਚ ਵੰਡਿਆ ਗਿਆ ਹੋਇਆ ਸੀ। ਤੇ ਕਹਿੰਦਾ ਜਦੋਂ ਬੀਬੀ ਇੱਕ ਆਪਣੇ ਕੁੱਛੜ ਬੱਚਾ ਚੁੱਕਿਆ ਤੇ ਜਦੋਂ ਉਹ ਹੱਥ ਖੜੇ ਕਰਕੇ ਬਾਹਰ ਆ ਰਹੀ ਸੀ, ਮੇਰੇ ਸਾਹਮਣੇ ਉਸ ਬੀਬੀ ਨੂੰ ਗੋਲੀ ਮਾਰ ਦਿੱਤੀ। ਕਹਿਣ ਲੱਗਾ ਉਹ ਬੀਬੀ ਉੱਥੇ ਸ਼ਹੀਦ ਹੋ ਗਈ, ਉਹਨਾਂ ਦੇ ਆਪ ਗੋਲੀ ਲੱਗੀ ਹੋਈ ਸੀ, ਉਹ ਦੱਸ ਰਹੇ ਸਨ। ਇਹਨਾਂ ਦੇ ਨਾਲ ਹੀ ਪਿੰਡ ਸੰਗਲਾ ਦੇ ਜੱਗਾ ਸਿੰਘ ਜੋ ਕਿ ਦਰਬਾਰ ਸਾਹਿਬ ਦੇ ਵਿੱਚ ਆਪਣੀ ਨਵਾਂ ਟਰੱਕ ਲੈ ਕੇ 3 ਪਰਿਵਾਰ ਨਾਲ ਲੈ ਕੇ ਆਏ ਨੇ। ਕਹਿੰਦੇ ਨੇ ਅਸੀਂ ਜਦੋਂ ਦਰਬਾਰ ਸਾਹਿਬ ਪਹੁੰਚਦੇ ਹੀ ਹਾਲਾਤ ਦੇਖੇ, ਅਸੀਂ ਵਾਪਸ ਜਾਣਾ ਚਾਹਿਆ, ਫੌਜ ਨੇ ਸਾਨੂੰ ਵਾਪਸ ਨਹੀਂ ਜਾਣ ਦਿੱਤਾ। ਇਹ ਗੱਲ ਸੋਚਣ ਵਾਲੀ ਹੈ ਕਿ ਜੋ ਆ ਰਿਹਾ ਸੀ ਉਹਨੂੰ ਜਾਣ ਨਹੀਂ ਸੀ ਦਿੱਤਾ ਜਾਂਦਾ, ਅੰਦਰੋਂ ਬਾਹਰ ਜੋ ਸੀ ਨਹੀਂ ਸੀ ਨਿਕਲਣ ਦਿੱਤਾ ਜਾਂਦਾ। ਕਹਿੰਦੇ ਸਾਨੂੰ ਰੋਕ ਲਿਆ ਗਿਆ, ਅਸੀਂ ਰਾਤ ਪਰਿਕਰਮਾ 'ਚ ਲੇਟੇ। ਜਦੋਂ ਅਸੀਂ ਰਾਤ ਪਰਿਕਰਮਾ 'ਚ ਸੀ ਤੇ ਸਾਡੇ ਕੋਲ ਸਿੰਘ ਆ ਗਏ, ਉਹਨਾਂ ਨੇ ਆ ਕੇ ਕਿਹਾ ਤੁਸੀਂ ਸਰਾਂ ਵਾਲੇ ਪਾਸੇ ਚਲੇ ਜਾਓ, ਹਾਲਾਤ ਖਰਾਬ ਨੇ, ਫੌਜ ਕਿਸੇ ਵੇਲੇ ਵੀ ਪਰਿਕਰਮਾ 'ਚ ਆ ਜਾਵੇਗੀ, ਤੁਸੀਂ ਉਸ ਪਾਸੇ ਨੂੰ ਨਿਕਲ ਜਾਓ। ਕਹਿੰਦੇ ਅਸੀਂ ਛੁਪਦੇ ਛੁਪਾਉਂਦੇ ਲੁਕਦੇ ਲੁਕਾਉਂਦੇ ਜਿਹੜੇ ਉੱਥੇ ਸੀ ਕੁਝ ਬੰਦੇ, ਅਸੀਂ ਚੱਲ ਪਏ। ਉਹਦੇ ਚੋਂ ਕੁਝ ਜੋ ਉਹ ਰਸਤੇ ਦੇ ਵਿੱਚ ਹੀ ਪਰਿਕਰਮਾ 'ਚੋਂ ਨਿਕਲਦਿਆਂ ਲੰਗਰ ਹਾਲ ਦੇ ਸਾਹਮਣੇ ਜਾਂ ਦੂਜੇ ਪਾਸੇ ਜੋੜਾ ਘਰ ਵਾਲਾ ਪਾਸਾ ਜੋ ਹੈ ਉਸ ਪਾਸੇ ਕੋਈ ਸ਼ਹੀਦ ਹੋ ਗਏ। ਕਹਿੰਦੇ ਅਸੀਂ ਜਦੋਂ ਉੱਥੇ ਪਹੁੰਚੇ, ਕਮਰੇ ਜੋ ਸਨ ਉਹਨਾਂ ਨੂੰ ਪੂਰੀ ਤਰੀਕੇ ਨਾਲ ਭਰਿਆ ਹੋਇਆ ਸੀ। ਜਿੱਥੇ 20 ਆਦਮੀ ਸਨ ਉੱਥੇ 50-50 ਆਦਮੀ ਵਾੜੇ ਹੋਏ ਸਨ। ਕਹਿੰਦਾ ਅਸੀਂ ਜਿਸ ਕਮਰੇ ਦੇ ਵਿੱਚ ਵਾੜੇ ਗਏ, ਜਦੋਂ ਪਾਣੀ ਮੰਗਿਆ ਜਾਵੇ ਸਾਨੂੰ ਪਾਣੀ ਨਹੀਂ ਸੀ ਦਿੱਤਾ ਜਾਂਦਾ।
इतना जुल्म। कहते फिर एकदम दूजे दिन सानू किया गया तुसी निकले हथ खड़े करके बाहर आ रहे सी, एकदम गोली चलाई गई। वो कहते ने उत्थे 50-60 आदमी साडे नाल दा उत्थे ढेर हो गया। कहते उहदे चों जिहड़ा कोई उठ रहा सी जख्मी, किसी नूं गोली लगी डिग्गिया उठ रहा है, उहनूं उतों दी गोली मारती। उहनां दी ज़बानी जिहड़ा बुड़क के उठदा उहनूं गोली मार दित्ती। कहते फिर हालात होए उहनां दी लत्त 'च गोली लग गई। उहनां नूं किसी नौजवान ने चुकिया। वो कहते सानू फिर दूजे दिन शाम 3 बजे, सवेरे 5 बजे गोलियां मारियां, शाम 3 बजे कोई सानू चाह नहीं, कोई पानी नहीं, तड़प रहे पानी वास्ते। ते सानू दूजे दिन शाम नूं 3 बजे गड्डियां 'च बिठा के ले जाया गया। जिस थां दे उत्ते छड्डिया गया, 1 हफ्ता साडे जो सन जख्म तक नहीं दिखे गए, जख्मां दे अंदर कीड़े तक पै गए। इन्नी जो जुल्म सी उस धरती दे उत्ते उस वेले कीता गया। गुरु प्यार वालिओ, इस जुल्म नूं भुलाया जावे, किवें भुलाया जा सकदा है? कदी भी ये जुल्म जो है भुलाया नहीं जा सकदा। जदों असीं अतिंद्रपाल सिंह जी उन्हां ने जो 14 जून नूं टू पंथ खालसा एक चिट्ठी लिखी, जो साबका मैंबर पार्लीमेंट ने, उन्हां दे मुताबिक तकरीबन 7.5 लाख रुपया हिंदू जो ऑर्गेनाइजेशन सन उन्हां ने जो सी फौज नूं दिता संतां नूं मारन वास्ते, उस ऑपरेशन वास्ते। उस थां दे उत्ते आके भंगड़े पाए गए। हत्थ दा जुल्म करन तो बाद ये लोकी जो सन ये सिखां दे उत्ते नाल होके जुल्म करा के नाल खुश हो रहे सन। 9 जून नूं 2 सिख फौजियां ने जो श्री अकाल तख्त साहब दे उत्ते जिन्हां दी ड्यूटी लगी हुई सी, वो दसदे ने जो रिपोर्ट्स मिलियां अतिंद्रपाल सिंह जी ने जिहड़ा ਉਹਦੇ ਵਿੱਚ ਲਿਖਿਆ ਹੈ कि ਉਹਨਾਂ ने जो ਉੱਥੇ बीड़ियां पी रहे, शराबां पी रहे, बूटां सने जो फौजी सन ਉਹਨਾਂ ਨੂੰ ਨਾ ਬਰਦਾਸ਼ਤ ਕਰਦੇ ਹੋਏ ਗੋਲੀ ਚਲਾ ਕੇ ਲਗਭਗ 35 ਜੋ ਲੋਕੀ ਸਨ ਉਹ ਉੱਥੇ ਉਹਨਾਂ ਨੇ ਮਾਰ ਦਿੱਤੇ। ਫੌਜੀ ਜੋ ਸਨ ਉਹ ਮਾਰ ਦਿੱਤੇ ਤੇ 500 ਕਰੋੜ ਰੁਪਇਆ ਉਹਨਾਂ ਦੇ ਮੁਤਾਬਕ ਜੋ ਗੁਰੂ ਘਰ ਦਾ ਸੀ ਉਹ ਜੋ ਉਸ ਸਮੇਂ ਦੀ ਸਰਕਾਰ, ਉਸ ਸਮੇਂ ਦੀ ਜੋ ਫੌਜ ਸੀ ਉਹ ਲੁੱਟ ਕੇ ਲੈ ਗਈ। ਅਤੇ ਇਹਦੇ ਵਿੱਚ ਕੋਈ ਸ਼ੱਕ ਦੀ ਗੱਲ ਨਹੀਂ ਕਿ ਅਸੀਂ ਕਹੀਏ ਕਿ ਭਾਈ ਲੁੱਟ ਖਸੁੱਟ ਜੋ ਸੀ ਉਹ ਨਹੀਂ ਕੀਤੀ ਗਈ। ਇਹਦੇ ਵਾਸਤੇ ਇੱਕ ਜੋ ਕੇਸ ਹੈ, ਉਸ ਕੇਸ ਦਾ ਸੁਪਰੀਮ ਕੋਰਟ ਨੇ ਜੋ ਫੈਸਲਾ ਵੀ ਕੀਤਾ ਹੈ, ਉਹਦੇ ਵਿੱਚ ਇੱਕ ਜੋ ਉੱਥੇ ਦੀ ਫੌਜ ਹੈ ਜਸਟਿਸ AK ਸਿਕਰੀ ਐਂਡ ਅਸ਼ੋਕ ਭੂਸ਼ਣ, ਇਹ ਸੁਪਰੀਮ ਕੋਰਟ ਦੇ ਜੋ ਨੇ ਇਹਨਾਂ ਨੇ ਕੰਵਰ ਅਮਰੇਸ਼ਵਰ ਸਿੰਘ ਵਰਸਸ ਗਵਰਨਮੈਂਟ ਦੇ ਇੱਕ ਕੇਸ ਵਿੱਚ ਫੈਸਲਾ ਦਿੱਤਾ ਹੈ ਕਿ ਇਹ ਜੋ ਫੌਜੀ ਹੈ, ਇਹ ਮੇਜਰ ਜੋ ਸੀ, ਇਸ ਨੂੰ ਆਪਣਾ ਜੋ ਸੀਨੀਅਰ ਸੀ ਉਸਨੇ ਉੱਥੋਂ 4 ਚੀਜ਼ਾਂ ਚੁੱਕ ਕੇ ਲਿਜਾਉਣ ਵਾਸਤੇ ਕਿਹਾ, ਬਾਕੀ ਤੇ ਸਭ ਕੁਝ ਲੁੱਟਿਆ ਗਿਆ। ਹੁਣ ਦੇਖਿਓ ਸਟੈਂਡਰਡ ਕੀ ਸੀ ਕਿ ਉਹਨਾਂ 4 ਚੀਜ਼ਾਂ ਦੇ ਅੰਦਰ ਕਿਹੜੀਆਂ ਚੀਜ਼ਾਂ ਚੁੱਕੀਆਂ ਗਈਆਂ। ਜਿਹੜਾ ਲੈਫਟੀਨੈਂਟ ਕਰਨਲ ਪਨੀਕਰ ਸੀ ਉਸਨੇ ਕੈਪਟਨ ਰਾਜੀਵ ਚੋਪੜਾ ਨੂੰ ਕਿਹਾ ਕਿ ਭਾਈ ਤੁਸੀਂ ਇਥੋਂ ਇਹ 4 ਚੀਜ਼ਾਂ ਯਾਦਾਸ਼ਤ ਦੇ ਉੱਤੇ ਲੈ ਚਲੋ, ਯੂਨਿਟ ਲਾਈਨ ਜਲੰਧਰ ਦੇ ਅੰਦਰ ਰੱਖਣੀਆਂ ਨੇ। ਉਹਦੇ ਵਿੱਚ ਵੀਡੀਓ ਕੈਸੇਟ ਰਿਕਾਰਡਰ ਸੀ, ਅਕਾਈ ਦਾ ਇੱਕ ਡੈਕ ਸੀ, ਇੱਕ 3 ਮਿਊਜ਼ਿਕ ਸਿਸਟਮ ਸੀ, 1 in 3 ਮਿਊਜ਼ਿਕ ਸਿਸਟਮ ਸੀ, ਇੱਕ ਕਲਰ ਟੈਲੀਵਿਜ਼ਨ ਸੀ। ਇਹ ਉਹ ਚੁੱਕ ਕੇ ਲੈ ਗਏ, ਬਾਕੀ ਤਾਂ ਫੌਜ ਨੇ ਜੋ ਲੁੱਟਣਾ ਸੀ ਲੁੱਟ ਲਿਆ। ਕਹਿੰਦੇ ਨੇ ਫਿਰ ਉਸ ਨੂੰ ਉਹਦੇ ਉੱਤੇ ਚਾਰਜਿਸ ਲਗਾ ਕੇ ਬਾਅਦ ਕਿਤੇ ਇਹਨਾਂ ਦਾ ਵਿਗਾੜ ਪੈ ਗਿਆ, ਉਹਨੂੰ ਜੋ ਸੀ ਪ੍ਰਮੋਸ਼ਨ ਨਹੀਂ ਦਿੱਤੀ ਗਈ। ਉਸ ਬੰਦੇ ਨੇ ਸੁਪਰੀਮ ਕੋਰਟ ਦੇ ਅੰਦਰ ਕੇਸ ਕੀਤਾ ਤੇ ਜਿਸ ਦੇ ਵਿੱਚ ਜਸਟਿਸ AK ਸਿਕਰੀ, ਜਸਟਿਸ ਅਸ਼ੋਕ ਭੂਸ਼ਣ ਦੇ ਬੈਂਚ ਨੇ ਇਹਨਾਂ ਇਸ ਦੇ ਹੱਕ ਦੇ ਵਿੱਚ ਫੈਸਲਾ ਦੇ ਕੇ ਆਫਟਰ ਰਿਟਾਇਰਮੈਂਟ ਜੋ ਸੀ ਇਸ ਨੂੰ ਜੋ ਸੀ ਉਹ ਪ੍ਰਮੋਸ਼ਨ ਦਵਾਈ। ਇੱਥੇ ਤੱਕ ਜੋ ਸੀ ਲੁੱਟ ਖਸੁੱਟ ਜੋ ਸੀ ਉਹ ਉੱਥੇ ਕੀਤੀ ਜਾ ਰਹੀ ਸੀ। ਕੀਤੀ ਕਿਹਦੇ ਵਾਸਤੇ ਜਾ ਰਹੀ ਸੀ? ਇੱਕ ਸੰਤ ਜਰਨੈਲ ਸਿੰਘ ਦੇ ਨਾਂ ਦੇ ਉੱਤੇ, ਜਿਨ੍ਹਾਂ ਦੇ ਖਿਲਾਫ ਭਾਰਤ ਵਰਸ਼ ਦੇ ਕਿਸੇ ਥਾਣੇ ਦੇ ਅੰਦਰ ਕੋਈ ਕੇਸ ਦਰਜ ਨਹੀਂ ਸੀ, ਕੋਈ FIR ਦਰਜ ਨਹੀਂ ਸੀ, ਕਿਸੇ ਅਦਾਲਤ ਦੇ ਅੰਦਰ ਕੋਈ ਕੇਸ ਨਹੀਂ ਸੀ ਚੱਲ ਰਿਹਾ। ਇਤਨਾ ਜ਼ੁਲਮ ਜੋ ਸੀ ਉਹ ਉੱਥੇ ਕੀਤਾ ਜਾ ਰਿਹਾ ਸੀ। ਤੇ ਉਹਨਾਂ ਦਾ ਕਰਮ ਕੀ ਸੀ? ਉਹ ਕਰ ਕੀ ਰਹੇ ਸਨ? ਕਿਸੇ ਵਿਦਵਾਨ ਨੇ ਬੜਾ ਸੁੰਦਰ ਲਿਖਿਆ ਕਿ ਇਹ ਸਿੱਖਾਂ ਨੂੰ ਸਿੱਖੀ ਵਿੱਚ ਰਹੋ ਪੂਰੇ, ਜੇ ਉਹ ਸਿੰਘ ਸਜਾਏ ਤਾਂ ਅੱਤਵਾਦੀ, ਇੱਕ ਦਿਨ ਵਿੱਚ ਕਈ ਹਜ਼ਾਰਾਂ ਤਾਈਂ, ਜੇ ਉਹ ਅੰਮ੍ਰਿਤ ਛਕਾਏ ਤਾਂ ਅੱਤਵਾਦੀ, ਜਿਹੜੇ ਬੇਮੁਖ ਗੁਰੂ ਤੋਂ ਹੋ ਰਹੇ ਨੇ ਗੁਰੂ ਵਾਲੇ ਬਣਾਏ ਤਾਂ ਅੱਤਵਾਦੀ, ਔਰ ਕੌਮ ਨੂੰ ਲਗਾ ਸ਼ਰਾਬ ਵਾਲਾ, ਜੇ ਉਹ ਨਸ਼ੇ ਛਡਾਏ ਤਾਂ ਅੱਤਵਾਦੀ, ਇਹ ਕਰਮ ਕਰਨ ਵਾਲਾ ਜੋ ਹੈ ਅੱਤਵਾਦੀ। ਆਓ ਇਹ ਕਰਮ ਕਰਨ ਲਈ ਸਾਰੇ ਬਣ ਜਾਈਏ, ਅੰਮ੍ਰਿਤ ਛਕ ਕੇ ਖੰਡੇ ਬਾਟੇ ਦਾ ਅਸੀਂ ਅੱਤਵਾਦੀ ਸਾਰੇ ਬਣ ਜਾਈਏ। ਇਹ ਕਹਿਣ ਤੋਂ ਬਾਅਦ ਕਿ ਉਹ ਗੁਰਮਤ ਦੀਆਂ ਗੱਲਾਂ, ਗੁਰਮਤ ਦਾ ਪ੍ਰਚਾਰ ਕਰਨ ਵਾਲਾ, ਧਰਮ ਦੀ ਗੱਲ ਕਰਨ ਵਾਲਾ, ਆਪਣੇ ਧਰਮ ਦੇ ਵਾਸਤੇ ਮਰਨ ਵਾਲਾ, ਆਪਣੇ ਧਰਮ ਦੇ ਵਾਸਤੇ ਜੋ ਸੀ ਮੰਗ ਕਰਨ ਵਾਲਾ, ਉਸ ਨੂੰ ਅੱਤਵਾਦੀ ਕਰਕੇ ਪੇਸ਼ ਕੀਤਾ ਜਾ ਰਿਹਾ ਸੀ। ਤੇ ਇਤਨਾ ਜ਼ੁਲਮ ਜੋ ਸੀ ਉੱਥੇ ਕੀਤਾ ਗਿਆ। ਗੁਰੂ ਪਿਆਰ ਵਾਲਿਓ, ਉਹਨਾਂ ਦੇ ਉੱਤੇ ਤੇ ਦੁੱਖ ਕੋਈ ਨਹੀਂ, ਉਹ ਤੇ ਸ਼ੁਰੂ ਤੋਂ ਹੀ ਉਹਨਾਂ ਦਾ ਇਤਿਹਾਸ ਸੀ। ਇਸੇ ਤਰੀਕੇ ਦਾ ਜ਼ੁਲਮ ਜੋ ਸਨ ਉਹ ਕਰਦੇ ਰਹੇ ਹਮੇਸ਼ਾ। ਜੋ ਨੇ ਉਹ ਸਮੇਂ ਦੇ ਨਾਲ ਵਿਦੇਸ਼ਾਂ ਦੇ ਨਾਲ ਮਿਲ ਕੇ, ਵਿਦੇਸ਼ੀਆਂ ਦੇ ਨਾਲ ਮਿਲ ਕੇ, ਕਿਤੇ ਅੰਗਰੇਜ਼ਾਂ ਦੇ ਨਾਲ ਮਿਲ ਕੇ ਉਹਨਾਂ ਨੇ ਸਿੱਖਾਂ ਦੇ ਉੱਤੇ ਤਾਂ ਜ਼ੁਲਮ ਕੀਤਾ,
ਪਰ ਹਾਲਾਤ ਇਹ ਨੇ ਕਿ ਜਿਨ੍ਹਾਂ ਲੋਕਾਂ ਦੇ ਉੱਤੇ ਯਕੀਨ ਸੀ ਆਪਣੇ ਨੇ, ਜਿਨ੍ਹਾਂ ਨੇ ਦੁਨੀਆ ਨੂੰ ਆਪਣੇ ਨਾਲ ਹੋਇਆ ਜ਼ੁਲਮ ਦੱਸਣਾ ਸੀ, ਜਿਨ੍ਹਾਂ ਨੇ ਇਸ ਘੱਲੂਘਾਰੇ ਤੋਂ ਬਾਅਦ ਸੇਧ ਦੇਣੀ ਸੀ, ਉਹ ਨਹੀਂ ਚੰਗੇ ਸਾਬਤ ਹੋ ਸਕੇ। ਉਹਨਾਂ ਨੇ ਕੌਮ ਦੇ ਨਾਲ ਧਰੋਹ ਕੀਤਾ। ਕਿਸੇ ਨੇ ਬੜਾ ਸੋਹਣਾ ਕਿਹਾ ਕਿ ਠੀਕ ਹੈ, ਜ਼ਾਲਮ ਨੇ ਜ਼ੁਲਮ ਕਰ ਲਿਆ। ਉਹਨੇ ਸੋਚਿਆ ਕਿ ਸਾਡੇ ਜ਼ੁਲਮ ਤੋਂ ਬਾਅਦ ਸ਼ਾਇਦ ਇਹ ਮਿਟ ਜਾਣਗੇ, ਪਰ ਜੋ ਜੁਝਾਰੂ ਬਿਰਤੀ ਹੈ, ਜਿਨ੍ਹਾਂ ਦੇ ਅੰਦਰ ਆਜ਼ਾਦ ਰਹਿਣ ਦੀ ਤੜਪ ਹੈ, ਜਿਨ੍ਹਾਂ ਨੇ ਕਦੀ ਗੁਲਾਮੀ ਨੂੰ ਸਵੀਕਾਰ ਨਹੀਂ ਕੀਤਾ, ਉਹ ਕਦੀ ਵੀ ਚੁੱਪ ਕਰਕੇ ਬਹਿਣ ਵਾਲੇ ਨਹੀਂ ਹੋਇਆ ਕਰਦੇ, ਕਿਉਂਕਿ ਉਹਦੇ ਵਾਸਤੇ ਇਤਿਹਾਸ ਗਵਾਹੀ ਭਰਦਾ ਹੈ ਕਿ ਉਹ ਹਮੇਸ਼ਾ ਜ਼ਾਲਮ ਨੂੰ ਵੰਗਾਰ ਕੇ ਇਹ ਗੱਲ ਕਹਿੰਦੇ ਨੇ ਕਿ ਭਾਈ ਜਿੰਨਾ ਤੂੰ ਜ਼ੁਲਮ ਕਰ ਸਕਦਾ ਹੈ ਉਨਾ ਜ਼ੁਲਮ ਤੂੰ ਕਰ, ਪਰ ਤੂੰ ਜ਼ੁਲਮ ਕਰਕੇ ਥੱਕ ਜਾਵੇਂਗਾ। ਅਸੀਂ ਜੋ ਹੈ ਜ਼ੁਲਮ ਸਹਾਰਨ ਵਾਲੇ ਕਦੀ ਥੱਕਾਂਗੇ ਨਹੀਂ, ਕਦੀ ਅੱਕਾਂਗੇ ਨਹੀਂ। ਅਤੇ ਇਹ ਸਿੱਖ ਇਤਿਹਾਸ ਵੀ ਇਸ ਗੱਲ ਦੀ ਗਵਾਹੀ ਭਰਦਾ ਸੀ। ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਸਿੱਖਾਂ ਦੇ ਅੰਦਰ ਇਹੋ ਜਿਹੀ ਰੂਹ ਫੂਕੀ ਹੋਈ ਸੀ, ਇਹੋ ਜਿਹੀ ਸ਼ਕਤੀ ਭਰੀ ਹੋਈ ਸੀ, ਪਰ ਉਹ ਸੁਨੇਹਾ ਦੇ ਰਹੇ ਸਨ, ਕਿਨਾਰਾ ਅੱਖੀਓਂ ਓਲੇ, ਕਿਨਾਰਾ ਕਰ ਗਏ ਚੱਪੂ, ਫਸੀ ਮੰਝ ਧਾਰ ਵਿੱਚ ਬੇੜੀ, ਮੋਹਾਨੇ ਦੂਰ ਬੈਠੇ ਨੇ, ਜਿਨ੍ਹਾਂ ਦੀ ਆਸ ਸੀ ਤੂਫਾਨ ਚੋਂ ਕੱਢ ਸਨ, ਉਹ ਇੱਕ ਆਉਣ ਦੇ ਹੁਲੇ ਨਾਲ ਹੋ ਕੇ ਚੂਰ ਬੈਠੇ ਨੇ। ਇਹਨਾਂ ਦੁੱਧ ਪੀਣੇ ਮਜਰੂਆਂ ਤੋਂ ਆਸ ਚੋਖੀ ਸੀ, ਮਗਰ ਲਹੂ ਦੇਣ ਤੋਂ ਪਹਿਲਾਂ ਹੋਏ ਮਫਰੂਰ ਬੈਠੇ ਨੇ। ਗੁਰੂ ਗੋਬਿੰਦ ਸਿੰਘ ਜੋ ਤੈਥੋਂ ਪੀਂਦੇ ਪੌਲ ਖੰਡੇ ਦੀ, ਉਹ ਅੱਜ ਗੈਰਾਂ ਤੋਂ ਘੁੱਟ ਪੀ ਕੇ ਹੋਏ ਮਸਰੂਰ ਬੈਠੇ ਨੇ। ਇਹਨਾਂ ਨੂੰ ਕੌਣ ਸਮਝਾਏ ਪਰਾਈ ਆਸ ਦੇ ਉੱਤੇ, ਜੋ ਫੜਨਾ ਚਾਹਣ ਮੱਛੀ ਨੂੰ, ਉਹ ਮਾਈ ਗੀਰ ਰੋਂਦੇ ਨੇ। ਕਦਮ ਗੈਰਾਂ ਦੀ ਚੁੰਮਦੀ ਚੱਟ ਦੀ, ਕਮਾਨ ਕੀ ਜਾਣੇ ਕਿਸ ਦੀ ਉਸ ਦਿਲੀ ਵਿੱਚ ਤੀਰ ਰੋਂਦੇ ਨੇ। ਇੱਕ ਆਗੂ ਚਾਹੀਦਾ ਸੀ ਜਿਹੜਾ ਕੌਮ ਨੂੰ ਸੰਭਾਲ ਲੈਂਦਾ, ਜਿਹੜਾ ਇਸ ਹੋਏ ਜ਼ੁਲਮ ਦਾ ਜੋ ਸੀ ਜ਼ਾਲਮਾਂ ਦੇ ਕੋਲੋਂ ਹਿਸਾਬ ਲੈ ਲੈਂਦਾ। ਪਰ ਇਹ ਲੋਕੀ ਜੋ ਸਨ, ਇਹ ਆਪਣੀ ਜ਼ਮੀਰ ਵੇਚ ਚੁੱਕੇ ਸਨ, ਅਤੇ ਕੌਮ ਦੇ ਨਾਲ ਜੋ ਸੀ ਇੱਕ ਧਰੋਹ ਇਹਨਾਂ ਲੋਕਾਂ ਨੇ ਉਸ ਵੇਲੇ ਕੀਤਾ। ਪਰ ਜੋ ਸਿੱਖ ਸੀ ਵਿਰਸਾ ਆਵਾਜ਼ ਦੇ ਰਿਹਾ ਸੀ ਕਿ ਭਈ ਇੱਕ ਗੱਲ ਚੇਤੇ ਰੱਖਿਓ ਕਿ ਅਸੀਂ ਉਹ ਕੌਮ ਨਹੀਂ ਜਿਨ੍ਹਾਂ ਦੇ ਧਾਰਮਿਕ ਸਥਾਨ ਨੂੰ ਕੋਈ ਆ ਕੇ ਲੁੱਟ ਕੇ ਲੈ ਜਾਏ, ਜਿਸ ਦੀਆਂ ਬਹੁ ਬੇਟੀਆਂ ਨੂੰ ਕੋਈ ਗਈਨੀ ਦੇ ਬਾਜ਼ਾਰਾਂ ਵਿੱਚ ਵਿਚਲੇ, ਅਸੀਂ ਚੁੱਪ ਕਰਕੇ ਇਹਨਾਂ ਨੂੰ ਬਰਦਾਸ਼ਤ ਕਰੀਏ। ਇਹ ਤਾਂ ਜਵਾਬ ਦੇ ਰਿਹਾ ਸੀ ਸੁੱਖਾ ਸਿੰਘ ਮਹਿਤਾਬ ਸਿੰਘ ਨੇ। ਮੱਸਾ ਰੰਗੜ ਜਾ ਝਟਕਾਇਆ, ਖਾਨ ਵਜੀਦਾ ਅਸੀਂ ਮਾਰਿਆ, ਅਹਿਮਦ ਸ਼ਾਹ ਨੂੰ ਅਸੀਂ ਝਟਕਾਇਆ, ਜਿਸ ਨੇ ਵੀ ਸਾਨੂੰ ਨਿਉਂਦਰਾ ਪਾਇਆ ਅਸੀਂ ਚੋਬਨਾ ਕਰ ਪਰਤਾਇਆ, ਉੱਚੀ ਧੌਣ ਉਠਾ ਨਹੀਂ ਸਕਿਆ, ਜਿਸ ਨੂੰ ਵੀ ਅਸੀਂ ਧੌਣੋਂ ਪੜਿਆ, ਜੋ ਸਾਡੇ ਤੇ ਵਾਰ ਹੈ ਕਰਦਾ, ਉਹਨੇ ਸਾਡਾ ਇਤਿਹਾਸ ਨਹੀਂ ਪੜਿਆ। ਗੁਰੂ ਪਿਆਰ ਵਾਲਿਓ, ਗੁਰੂ ਕੇ ਸਿੰਘਾਂ ਨੇ ਸੀਸ ਜੋ ਸੰਤਲੀਆਂ ਦੇ ਉੱਤੇ ਰੱਖ ਲਏ ਅਤੇ ਸੁਨੇਹਾ ਦਿੱਤਾ, ਜਦੋਂ ਕੋਈ ਕਹਿੰਦਾ ਭੁੱਲ ਜਾਓ, ਛੱਡ ਦਿਓ, ਇੰਨੇ ਵੱਡੀ ਸਰਕਾਰ ਦੇ ਨਾਲ ਮੱਥਾ ਲਾ ਕੇ ਬਚੋਗੇ ਕਿਵੇਂ, ਕੁਝ ਨਹੀਂ ਹੋਣ ਵਾਲਾ। ਤੇ ਫਿਰ ਇੱਕ ਜਵਾਬ ਹੁੰਦਾ ਸੀ, ਜ਼ਖਮ ਤਾਜੇ ਨੇ ਤਾਜੇ ਰਹਿਣ ਦੇ, ਮਲਮ ਨਾ ਲਾ ਕਾਸਦ, ਮਤਾ ਕੋਈ ਚੀਜ਼ ਗੈਰਤ ਦੀ, ਸ਼ਮਾ ਮੁੜ ਕੇ ਜਲਾ ਦੇਵੇ, ਮੇਰੇ ਪਿੰਡੇ ਤੇ ਵਰੀਆਂ ਡਾਂਗਾਂ ਗੋਲੀਆਂ ਦੀ ਸੁਰਖੀ ਚੋਂ, ਮਤਾ ਕੋਈ ਲੀਕ ਚਾਨਣ ਦੀ, ਮੇਰੀ ਮੰਜ਼ਿਲ ਦਿਖਾ ਦੇਵੇ, ਮਗਰ ਜਲਾਦ ਨੂੰ ਕਹਿ ਦੇ ਹਮੇਸ਼ਾ ਰਾਤ ਨਹੀਂ ਰਹਿੰਦੀ, ਸੰਭਲ ਮਤ ਕਿਰਨ ਸੂਰਜ ਦੀ, ਤੇਰੀ ਹਸਤੀ ਮਿਟਾ ਦੇਵੇ, ਜਿਨ੍ਹਾਂ ਬਾਦਲਾਂ ਦੀ ਛਾਂ ਹੇਠਾਂ ਬਣਾਈ ਆਲਣਾ ਆਪਣਾ, ਮਤਾ ਉਹਨਾਂ ਦੀ ਬੁੱਕਲ ਚੋਂ ਕੋਈ ਬਿਜਲੀ ਗਿਰਾ ਦੇ। ਇਹ ਤਾਂ ਜ਼ਾਲਮ ਨੂੰ ਕਹਿ ਰਹੇ ਸਨ, ਭਾਈ ਜਿਸ ਬੱਦਲ ਦੀ ਛਾਂ ਵਿੱਚ ਬੈਠਾ ਹੈ, ਦੇਖੇ ਕਿ ਤੋਂ ਬਿਜਲੀ ਨਾ ਗਿਰ ਜਾਵੇ। ਅਤੇ ਉਹ ਸੱਚ ਹੋਇਆ, ਉਹ ਸਾਡੇ ਸਾਹਮਣੇ ਹੋਇਆ ਕਿ ਫਿਰ ਭਾਈ ਬੇਅੰਤ ਸਿੰਘ ਸਤਵੰਤ ਸਿੰਘ, ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਬਣ ਕੇ ਉਹਨਾਂ ਨੇ ਸਮੇਂ ਦੀ ਉਸ ਜ਼ਾਲਮ ਨੂੰ ਜੋ ਸੀ ਸੋਧਾ ਲਾਇਆ, ਅਤੇ ਪੰਥ ਦੀ ਜੋ ਰਵਾਇਤ ਸੀ, ਅਮੀਰ ਜੋ ਵਿਰਸਾ ਸੀ, ਉਸ ਨੂੰ ਸਦੀਵੀ ਤੌਰ ਦੇ ਉੱਤੇ ਉਹਨਾਂ ਗੁਰਮੁਖਾਂ ਨੇ ਜੀਵਤ ਰੱਖਿਆ। ਤੇ ਗੁਰੂ ਪਿਆਰ ਵਾਲਿਓ, ਉੱਥੇ ਉਸ ਸੰਘਰਸ਼ ਦੇ ਅੰਦਰ ਜਿੱਥੇ ਅਸੀਂ ਬਾਕੀ ਜੁਝਾਰੂਆਂ ਨੂੰ ਚੇਤੇ ਕਰਦੇ ਹਾਂ, ਉੱਥੇ ਉਹ ਸਿੰਘਣੀਆਂ ਜਿਨ੍ਹਾਂ ਨੇ ਇਸ ਘੋਲ ਦੇ ਅੰਦਰ ਆਪ ਜ਼ਾਲਮ ਦੇ ਨਾਲ ਜੂਝੇ ਦੀਆਂ ਸ਼ਹੀਦੀ ਕੀਤੀ, ਜਿਨ੍ਹਾਂ ਦੇ ਕੁਝ ਕੋ ਨਾਂ ਸਾਡੇ ਕੋਲ ਆਉਂਦੇ ਨੇ। ਬੀਬੀ ਉਪਕਾਰ ਕੌਰ ਜੋ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਉਸ ਵੇਲੇ ਪ੍ਰਧਾਨ ਸਨ, ਉਹਨਾਂ ਦੇ ਨਾਲ ਬੀਬੀ ਜੋ ਪਰਮਜੀਤ ਕੌਰ, ਜੋ ਭਾਈ ਹਰਮਿੰਦਰ ਸਿੰਘ ਸੰਧੂ ਜੋ ਜਨਰਲ ਸਕੱਤਰ ਸਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ, ਉਹਨਾਂ ਦੀ ਸਿੰਘਣੀ, ਇਹ ਖੂਬ ਜੂਝੇ ਨੇ। ਫਿਰ ਬੀਬੀ ਪਰਮਜੀਤ ਕੌਰ ਦੇ ਨਾਲ ਬੀਬੀ ਪ੍ਰੀਤਮ ਕੌਰ, ਉਹ ਬੀਬੀ ਭਾਈ ਮੋਹਰ ਸਿੰਘ ਜੀ ਦੀ ਸਿੰਘਣੀ, ਉਹਨਾਂ ਦੀ ਇੱਕ ਬੱਚੀ ਬੀਬੀ ਸਤਨਾਮ ਕੌਰ, ਬੀਬੀ ਵਾਹਿਗੁਰੂ ਬੱਚੀ ਵਾਹਿਗੁਰੂ ਕੌਰ, ਇਹ ਪੰਜ ਜੋ ਨੇ ਇਹ ਜ਼ਾਲਮ ਦੇ ਵਿਰੁੱਧ ਜੂਝਦੇ ਹੋਏ ਇਹਨਾਂ ਨੇ ਸ਼ਹਾਦਤ ਦਾ ਜੋ ਹੈ ਉਹ ਜਾਮ ਉਸ ਦਰਬਾਰ ਸਾਹਿਬ ਦੀ ਰਾਖੀ ਦੇ ਵਿੱਚ, ਦਰਬਾਰ ਸਾਹਿਬ ਦੀ ਅਜ਼ਮਤ ਦੇ ਵਾਸਤੇ ਜੂਝਦੇ ਹੋਏ ਸ਼ਹਾਦਤ ਦਾ ਜਾਮ ਜੋ ਹੈ ਇਹਨਾਂ ਨੇ ਪੀਤਾ ਹੈ। ਗੁਰੂ ਪਿਆਰ ਵਾਲਿਓ, ਹੁਣ ਜਦੋਂ ਅਸੀਂ
ਸਮੇਂ ਦੇ ਹਾਲਾਤਾਂ ਨੂੰ ਦੇਖਦੇ ਹਾਂ ਕਿ ਕੀ ਸੱਚਮੁੱਚ ਇਹੋ ਜਿਹੇ ਹਾਲਾਤ ਸਨ। ਬਿਲਕੁਲ ਇਹੋ ਜਿਹੀ ਕੋਈ ਗੱਲ ਨਹੀਂ ਸੀ। ਜੇਕਰ ਅਸੀਂ ਦੇਖੀਏ ਦੰਤੇਵਾੜਾ ਦੇ ਅੰਦਰ ਇੱਕੋ ਦਿਨ ਦੇ ਅੰਦਰ 150 ਸੀਆਰਪੀ ਦੇ ਆਦਮੀਆਂ ਨੂੰ ਨਾਰਥ ਈਸਟ ਦੇ ਜੋ ਸੈਪਰੇਟਿਸਟ ਗਰੁੱਪਸ ਨੇ ਉਹਨਾਂ ਨੇ ਮਾਰ ਦਿੱਤਾ। ਲੇਕਿਨ ਦੰਤੇਵਾੜਾ ਦੇ ਜੰਗਲਾਂ ਦੇ ਅੰਦਰ ਕੋਈ ਟੈਂਕ ਨਹੀਂ ਗਏ, ਕੋਈ ਤੋਪਾਂ ਨਹੀਂ ਗਈਆਂ, ਕੋਈ ਜੋ ਜਹਾਜ਼ ਨਹੀਂ ਚੜੇ। ਕਿਤੇ ਜੋ ਹੈ ਉਹਨਾਂ ਦੇ ਜੰਗਲਾਂ ਦੇ ਉੱਤੇ ਵੀ ਉਹ ਆਪਰੇਸ਼ਨ ਨਹੀਂ ਕੀਤਾ ਗਿਆ ਜੋ ਆਪਰੇਸ਼ਨ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਉਸ ਵੇਲੇ ਦੀ ਸਰਕਾਰ ਨੇ ਕੀਤਾ। ਉਹ ਕੇਵਲ ਤੇ ਕੇਵਲ ਇੱਕ ਸਬਕ ਸਿਖਾਉਣ ਵਾਲੀ ਗੱਲ ਸੀ, ਜਿਸ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਆਰਕੇ ਧਵਨ ਦੇ ਮੁਤਾਬਕ ਅਤੇ ਉਹਦੀ ਗਵਾਹੀ ਕੁਲਦੀਪ ਨਈਅਰ ਭਰਦਾ ਹੈ ਕਿ 3 ਬੰਦਿਆਂ ਦੀ ਮੰਡਲੀ ਸੀ। ਉਹਦੇ ਵਿੱਚ ਇੱਕ ਜੋ ਸੀ ਉਹ ਅਰੁਣ ਸਿੰਘ ਸੀ, ਇੱਕ ਅਰੁਣ ਨਹਿਰੂ ਸੀ, ਇੱਕ ਰਾਜੀਵ ਗਾਂਧੀ ਸੀ। ਇਹ 3 ਜੋ ਸਨ ਹਰ ਹਾਲਤ ਦੇ ਅੰਦਰ ਇਹ ਆਪਰੇਸ਼ਨ ਕਰਕੇ ਇਹ ਹਿੰਦੂ ਪੱਤਾ ਖੇਡ ਕੇ ਹਿੰਦੂ ਵੋਟ ਇਕੱਠਾ ਕਰਨਾ ਚਾਹੁੰਦੇ ਸਨ ਅਤੇ ਇਹਦੇ ਵਾਸਤੇ ਇਹ ਬਾਰ-ਬਾਰ ਇੰਦਰਾ ਗਾਂਧੀ ਨੂੰ ਪ੍ਰੈਸ ਕਰ ਰਹੇ ਸਨ, ਜਿਹਦੇ ਵਾਸਤੇ ਆਰਕੇ ਧਵਨ ਦੇ ਮੁਤਾਬਕ 9 ਸੀਕ੍ਰੇਟ ਮੀਟਿੰਗਸ ਹੋਈਆਂ। 9 ਵਾਰ ਅਸੀਂ ਫੈਸਲੇ ਦੇ ਉੱਤੇ ਪਹੁੰਚੇ, ਲੇਕਿਨ ਇੰਦਰਾ ਗਾਂਧੀ ਇਨਕਾਰ ਹੋ ਜਾਂਦੀ ਹੈ। ਇਸੇ ਤਰੀਕੇ ਦੇ ਨਾਲ ਹਰਕ੍ਰਿਸ਼ਨ ਸਿੰਘ ਸੁਰਜੀਤ, ਸਵਰਨ ਸਿੰਘ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਜਦੋਂ ਵੀ ਅਸੀਂ ਫੈਸਲੇ ਦੇ ਨਜ਼ਦੀਕ ਪਹੁੰਚਦੇ, ਐਨ ਮੌਕੇ ਦੇ ਉੱਤੇ ਇੰਦਰਾ ਗਾਂਧੀ ਨੂੰ ਉਹਦੇ ਨਾਲ ਜੁੜੇ ਹੋਏ ਲੋਕੀ ਇਨਕਾਰ ਕਰਵਾ ਜਾਂਦੇ ਸਨ। ਫੈਸਲਾ ਨਹੀਂ ਸੀ ਹੋ ਸਕਦਾ। ਇੱਕ ਵਾਰ ਤਾਂ ਇੱਥੇ ਤੱਕ ਕਿ ਅਕਾਲੀ ਬਿਲਕੁਲ ਕੁਝ ਸ਼ਰਤਾਂ ਨੂੰ ਲੈ ਕੇ, ਕੁਝ ਮੰਗਾਂ ਨੂੰ ਲੈ ਕੇ ਜੋ ਸੀ ਉਹ ਫੈਸਲਾ ਕਰਨ ਵਾਸਤੇ ਤਿਆਰ ਹੋ ਗਏ ਸੀ, ਲੇਕਿਨ ਸਮੇਂ ਦੀ ਹਕੂਮਤ ਜੋ ਸੀ ਉਹਦੀ ਨੀਅਤ ਸਾਫ਼ ਨਹੀਂ ਸੀ। ਉਹਦੇ ਵਿੱਚ ਹਾਮੀ ਜੋ ਹੈ ਸੁਰਜੀਤ ਸਿੰਘ, ਹਰਕ੍ਰਿਸ਼ਨ ਸਿੰਘ ਸੁਰਜੀਤ ਦੇ ਨਾਲ ਕੁਲਦੀਪ ਨਈਅਰ ਨੇ ਵੀ ਭਰੀ ਹੈ। ਉਹਨਾਂ ਦੀਆਂ ਲਿਖਤਾਂ ਦੇ ਅੰਦਰ, ਉਹਨਾਂ ਦੀਆਂ ਕਿਤਾਬਾਂ ਦੇ ਅੰਦਰ ਮੌਜੂਦ ਹੈ। ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਤੇ ਉਹਦੇ ਨਾਲ ਜੋ ਸੀ ਸਵਰਨ ਸਿੰਘ, ਇਹਨਾਂ ਨੇ ਇਸ ਗੱਲ ਦੀ ਗਵਾਹੀ ਭਰੀ ਹੈ ਕਿ ਉਸ ਵੇਲੇ ਜੋ ਸੀ ਇਹਨਾਂ ਦੀ ਨੀਅਤ ਜੋ ਸੀ ਉਹ ਖਰਾਬ ਸੀ। ਇਸੇ ਤਰੀਕੇ ਦੇ ਨਾਲ ਬ੍ਰਿਟਿਸ਼ ਨਿਊਜ਼ਪੇਪਰ ਜੋ ਸੰਡੇ ਟਾਈਮਸ ਹੈ, ਉਸ ਦੇ ਮੁਤਾਬਕ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਇੰਨਾ ਵੱਡਾ ਆਪਰੇਸ਼ਨ ਭਾਰਤ ਵਰਸ਼ ਦੀ ਧਰਤੀ ਦੇ ਉੱਤੇ ਆਪਣਿਆਂ ਲੋਕਾਂ ਦੇ ਖਿਲਾਫ ਹੋਇਆ ਔਰ ਇਤਨੇ ਅਵਾਰਡਸ ਦਿੱਤੇ ਗਏ ਜਿੰਨੇ 1965, 1971, 1962 ਦੀ ਜੰਗ ਵੇਲੇ ਵੀ ਨਹੀਂ ਸਨ ਦਿੱਤੇ। ਇਤਨੇ ਅਵਾਰਡਸ ਜੋ ਸਨ ਫੌਜੀਆਂ ਨੂੰ ਦਿੱਤੇ ਗਏ। ਸਰਦਾਰ ਅਤਿੰਦਰਪਾਲ ਸਿੰਘ ਦੇ ਅਨੁਸਾਰ 1 ਲੱਖ ਰੁਪਇਆ ਇੱਕ ਫੌਜੀ ਮਰਨ ਵਾਲੇ ਨੂੰ ਸਪੈਸ਼ਲ ਤੌਰ ਦੇ ਉੱਤੇ ਪੈਨਸ਼ਨ ਦਿੱਤੀ ਗਈ, ਜਿਹੜੀ ਬਿਲਕੁਲ ਕਿਤੇ ਵੀ ਕਾਨੂੰਨ ਦੇ ਅੰਦਰ ਇਹੋ ਜਿਹੀ ਗੱਲ ਹੀ ਕੋਈ ਨਹੀਂ ਸੀ। ਫਿਰ ਕਿਤਾਬ ਜੋ ਹੈ ਸਿੱਖ ਸਟਰਗਲ ਵਿੱਚ ਰਾਮ ਨਾਰਾਇਣ ਕੁਮਾਰ ਤੇ ਜਾਰਜ ਜੋ ਸਾਈਬਰ ਨੇ ਉਹ ਲਿਖਦੇ ਹਨ ਕਿ ਉੱਥੇ ਆਪਣੇ ਨੁਕਸਾਨ ਤੋਂ ਹੋਈ ਪਾਗਲ ਫੌਜ ਨੇ ਕੋਈ ਵੀ ਵਿਅਕਤੀ ਜੋ ਸੀ ਕੰਪਲੈਕਸ ਦੇ ਅੰਦਰ ਜ਼ਿੰਦਾ ਨਾ ਛੱਡਣ ਦੀ ਕਸਮ ਖਾਧੀ ਹੋਈ ਸੀ। ਨੌਜਵਾਨਾਂ ਨੂੰ ਪਕੜਿਆ ਜਾਂਦਾ, ਸਿੱਖਾਂ ਨੂੰ ਪਕੜਿਆ ਜਾਂਦਾ, ਉਹਨਾਂ ਦੇ ਹੱਥ ਉਹਨਾਂ ਦੀਆਂ ਪੱਗਾਂ ਨਾਲ ਬੱਧੇ ਜਾਂਦੇ ਅਤੇ ਫਿਰ ਉਹਨਾਂ ਨੂੰ ਬਿਲਕੁਲ ਨਜ਼ਦੀਕੋਂ ਹੋ ਕੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ। ਇਸ ਵੇਲੇ ਦਰਬਾਰ ਸਾਹਿਬ ਦੇ ਅੰਦਰ ਜੋ ਪਹਿਲੇ ਆਫੀਸਰਸ ਅੰਦਰ ਗਏ ਨੇ, ਜਿਵੇਂ ਮੈਂ ਉਸ ਦਿਨ ਗੱਲ ਕੀਤੀ ਸੀ ਕਿ ਪਹਿਲੀ ਰਾਤ 2 ਤਰੀਕ ਨੂੰ ਜੋ ਸੀ ਪੰਜਾਬ ਦੇ ਹਾਈ ਜੋ ਰੈਂਕਿੰਗ ਆਫੀਸਰ ਸਨ ਉਹ ਸਾਰੇ ਉੱਥੇ ਗਵਰਨਰ ਦੇ ਕੋਲ ਆਏ। ਗਵਰਨਰ ਨੇ ਉਹਨਾਂ ਨੂੰ ਬੁਲਾਇਆ, ਮੀਟਿੰਗ ਕੀਤੀ। ਦਿੱਲੀ ਨੂੰ ਕਿਹਾ ਗਿਆ ਕਿ ਭਾਈ ਕੋਈ ਵੀ ਜੋ ਹੈ ਆਪਰੇਸ਼ਨ ਨਹੀਂ ਜਾਂਦਾ, ਫੌਜ ਅਚਾਨਕ ਆ ਕੇ ਵੜ ਰਹੀ ਹੈ, ਫੌਜ ਬਹੁਤ ਜ਼ਿਆਦਾ ਆ ਰਹੀ ਹੈ। ਤੇ ਉਹਨਾਂ ਨੇ ਕਿਹਾ ਨਹੀਂ, ਇਹ ਫੈਸਲਾ ਹੋ ਚੁੱਕਿਆ ਹੈ, ਆਪਰੇਸ਼ਨ ਹੋਵੇਗਾ। ਤੇ ਆਪਰੇਸ਼ਨ ਤੋਂ ਬਾਅਦ ਜੋ ਕਿਤਾਬ ਸਿੱਖ ਸਟਰਗਲ ਦੇ ਵਿੱਚ ਜਿਵੇਂ ਮੈਂ ਦੱਸਿਆ ਹੈ ਕਿ ਦੱਸਿਆ ਗਿਆ ਕਿ ਫੌਜ ਜੋ ਸੀ ਕਿਸਮ ਦੀ ਬਿਲਕੁਲ ਪਾਗਲ ਹੋ ਚੁੱਕੀ ਸੀ ਅਤੇ ਉਹ ਹਰ ਹੀਲੇ ਹਰ ਬੰਦੇ ਨੂੰ ਮਾਰ ਦੇਣਾ ਚਾਹੁੰਦੀ ਸੀ। ਇਤਨਾ ਜੋ ਜ਼ੁਲਮ ਉੱਥੇ ਕੀਤਾ ਜਾ ਰਿਹਾ ਸੀ। ਫਿਰ ਜੋ ਪੀਐਸ ਪਿੰਡਰ ਨੇ ਉਹ ਜਿੰਨੇ ਵੀ ਫੌਜ ਦੇ ਇਲਜ਼ਾਮ ਲਗਾਏ ਗਏ ਉਹਨਾਂ ਸਾਰਿਆਂ ਨੂੰ ਉਹਨਾਂ ਨੇ ਨਕਾਰ ਦਿੱਤਾ। ਤੇ ਜਦੋਂ ਬ੍ਰਹਮ ਚਿਲਾਨੀ ਦੇ ਮੁਤਾਬਕ ਕੁਝ ਫੌਜੀ ਅਫਸਰ ਜੋ ਸਨ ਉਹਨਾਂ ਦੇ ਡਾਕਟਰਾਂ ਦੇ ਬਿਆਨ ਤੋਂ ਉਹ ਦੱਸਦਾ ਹੈ ਕਿ ਸਿੱਖਾਂ ਦੇ ਹੱਥ ਪੈਰ ਬੰਨ੍ਹ ਕੇ ਨਜ਼ਦੀਕ ਤੋਂ ਗੋਲੀਆਂ ਮਾਰੀਆਂ, ਲਾਸ਼ਾਂ ਉਹਨਾਂ ਦੇ ਕੋਲ ਲਿਆਂਦੀਆਂ ਗਈਆਂ, ਜਿਹੜਾ ਬਹੁਤ ਵੱਡਾ ਜ਼ੁਲਮ ਸੀ। ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਗਏ ਜੋ ਪਹਿਲੇ 3 ਆਫੀਸਰ ਜਿਹੜੇ ਸਿਵਲ ਆਫੀਸਰ ਦਰਬਾਰ ਸਾਹਿਬ ਦੇ ਅੰਦਰ ਗਏ, ਉਹਨਾਂ ਵਿੱਚ ਆਈਜੀ ਇੰਟੈਲੀਜੈਂਸ ਐਚਐਸ ਰੰਧਾਵਾ ਸੀ, ਐਸਐਸਪੀ ਹਰਜੀਤ ਸਿੰਘ ਸੀ ਤੇ ਡੀਸੀ ਰਮੇਸ਼ ਇੰਦਰ ਸਿੰਘ ਸੀ। ਇਹਨਾਂ ਨੇ ਦੱਸਿਆ ਕਿ ਜਦੋਂ ਇਹ ਪ੍ਰਕਰਮਾਂ ਦੇ ਵਿੱਚ ਪੁੱਜੇ ਤੇ ਉੱਥੇ ਕੁੱਤੇ ਜੋ ਸਨ ਲਾਸ਼ਾਂ ਨੂੰ ਖਾ ਰਹੇ ਸਨ। ਇਹ ਗੱਲ ਸੋਚਣ ਵਾਲੀ ਹੈ ਕਿ ਜਿਸ ਪ੍ਰਕਰਮਾਂ ਦੇ ਅੰਦਰ ਸਿੱਖ ਅੰਦਰ ਵੜਦਿਆਂ ਹੀ ਸਿਰ ਝੁਕਾਉਂਦਾ ਹੈ, ਜਿਸ ਨੂੰ ਸਿੱਖ ਬੀਬੀਆਂ ਆਪਣੀਆਂ ਚੁੰਨੀਆਂ ਦੇ ਨਾਲ ਸਾਫ਼ ਕਰਦੀਆਂ ਨੇ, ਉਸ ਪ੍ਰਕਰਮਾਂ ਦੇ ਅੰਦਰ ਕੁੱਤੇ ਆਏ ਸਨ ਜਾਂ ਲਿਆਂਦੇ ਗਏ ਸਨ। ਇਹ ਇੱਕ ਸਵਾਲ ਖੜਾ ਹੁੰਦਾ ਹੈ ਕਿ ਭਈ ਉੱਥੇ ਕੁੱਤੇ ਆਏ ਕਿਸ ਤਰ੍ਹਾਂ। ਫਿਰ ਉਸ ਤੋਂ ਬਾਅਦ ਉਹ ਦੱਸਦੇ ਨੇ ਕਿ ਉਹਨਾਂ ਨੇ ਆਪਣੀਆਂ ਅੱਖਾਂ ਦੇ ਨਾਲ ਜੋ ਸਾਰਿਆਂ ਦੀਆਂ ਗਵਾਹੀਆਂ ਨੇ ਕਿ ਹੱਥ ਬੱਧੇ ਹੋਏ ਲਾਸ਼ਾਂ ਜੋ ਸਨ ਉਹ ਦੇਖੀਆਂ ਨੇ ਅਤੇ ਉਹਨਾਂ ਨੇ ਜਦੋਂ ਆਰਮੀ ਆਫੀਸਰਸ ਤੇ ਨੋਟਿਸ ਵਿੱਚ ਇਹ ਚੀਜ਼ਾਂ ਲਿਆਂਦੀਆਂ ਉਹਦੇ ਉੱਤੇ ਕੋਈ ਧਿਆਨ ਨਹੀਂ ਦਿੱਤਾ ਗਿਆ। ਉਹਨਾਂ ਦੇ ਮੁਤਾਬਕ ਨਾਲ ਦੇ ਕੰਪਲੈਕਸ ਦੇ ਵਿੱਚੋਂ 6 ਕੇਸ ਜੋ ਸਨ ਉਹ ਬੀਬੀਆਂ ਦੀ ਅਜ਼ਮਤ ਲੁੱਟਣ ਦੇ ਉਹਨਾਂ ਦੇ ਸਾਹਮਣੇ ਆਏ, ਲੇਕਿਨ ਰਿਟਨ ਦੇ ਵਿੱਚ ਜਦੋਂ ਉਹਨਾਂ ਨੇ
ਆਰਮੀ ਅਫੀਸਰ ਦੇ ਨੋਟਿਸ 'ਚ ਇਹ ਚੀਜ਼ ਲਿਆਂਦੀ ਤੇ ਰਿਟਨ ਦੇ ਵਿੱਚ ਕੋਈ ਵੀ ਕਾਰਵਾਈ ਉੱਥੇ ਨਹੀਂ ਕੀਤੀ ਗਈ। ਮੈਰੀ ਵੀਵਰ ਦੇ ਮੁਤਾਬਕ ਫੌਜ ਕਿਸੇ ਨੂੰ ਵੀ ਜ਼ਿੰਦਾ ਛੱਡਣ ਦੇ ਹੱਕ ਵਿੱਚ ਨਹੀਂ ਸੀ। ਉਹਦਾ ਇੱਕੋ ਇੱਕ ਨਿਸ਼ਾਨਾ ਸੀ ਕਿ ਜਿਹੜਾ ਮਿਲ ਜਾਵੇ ਉਸ ਨੂੰ ਮਾਰ ਦਿੱਤਾ ਜਾਵੇ, ਕੋਈ ਵੀ ਜੋ ਹੈ ਜ਼ਿੰਦਾ ਨਾ ਛੱਡਿਆ ਜਾਵੇ। ਪ੍ਰੋਬ ਮੈਗਜ਼ੀਨ ਦੇ ਮੁਤਾਬਕ ਲਗਭਗ 1500 ਤੋਂ 2000 ਲਾਸ਼ਾਂ ਜੋ ਸਨ ਉਹ ਦਰਿਆਵਾਂ ਦੇ ਵਿੱਚ ਰੋੜ ਦਿੱਤੀਆਂ ਗਈਆਂ। ਮੁਨਸਪਲ ਕਮੇਟੀ ਦੇ ਕਰਮਚਾਰੀਆਂ ਦੇ ਮੁਤਾਬਕ ਇੱਕ ਲਾਸ਼ ਵਾਸਤੇ ਉਹਨਾਂ ਨੂੰ 100 ਰੁਪਇਆ ਪ੍ਰਤੀ ਲਾਸ਼ ਦਿੱਤਾ ਗਿਆ। 20 ਲਾਸ਼ਾਂ ਨੂੰ ਇਕੱਠਿਆਂ ਸਾੜਿਆ ਗਿਆ ਅਤੇ ਉਹਨਾਂ ਨੂੰ ਇਤਨੀ ਬਦਬੂ ਸੀ ਕਿ ਉਹਨਾਂ ਨੂੰ ਸ਼ਰਾਬ ਦਿੱਤੀ ਗਈ। ਸ਼ਰਾਬ ਪੀਣ ਤੋਂ ਬਾਅਦ ਹੀ ਉਹ ਲਾਸ਼ਾਂ ਨੂੰ ਚੁੱਕਦੇ ਸਨ। ਫਿਰ ਦੂਜਾ ਪਾਸਾ ਦੇਖੀਏ, ਕਰਗਿਲ ਦੇ ਯੁੱਧ ਤੋਂ ਬਾਅਦ ਇਹ ਪਾਕਿਸਤਾਨੀਆਂ ਦੀਆਂ ਲਾਸ਼ਾਂ ਇਹਨਾਂ ਨੇ ਖੁਦ ਦਫਨਾਉਂਦਿਆਂ ਹੋਇਆਂ ਉਹਨਾਂ ਦੇ ਝੰਡਿਆਂ ਦੇ ਅੰਦਰ ਦੱਸੀਆਂ ਨੇ। ਲੇਕਿਨ ਸਿੱਖਾਂ ਦੇ ਨਾਲ ਇਤਨਾ ਜ਼ੁਲਮ ਇਹ ਬੇਗਾਨਗੀ ਦਾ ਅਹਿਸਾਸ ਕਰਵਾਉਂਦਾ ਸੀ। ਫਿਰ ਉਸ ਤੋਂ ਬਾਅਦ ਜਦੋਂ ਅਸੀਂ ਹੋਰ ਦੇਖਦੇ ਹਾਂ, ਆਪਰੇਸ਼ਨ ਖਤਮ ਹੋਣ ਤੋਂ ਬਾਅਦ 7 ਜੂਨ ਨੂੰ ਸਿੱਖ ਰੈਫਰੈਂਸ ਜੋ ਲਾਇਬ੍ਰੇਰੀ ਸੀ ਉਸ ਨੂੰ ਅੱਗ ਲਾ ਦਿੱਤੀ ਗਈ ਅਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਅੱਗ ਲਾ ਕੇ ਸਾਰਾ ਜੋ ਸਾਡਾ ਸਾਹਿਤ ਸੀ ਉੱਥੇ ਦੋ ਪੱਖ ਨੇ। ਇੱਕ ਪੱਖ ਇਹ ਦੱਸਿਆ ਜਾ ਰਿਹਾ ਹੈ ਕਿ ਸਾਡਾ ਬਹੁਤਾ ਸਾਹਿਤ ਟਰੱਕਾਂ ਦੇ ਵਿੱਚ ਭਰ ਕੇ ਟਰੰਕਾਂ ਦੇ ਵਿੱਚ ਲਿਜਾਇਆ ਗਿਆ ਤੇ ਦੂਜਾ ਇਹ ਦੱਸਿਆ ਜਾ ਰਿਹਾ ਹੈ ਕਿ ਉੱਥੇ ਅੱਗ ਦੇ ਵਿੱਚ ਸਾੜ ਦਿੱਤਾ ਗਿਆ, ਜਿਹਦੇ ਵਿੱਚ ਸਾਡੇ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਨ, ਸਾਡਾ ਇਤਿਹਾਸ ਸੀ, ਜੋ ਰਿਸਰਚ ਦੇ ਪੇਪਰ ਸਨ, ਮਤਲਬ ਅਨਮੁੱਲ ਜੋ ਸਾਡਾ ਅਮੁੱਲ ਵਿਰਸਾ ਸੀ ਉਸ ਨੂੰ ਸਾੜਿਆ ਗਿਆ, ਲੁੱਟਿਆ ਗਿਆ, ਨਾਲ ਲਿਜਾਇਆ ਗਿਆ। ਅਤੇ ਇੱਕ ਫਿਕਰ ਦਾ ਸਾਡੇ ਵਾਸਤੇ ਲਮਹਾ ਹੈ ਕਿ ਜਿਸ ਇਤਿਹਾਸ ਨੂੰ, ਜਿਨ੍ਹਾਂ ਲਿਖਤਾਂ ਨੂੰ ਉਹ ਨਾਲ ਲੈ ਕੇ ਗਏ ਨੇ, ਅੱਜ ਦਿਨ ਤੱਕ ਸਿੱਖ ਕੌਮ ਨੂੰ ਨਹੀਂ ਦਿੱਤੀਆਂ ਗਈਆਂ, ਉਹਨਾਂ ਦੇ ਅੰਦਰ ਕਿਸ ਕਿਸਮ ਦੀ ਮਿਲਾਵਟ ਕੀਤੀ ਜਾ ਰਹੀ ਹੈ ਉਹਦਾ ਕੋਈ ਪਤਾ ਨਹੀਂ। ਜੇਕਰ ਆਪਰੇਸ਼ਨ 6 ਤਰੀਕ ਖਤਮ ਹੋ ਗਿਆ ਸੀ, ਸਿੱਖ ਰੈਫਰੈਂਸ ਲਾਇਬ੍ਰੇਰੀ ਬਿਲਕੁਲ ਠੀਕ ਸੀ ਤੇ ਉਸ ਨੂੰ ਅੱਗ ਲਾ ਕੇ ਸਾੜਨ ਦੇ ਪਿੱਛੇ ਕੀ ਭਾਵਨਾ ਹੈ, ਉਹ ਇਹੋ ਭਾਵਨਾ ਸੀ ਕਿ ਇਸ ਸਿੱਖ ਕੌਮ ਦਾ ਜੋ ਸਾਹਿਤ ਹੈ ਇਸ ਨੂੰ ਬਰਬਾਦ ਕੀਤਾ ਜਾਵੇ, ਇਹਦੇ ਵਿੱਚ ਮਿਲਾਵਟ ਕੀਤੀ ਜਾਵੇ ਤਾਂ ਕਿ ਆਉਣ ਵਾਲੀਆਂ ਇਹਨਾਂ ਦੀਆਂ ਨਸਲਾਂ ਜੋ ਨੇ ਇਹ ਆਪਣੇ ਇਤਿਹਾਸ ਤੋਂ ਦੂਰ ਹੋ ਜਾਣ। ਇੱਥੇ ਕੋਈ ਸਿਵਲ ਪੁਲਿਸ ਨਾਲ ਨਹੀਂ ਰੱਖੀ ਗਈ, ਇਸ ਆਪਰੇਸ਼ਨ ਦੇ ਅੰਦਰ ਕੋਈ ਲੇਡੀ ਪੁਲਿਸ ਨਹੀਂ ਸੀ। ਫੌਜ ਜੋ ਸੀ ਉਹ ਲੋਕਾਂ ਨੂੰ ਗ੍ਰਿਫਤਾਰ ਕਰ ਰਹੀ ਸੀ। ਭਾਈ ਕਨਈਏ ਦੀ ਕੌਮ ਨੂੰ ਪਾਣੀ ਤੋਂ ਬਿਨਾਂ ਤੜਪਾ ਕੇ ਮਾਰਿਆ ਜਾ ਰਿਹਾ ਸੀ। ਗੁਰੂ ਪਿਆਰੇ ਵਾਲਿਓ, ਜਦੋਂ ਅਸੀਂ ਜਲਿਆਂਵਾਲੇ ਦੇ ਸਾਕੇ ਨੂੰ ਪੜ੍ਹਦੇ ਹਾਂ ਨਾ, ਕਿੰਨੇ ਮਰੇ ਨੇ ਸਾਰਿਆਂ ਨੂੰ ਪਤਾ ਹੈ, ਲਾਸ਼ਾਂ ਸਾਰੀਆਂ ਲੱਭ ਗਈਆਂ, ਸਾਰਿਆਂ ਨੂੰ ਮੁਆਵਜ਼ਾ ਮਿਲਿਆ, ਪਰ ਅੱਜ ਦਿਨ ਤੱਕ ਦਰਬਾਰ ਸਾਹਿਬ ਦੇ ਅੰਦਰ ਕਿੰਨੇ ਮਾਰੇ ਗਏ ਇਹਨਾਂ ਦਾ ਕੋਈ ਪਤਾ ਨਹੀਂ, ਕਿੰਨੀਆਂ ਲਾਸ਼ਾਂ ਖੁਰਦ-ਬੁਰਦ ਕਰ ਦਿੱਤੀਆਂ ਗਈਆਂ ਇਹਦਾ ਕੋਈ ਪਤਾ ਨਹੀਂ। ਫਿਰ ਜਦੋਂ ਅਸੀਂ ਦੇਖਦੇ ਹਾਂ ਕਿ ਇਤਿਹਾਸ ਦੇ ਉੱਤੇ ਨਜ਼ਰ ਮਾਰਦੇ ਹਾਂ, ਇਸ ਭਾਰਤ ਵਰਸ਼ ਦੇ ਹਾਲਾਤਾਂ ਨੂੰ ਦੇਖਦੇ ਹਾਂ, ਪਿਆਜ਼ ਦੀਆਂ ਕੀਮਤਾਂ ਵਧਣ ਦੇ ਉੱਤੇ ਥੋੜਾ ਜਿਹਾ ਜੇ ਕਿਤੇ ਤੇਲ ਦੀਆਂ ਕੀਮਤਾਂ ਵੱਧ ਜਾਣ, ਪਾਰਲੀਮੈਂਟ ਨੂੰ ਨਹੀਂ ਚੱਲਣ ਦਿੱਤਾ ਜਾਂਦਾ। ਲੇਕਿਨ ਇੰਨੇ ਵੱਡੇ ਜ਼ੁਲਮ ਤੋਂ ਬਾਅਦ ਕਿਤੇ ਕਿਸੇ ਨੇ ਵੀ ਨਾ ਉਸ ਪਾਰਲੀਮੈਂਟ ਨੂੰ ਕਾਨਫੀਡੈਂਸ ਵਿੱਚ ਲਿਆ ਗਿਆ, ਨਾ ਕਿਸੇ ਨੇ ਆਹ ਦਾ ਨਾਰਾ ਜੋ ਸੀ ਉਹ ਸਿੱਖਾਂ ਦੇ ਹੱਕ ਦੇ ਵਿੱਚ ਭਰਿਆ। ਸਿਰਫ ਡਰ ਸੀ ਸਾਡੀ ਬਹੁਤ ਸੰਮਤੀ ਵੋਟ ਜੋ ਹੈ ਉਹ ਸਾਨੂੰ ਦੂਰ ਹੋ ਜਾਵੇਗੀ। ਵੇਮਰਵਾ ਰਿਟਾਇਰਡ ਜੋ ਸਪੈਸ਼ਲ ਸੈਕਟਰੀ ਸੀ ਹੋਮ ਡਿਪਾਰਟਮੈਂਟ ਚੋਂ, ਉਹਨੇ ਆਪਣੀ ਕਿਤਾਬ ਅਨਸਿਵਲ ਵਾਰ ਵਿੱਚ ਉਹ ਪੁੱਛਦਾ ਹੈ ਕਿ ਇਹ ਇੰਨੀ ਵੱਡੀ ਕਿਲੇਬੰਦੀ ਕਿਆ ਸਰਕਾਰ ਦੀਆਂ ਨਜ਼ਰਾਂ ਤੋਂ ਓਲੇ ਹੋ ਕੇ ਹੋ ਸਕਦੀ ਸੀ? ਉਹ ਕਹਿੰਦਾ ਨਹੀਂ, ਇਹ ਬਿਲਕੁਲ ਸਰਕਾਰ ਦੀ ਇੱਕ ਮਨਸ਼ਾ ਸੀ ਕਿ ਜੇ ਕਦੇ ਸਿੱਖ ਨੌਜਵਾਨ ਜਜ਼ਬਾਤਾਂ ਅੰਦਰ ਨੇ, ਜੇ ਕਦੇ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ, ਉਹ ਛੋਟੀ ਮੋਟੀ ਘਟਨਾ ਕਰਦੇ ਨੇ ਤੇ ਜਿੰਨਾ ਵੱਧ ਤੋਂ ਵੱਧ ਏਜੰਸੀਆਂ ਦਾ ਰੋਲ ਹੋ ਸਕਦਾ ਹੈ ਉਹ ਰੋਲ ਪਾਇਆ ਜਾਏ ਅਤੇ ਉਸ ਤੋਂ ਬਾਅਦ ਇੱਕ ਬਹਾਨਾ ਬਣਾ ਕੇ ਇੱਕ ਬਹੁਤ ਵੱਡਾ ਆਪਰੇਸ਼ਨ ਜੋ ਹੈ ਉਹ ਕੀਤਾ ਜਾਏ। ਫਿਰ ਜਿੰਨੇ ਵੀ ਸਪੋਰਟਰ ਸੰਤ ਜੀ ਦੇ ਸਨ, ਜਦੋਂ ਅਸੀਂ ਦੇਖਦੇ ਹਾਂ ਉਹਨਾਂ ਸਾਰਿਆਂ ਦੇ ਕੋਲ ਲਾਇਸੈਂਸੀ ਹਥਿਆਰ ਸਨ। ਕਿਤੇ ਕਿਸੇ ਵੀ ਡਿਸਟ੍ਰਿਕਟ ਮੈਜਿਸਟ੍ਰੇਟ ਨੇ ਕੋਈ ਐਸਾ ਆਰਡਰ ਕੱਢਿਆ ਕਿ ਜਿੱਦੋਂ ਇਹ ਕਿਹਾ ਗਿਆ ਹੋਵੇ ਭਾਈ ਤੂੰ ਆਪਣਾ ਲਾਇਸੈਂਸੀ ਹਥਿਆਰ ਸਾਡੇ ਕੋਲ ਜਮ੍ਹਾਂ ਕਰਵਾ ਦੇ। ਸੰਤਾਂ ਦੇ ਕੋਲ ਆਪਣੇ ਕੋਲ ਲਾਇਸੈਂਸੀ ਹਥਿਆਰ ਸੀ, ਇਹੋ ਜਿਹਾ ਕੋਈ ਆਰਡਰ ਨਹੀਂ ਕੱਢਿਆ ਗਿਆ। ਜਦੋਂ ਅਸੀਂ ਦੇਖਦੇ ਹਾਂ ਕਿਸੇ ਹਾਲਾਤ ਖਰਾਬ ਹੁੰਦੇ ਨੇ ਕਿਸੇ ਸ਼ਹਿਰ ਦੇ, ਉੱਥੇ ਇੱਕਦਮ ਡਿਸਟ੍ਰਿਕਟ ਮੈਜਿਸਟ੍ਰੇਟ ਜੋ ਆਰਡਰ ਕੱਢਦੇ ਨੇ ਭਾਈ ਜਿਨ੍ਹਾਂ ਦੇ ਕੋਲ ਲਾਇਸੈਂਸੀ ਹਥਿਆਰ ਨੇ ਉਹ ਜਮ੍ਹਾਂ ਕਰਵਾਏ ਜਾਣ। ਲੇਕਿਨ ਐਸਾ ਕੋਈ ਜੋ ਸੀ ਆਰਡਰ ਉੱਥੇ ਨਹੀਂ ਕੱਢਿਆ ਗਿਆ ਅਤੇ ਫਿਰ 13 ਜ਼ਿਲ੍ਹਿਆਂ ਦੇ ਕਿਸੇ ਇੱਕ ਵੀ ਡੀਸੀ ਨੇ ਨਹੀਂ ਸੀ ਲਿਖ ਕੇ ਦਿੱਤਾ ਕਿ ਹਾਲਾਤ ਜੋ ਨੇ ਉਹ ਬਹੁਤ ਖਰਾਬ ਨੇ। ਲੇਕਿਨ ਉਹਦੇ ਬਾਵਜੂਦ ਵੀ ਇਸ ਇੰਨੀ ਵੱਡੀ ਡੈਮੋਕ੍ਰੇਸੀ ਕਹਾਉਣ ਵਾਲੇ ਦੇਸ਼ ਦੇ ਅੰਦਰ ਜੋ ਸੀ ਇੰਨਾ ਵੱਡਾ ਜ਼ੁਲਮ ਜੋ ਸੀ ਉਹ ਸਿੱਖ ਕੌਮ ਦੇ ਉੱਤੇ ਕਰ ਦਿੱਤਾ ਗਿਆ। ਫਿਰ ਜਦੋਂ ਅਸੀਂ ਉਹਨਾਂ ਵੱਲ ਦੇਖਦੇ ਹਾਂ ਕਿ ਭਾਈ ਜਿਹੜੇ ਉੱਥੇ ਲੋਕੀ ਸਨ ਜਿਨ੍ਹਾਂ ਨੂੰ ਸੀ 47 ਦੀ ਲਿਸਟ ਸੀ, ਉਹਦੇ ਵਿੱਚੋਂ 10 ਜੋ ਸਨ ਪੁਲਿਸ ਖੁਦ ਮੰਨ ਰਹੀ ਸੀ ਮਾਰੇ ਜਾ ਚੁੱਕੇ ਸਨ, 10 ਜੋ ਸਨ ਉਹ ਕਹਿ ਰਹੇ ਸਨ ਬਾਹਰ ਨਿਕਲ ਗਏ ਨੇ, ਪਿੱਛੇ ਜੋ 27 ਬਚਦੇ ਸਨ ਉਹ 27 ਆਉਂਦੇ ਜਾਂਦੇ ਸਨ। ਇਹੋ ਜੀ ਕੋਈ ਗੱਲ ਨਹੀਂ ਸੀ ਕਿ ਕਿਤੇ ਉਹ ਲੁਕੇ ਹੋਏ ਸਨ, ਉਹਨਾਂ ਦੇ ਵਾਸਤੇ ਕੋਈ ਲੁੱਕ ਆਊਟ ਨੋਟਿਸ ਨਹੀਂ ਸੀ, ਉਹਨਾਂ ਨੂੰ ਕਿਤੇ ਇਹ ਭਗੌੜਾ ਨਹੀਂ ਕਰਾਰ ਦਿੱਤਾ ਗਿਆ, ਲੇਕਿਨ ਸਿਰਫ ਇੱਕ ਆਪਰੇਸ਼ਨ ਬਹਾਨਾ ਸੀ। ਖੁਸ਼ਵੰਤ ਸਿੰਘ ਦੇ ਮੁਤਾਬਕ ਸੰਤਾਂ ਕੋਲ ਮੰਨ ਲਓ ਉਹ ਕਹਿੰਦਾ ਕੋਈ 250 ਕੋ ਜੋ ਹਥਿਆਰਬੰਦ ਸਨ, 8-10 ਹਰ ਵੇਲੇ ਉਹਨਾਂ ਦੇ ਕੋਲ ਰਹਿੰਦੇ ਸਨ ਤੇ ਇੰਨਾ ਵੱਡਾ ਦੇਸ਼ ਇਹ ਕਮਾਂਡੋ ਆਪਰੇਸ਼ਨ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਸਕਦਾ ਸੀ।
ਲੇਕਿਨ ਇਹ ਕੀਤਾ ਨਹੀਂ ਗਿਆ। ਜਾਣਬੁੱਝ ਕੇ ਇਹ ਇੰਨਾ ਵੱਡਾ ਆਪਰੇਸ਼ਨ ਜੋ ਹੈ ਉਹ ਕੀਤਾ ਗਿਆ ਅਤੇ ਉਹਦੇ ਮੁਤਾਬਕ ਵੀ ਕਿ ਬਿਲਕੁਲ ਹਿੰਦੂਆਂ ਨੂੰ ਖੁਸ਼ ਕਰਨ ਵਾਸਤੇ, ਐਮਰਜੈਂਸੀ ਦਾ ਬਦਲਾ ਲੈਣ ਵਾਸਤੇ, ਆਪਣੇ ਪਰਿਵਾਰ ਦੇ ਰਾਜ ਭਾਗ ਨੂੰ ਲੰਬਾ ਚਲਾਉਣ ਵਾਸਤੇ ਇੰਦਰਾ ਗਾਂਧੀ ਦੀ ਇਹ ਸੋਚ ਸੀ, ਜਿਸ ਨੂੰ ਉਹਦੀ ਮੌਤ ਅਕਾਲ ਪੁਰਖ ਦੇ ਹੁਕਮ ਅਤੇ ਸਿੰਘਾਂ ਦੇ ਕੀਤੇ ਹੋਏ ਕਾਰੇ ਨਾਲ ਉਹਦੇ ਮਰਨ ਤੋਂ ਬਾਅਦ ਉਹਦਾ ਤੇ ਫਿਰ ਬੋਫੋਰਸ ਤੇ ਸਕੈਂਡਲ ਤੋਂ ਬਾਅਦ ਉਹ ਸੁਪਨਾ ਜੋ ਸੀ ਉਹ ਚਕਨਾਚੂਰ ਹੋ ਗਿਆ। ਪੰਜਾਬ ਵਿੱਚ ਕੋਈ ਵੀ ਵੱਡੀ ਵਾਰਦਾਤ ਉਹਨਾਂ ਦਿਨਾਂ ਵਿੱਚ ਨਹੀਂ ਸੀ ਹੋਈ ਜਿਸ ਦਾ ਬਹਾਨਾ ਬਣਾ ਕੇ ਉਹ ਜਿਹਾ ਆਪਰੇਸ਼ਨ ਕੀਤਾ ਜਾ ਸਕਦਾ। ਇੰਦਰ ਮਲਹੋਤਰਾ ਜੋ ਹੈ ਉਸਨੇ ਇੰਦਰਾ ਗਾਂਧੀ ਪਰਸਨਲ ਐਂਡ ਪੋਲੀਟੀਕਲ ਬਾਇਓਗ੍ਰਾਫੀ ਜੋ ਹੈ ਉਹਦੇ ਵਿੱਚ ਉਹ ਲਿਖਦਾ ਹੈ ਕਿ ਇੰਦਰਾ ਗਾਂਧੀ ਨੇ 15 ਜਨਵਰੀ 1984 ਨੂੰ ਜਨਰਲ ਸੁੰਦਰ ਜੀ ਨੂੰ ਇਹ ਆਪਰੇਸ਼ਨ ਕਰਨ ਦੇ ਵਾਸਤੇ ਤਿਆਰ ਰਹਿਣ ਲਈ ਕਹਿ ਦਿੱਤਾ ਸੀ। ਮਤਲਬ ਕਿ 1984 ਦੀ ਜਨਵਰੀ ਦੇ ਵਿੱਚ ਉਹਦਾ ਪੂਰਾ ਮਨ ਬਣ ਚੁੱਕਿਆ ਸੀ ਕਿ ਉਹ ਇਹ ਆਪਰੇਸ਼ਨ ਹਰ ਹਾਲਤ ਵਿੱਚ ਜੋ ਹੈ ਕਰੇਗੀ। ਫਿਰ ਜਦੋਂ ਅਸੀਂ ਬਾਕੀ ਜਿੰਨੇ ਵੀ ਵਿਦਵਾਨ ਜੋ ਲੋਕੀ ਨੇ ਜਿਨ੍ਹਾਂ ਦੀਆਂ ਕਿਤਾਬਾਂ ਨੇ ਉਹਨਾਂ ਨੂੰ ਪੜ੍ਹਦੇ ਹਾਂ, ਉਹਨਾਂ ਦੇ ਮੁਤਾਬਕ ਇੱਕ ਵੱਡੀ ਗਲਤੀ ਇਹ ਸੀ ਕਿ ਗੁਰਪੁਰਬ ਵਾਲੇ ਦਿਨ ਜੋ ਸੰਗਤਾਂ ਗੁਰੂ ਘਰਾਂ ਚ ਆਉਂਦੀਆਂ ਨੇ ਉਹਨਾਂ ਦਾ ਕਿਸੇ ਰਾਜਨੀਤੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਉਹ ਆਪਣੇ ਸ਼ਰਧਾ ਦੇ ਕਰਕੇ, ਆਪਣੇ ਪਿਆਰ ਕਰਕੇ ਗੁਰੂ ਪਾਤਸ਼ਾਹ ਦਾ ਪੁਰਬ ਮਨਾਉਣ ਵਾਸਤੇ ਆਏ ਸਨ ਅਤੇ ਜਿਨ੍ਹਾਂ ਨੂੰ ਉੱਥੇ ਇਸ ਖਤਰਨਾਕ ਪ੍ਰੋਗਰਾਮ ਦੇ ਮੁਤਾਬਕ ਉਹਨਾਂ ਨੂੰ ਉੱਥੇ ਜੋ ਸੀ ਮਾਰ ਦਿੱਤਾ ਗਿਆ, ਸ਼ਹੀਦ ਕਰ ਦਿੱਤਾ ਗਿਆ ਅਤੇ ਉਹਨਾਂ ਦਾ ਇੱਕ ਕਤਲੋਗਾਰਤ ਜੋ ਸੀ ਬਹੁਤ ਵੱਡੀ ਕਹਿੰਦੇ ਨੇ ਉਹ ਕੀਤੀ ਗਈ। ਫਿਰ ਇਸੇ ਤਰੀਕੇ ਦੇ ਨਾਲ ਜਦੋਂ ਅਸੀਂ ਇਤਿਹਾਸ ਤੇ ਹੋਰ ਪੰਨਿਆਂ ਵੱਲ ਝਾਤ ਮਾਰਦੇ ਹਾਂ ਤੇ ਇਹ ਜੋ ਜ਼ੁਲਮ ਹੈ ਇਹ ਕਿਤੇ ਵੀ ਹੋ ਰਿਹਾ ਹੋ ਜਿਹਾ ਨਹੀਂ ਲੱਭਦਾ। ਅਸੀਂ ਦੇਖਦੇ ਹਾਂ ਕਿ ਫਿਲਿਸਤੀਨੀਆਂ ਨੇ 1973 ਦੇ ਅੰਦਰ ਇੱਕ ਚਰਚ ਦੇ ਉੱਤੇ ਕਬਜ਼ਾ ਕਰ ਲਿਆ। 1 ਮਹੀਨਾ ਇਜ਼ਰਾਈਲ ਦੀ ਹਕੂਮਤ ਨੇ ਉਹਨਾਂ ਦੇ ਨਾਲ ਗੱਲਬਾਤ ਜਾਰੀ ਰੱਖੀ, ਘੇਰਾ ਪਾ ਕੇ ਰੱਖਿਆ, ਲੇਕਿਨ ਉਸ ਚਰਚ ਦੇ ਉੱਤੇ ਜੋ ਸੀ ਆਪਰੇਸ਼ਨ ਨਹੀਂ ਕੀਤਾ, ਉਹਨਾਂ ਲੋਕਾਂ ਨੂੰ ਮਾਰਿਆ ਤੱਕ ਨਹੀਂ। ਇਸੇ ਤਰੀਕੇ ਦੇ ਨਾਲ ਜਦੋਂ ਅਸੀਂ ਹੋਰ ਵੀ ਥਾਵਾਂ ਦੇ ਉੱਤੇ ਦੇਖਦੇ ਹਾਂ ਕਿ ਇਹੋ ਜਿਹਾ ਕੋਈ ਵੀ ਜੋ ਜ਼ੁਲਮ ਸੀ ਕਿਸੇ ਕੌਮ ਦੇ ਨਾਲ ਨਹੀਂ ਕੀਤਾ ਗਿਆ। ਆਪਰੇਸ਼ਨ ਇਨ ਪੰਜਾਬ ਸਿਟੀਜ਼ਨ ਫਾਰ ਡੈਮੋਕ੍ਰੇਸੀ ਦੀ ਟੀਮ ਦੇ ਕੋਲ ਜੋ ਸਨ ਬਿਆਨ ਦਿੱਤੇ ਗਏ, ਉਹਨਾਂ ਦੇ ਮੁਤਾਬਕ ਇਹ ਸਾਰੇ ਜੋ ਜ਼ੁਲਮ ਨੇ ਇਹਨਾਂ ਦੀ ਤਸਦੀਕ ਜੋ ਹੈ ਕੀਤੀ ਗਈ ਹੈ। ਫਿਰ ਇਸੇ ਤਰੀਕੇ ਦੇ ਨਾਲ ਗਾਰਡੀਅਨ ਦੀ 14 ਜੂਨ 1984 ਦੀ ਇੱਕ ਫੌਜੀ ਡਾਕਟਰ ਦੇ ਬਿਆਨ ਜੋ ਗਾਰਡੀਅਨ ਮੈਗਜ਼ੀਨ ਦੇ ਅੰਦਰ ਛਪੇ, ਉਸ ਦੇ ਮੁਤਾਬਕ ਕਿ ਇੱਕ ਬਹੁਤ ਵੱਡੀ ਕਤਲੋਗਾਰਤ ਜੋ ਸੀ ਇਹ ਕੀਤੀ ਗਈ ਔਰ ਉਹ ਕਹਿ ਰਹੇ ਸਨ ਉਹਨਾਂ ਦੇ ਮੁਤਾਬਕ ਕਿ ਇਹੋ ਜਿਹਾ ਜ਼ੁਲਮ ਕਦੀ ਜੋ ਹੈ ਐਕਸਪੈਕਟ ਹੀ ਨਹੀਂ ਸੀ ਕੀਤਾ ਜਾਂਦਾ ਕਿ ਕਿਸੇ ਡੈਮੋਕ੍ਰੈਟਿਕ ਸੈਟਅਪ ਦੇ ਅੰਦਰ ਹੋਵੇਗਾ। ਕ੍ਰਿਸਚੀਅਨ ਸਾਇੰਸ ਮੋਨੀਟਰ ਜੂਨ 1984 ਦੀ ਰਿਪੋਰਟ ਦੇ ਮੁਤਾਬਕ ਜੋ ਹਸਪਤਾਲਾਂ ਦੇ ਅੰਦਰ ਜ਼ਖਮੀ ਸਨ ਉਹਨਾਂ ਨੂੰ ਫੌਜੀ ਅਫੀਸਰਾਂ ਵੱਲੋਂ ਡਾਕਟਰਾਂ ਤੇ ਪੈਰਾਮੈਡੀਕਲ ਸਟਾਫ ਨੂੰ ਸਖਤ ਹਦਾਇਤਾਂ ਸਨ ਕਿ ਇਹਨਾਂ ਨੂੰ ਰੋਟੀ ਪਾਣੀ ਤੱਕ ਨਾ ਦਿੱਤਾ ਜਾਵੇ। ਫਿਰ ਜੋ ਉੱਥੇ ਗੈਸ ਇਸਤੇਮਾਲ ਕੀਤੀ ਗਈ, ਦੇਖੋ ਕੋਈ ਵੀ ਜੰਗੀ ਕੈਦੀ ਹੁੰਦਾ ਹੈ ਉਸ ਦਾ ਪੂਰਾ ਹੱਕ ਹੁੰਦਾ ਹੈ ਅਤੇ ਜਨੇਵਾ ਦੇ ਸਮਝੌਤੇ ਦੇ ਮੁਤਾਬਕ ਸਾਰੀਆਂ ਜੋ ਧੱਜੀਆਂ ਉਡਾ ਦਿੱਤੀਆਂ ਗਈਆਂ, ਜ਼ਹਿਰੀਲੀਆਂ ਗੈਸਾਂ ਜਿਹੜੀਆਂ ਬੈਨ ਸਨ ਉਹ ਜੋ ਸਨ ਇਸਤੇਮਾਲ ਕੀਤੀਆਂ ਗਈਆਂ, ਉਹਨਾਂ ਨੂੰ ਭੁੱਖਿਆਂ ਤੇ ਪਿਆਸਿਆਂ ਰੱਖਿਆ ਗਿਆ। ਇਸੇ ਤਰੀਕੇ ਦੇ ਨਾਲ ਸਿੱਖ ਆਫ ਪੰਜਾਬ ਪੇਜ 35 ਦੇ ਉੱਤੇ ਪੈਟੀਗਰੀਓ ਜੋ ਹੈ ਉਹ ਲਿਖਦਾ ਕਿ ਫੌਜ ਦਰਬਾਰ ਸਾਹਿਬ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਮਾਰਨ ਜਾਂ ਪਕੜਨ ਦੇ ਵਾਸਤੇ ਨਹੀਂ ਸੀਗੀ। ਉਹਦੇ ਮੁਤਾਬਕ ਇਹ ਆਪਰੇਸ਼ਨ ਜੋ ਸੀ ਇਹ ਕੌਮ ਦਾ ਇੱਕ ਧਰਮ ਦੇ ਸਵਾਮਾਨ ਸ਼ਕਤੀ ਨੂੰ ਕੁਚਲਣ ਦੇ ਵਾਸਤੇ ਕੀਤਾ ਗਿਆ ਸੀ। ਇਹ ਆਦਰਸ਼ੀ ਤੇ ਜਾਂਬਾਜ਼ ਰਾਖਾ ਦੇ ਮੁਤਾਬਕ ਉਹ ਇਹ ਗੱਲ ਕਹਿੰਦਾ ਹੈ ਕਿ ਜੋ ਸਰਕਾਰ ਸੀ ਉਸ ਦੀ ਇਹ ਸਭ ਤੋਂ ਵੱਡੀ ਬੇਵਕੂਫੀ ਹੈ ਔਰ ਉਹਦੇ ਮੁਤਾਬਕ ਕਿ ਜਿਹੜੇ ਹਥਿਆਰ ਉੱਥੇ ਰੱਖੇ ਗਏ ਨੇ ਬਾਅਦ ਵਿੱਚ ਉਹ ਸਾਰੇ ਦੇ ਸਾਰੇ ਨਵੇਂ ਸਨ। ਇਸੇ ਤਰੀਕੇ ਨਾਲ ਸਰੂਪ ਸਿੰਘ ਨਾਰੰਗ ਉਹ ਆਪਣੀ ਕਿਤਾਬ ਦੇ ਵਿੱਚ ਪੰਨਾ ਨੰਬਰ 169 ਦੇ ਉੱਤੇ ਉਹ ਲਿਖਦੇ ਹਨ ਕਿ ਘੇਰਾ ਤਕਰੀਬਨ 18 ਮਹੀਨੇ ਦਰਬਾਰ ਸਾਹਿਬ ਨੂੰ ਰਿਹਾ, ਲੇਕਿਨ ਇਹ ਇੰਨਾ ਵੱਡਾ ਜੇਕਰ ਕਿਲੇਬੰਦੀ ਹੋਈ ਤੇ ਇਹਦੇ ਪਿੱਛੇ ਕੌਣ ਸੀ, ਕਿਵੇਂ ਹੋ ਸਕੀ, ਕਿਆ ਇਸ ਚੀਜ਼ ਦਾ ਸਰਕਾਰ ਨੂੰ ਪਤਾ ਨਹੀਂ ਲੱਗਾ। ਕੁੱਲ ਮਿਲਾ ਕੇ ਇਹ ਲਿਖਤਾਂ ਇਹ ਗੱਲ ਸਾਬਤ ਕਰਦੀਆਂ ਨੇ ਕਿ ਆਪਰੇਸ਼ਨ ਜੋ ਸੀ ਉਹ ਜਾਣ ਬੁੱਝ ਕੇ ਕੀਤਾ ਗਿਆ ਅਤੇ ਸਿੱਖਾਂ ਨੂੰ ਸਬਕ ਸਿਖਾਉਣਾ ਸੀ। ਫਿਰ ਫੌਜੀ ਅਫਸਰਾਂ ਦੇ ਮੁਤਾਬਕ ਜਿਵੇਂ ਪਹਿਲਾਂ ਮੈਂ ਗੱਲ ਕਰ ਚੁੱਕਿਆ ਕਿ ਉਹਨਾਂ ਨੇ ਬਹਾਦਰੀਆਂ ਦੇ ਸੋਹਲੇ ਗਾਏ ਅਤੇ ਇੱਥੇ ਤੱਕ ਕਿਹਾ ਕਿ ਅਗਰ ਇਹੋ ਜਿਹੀ ਫੌਜ ਸਾਡੇ ਕੋਲ ਹੋਵੇ ਅਸੀਂ ਜ਼ਿਆ ਉਲ ਹਕ ਨੂੰ ਬਣ ਕੇ ਵੀ ਲਿਆ ਸਕਦੇ ਸਾਂ। ਗੁਰੂ ਪਿਆਰ ਵਾਲਿਓ, ਫਿਰ ਜਦੋਂ ਅਸੀਂ ਇਤਿਹਾਸ ਦੇ ਪੰਨਿਆਂ ਦੇ ਉੱਤੇ ਨਜ਼ਰ ਮਾਰਦੇ ਹਾਂ ਤੇ ਉਹਦੇ ਵਿੱਚ ਇਹ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਨੇ। ਜਿਸ ਤਰ੍ਹਾਂ ਤਵਲੀਨ ਸਿੰਘ ਜੋ ਹੈ ਉਹਦੇ ਮੁਤਾਬਕ ਇਹ ਜੋ ਆਪਰੇਸ਼ਨ ਕੀਤਾ ਗਿਆ ਇਹ ਆਮ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਹਾਲਾਤ ਅਕਾਲੀਆਂ ਵੱਲੋਂ ਸੰਤਾਂ ਦੇ ਖਿਲਾਫ ਕੀਤੇ ਗਏ। ਉਹ ਕਹਿੰਦੀ ਹੈ ਬਿਲਕੁਲ ਨਹੀਂ। ਉਸਨੇ ਆਪਣੀ ਕਿਤਾਬ ਦੇ ਅੰਦਰ ਇਹ ਸਾਫ਼ ਕਰਕੇ ਲਿਖਿਆ ਹੈ ਕਿ ਕੁਝ ਨਿਰੰਕਾਰੀ ਆਫੀਸਰ ਸਨ ਪੰਜਾਬ ਦੇ ਅੰਦਰ, ਉਹ ਉਹਨਾਂ ਦੀ ਪਹੁੰਚ ਜੋ ਸੀ ਉਹ ਵੱਡੇ ਅਹੁਦਿਆਂ ਤੇ ਸੀ
ਉਹਨਾਂ ਨੇ ਸਿੱਖ ਨੌਜਵਾਨਾਂ ਦੇ ਉੱਤੇ ਜ਼ੁਲਮ ਕੀਤਾ। ਇਸ ਗੱਲ ਨੂੰ ਪੰਜਾਬ ਪੁਲਿਸ ਦੇ ਆਫੀਸਰ ਵੀ ਮੰਨਦੇ ਸਨ ਅਤੇ ਨਿਰੰਕਾਰੀਆਂ ਨੂੰ, ਜੋ ਸੀ ਉਹ ਦਿੱਲੀ ਤੋਂ ਸ਼ਹਿ ਵੀ ਸੀ, ਜਿਹਦੇ ਕਾਰਨ ਇਹ ਹਾਲਾਤ ਜੋ ਨੇ ਉਹ ਖਰਾਬ ਹੋਏ ਨੇ। ਅਰਨ ਸ਼ੌਰੀ ਦੇ ਮੁਤਾਬਕ ਜਦੋਂ ਉਹ 31 ਦਸੰਬਰ 83 ਨੂੰ ਇੰਡੀਆ ਟੁਡੇ ਦੇ ਵਿੱਚ ਉਹਨੇ ਇੱਕ ਗੱਲ ਲਿਖੀ ਹੈ ਕਿ ਸੰਤ ਜਰਨੈਲ ਸਿੰਘ ਜੋ ਨੇ ਉਹ ਇੱਕ ਸੰਤ ਨੇ ਅਤੇ ਉਹ ਨਿਰਦੋਸ਼ ਆਦਮੀ ਹੈ ਤੇ ਉਸ ਨੂੰ ਆਪਣੇ ਧਰਮ ਅਤੇ ਗੁਰੂਆਂ ਦੇ ਦੱਸੇ ਰਸਤੇ ਦੇ ਉੱਤੇ ਚੱਲਣ ਵਾਲਾ ਹੈ। ਇਸ ਤੋਂ ਬਿਨਾਂ ਉਹਦਾ ਹੋਰ ਕਿਸੇ ਚੀਜ਼ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਜਦੋਂ ਅਸੀਂ ਹੁਣ ਗੱਲ ਕਰਦੇ ਹਾਂ ਕਿ ਭਾਈ ਜਿਨ੍ਹਾਂ ਲੋਕਾਂ ਨੇ ਆਪਰੇਸ਼ਨ ਕੀਤਾ, ਉਹਦੇ ਵਿੱਚ ਕੀ ਆਪਰੇਸ਼ਨ ਵਿੱਚ ਸ਼ਾਮਲ ਹੋਏ ਨੇ ਜਨਰਲ ਵੀਕੇ ਸਿੰਘ ਜੋ ਇਸ ਵੇਲੇ ਮਿਨਿਸਟਰ ਵੀ ਨੇ ਅਤੇ ਚੀਫ ਆਫ ਆਰਮੀ ਸਟਾਫ ਰਹੇ ਨੇ। ਉਹਨਾਂ ਨੇ 21 ਫਰਵਰੀ 2013 ਨੂੰ ਗੁਰਦਾਸ ਹਾਲ ਅੰਮ੍ਰਿਤਸਰ ਦੇ ਅੰਦਰ ਇੱਕ ਬਿਆਨ ਦਿੱਤਾ ਸੀ ਕਿ ਦਰਬਾਰ ਸਾਹਿਬ ਦੇ ਉੱਤੇ ਹਮਲਾ ਸਿਆਸੀ ਫੈਸਲਾ ਸੀ ਜਿਸ ਨੂੰ ਮੰਨਣ ਲਈ ਫੌਜ ਤਿਆਰ ਹੀ ਨਹੀਂ ਸੀ। ਇਸੇ ਤਰੀਕੇ ਦੇ ਨਾਲ ਸਾਡੇ ਜੋ ਜਨਰਲ ਜਗਜੀਤ ਸਿੰਘ ਜੀ ਅਰੋੜਾ ਅਤੇ ਉਹਨਾਂ ਦੇ ਨਾਲ ਬਾਕੀ ਜੋ ਜਨਰਲ ਨੇ, ਜਨਰਲ ਹਰਬਖਸ਼ ਸਿੰਘ ਜੀ ਜੋ ਵਾਰ ਹੀਰੋ ਨੇ 1965 ਤੇ ਨਾਲ ਦੂਜੇ ਜੋ ਨੇ 1971 ਦੇ, ਉਹਨਾਂ ਨੇ ਕਿਹਾ ਕਿ ਇਹ ਕਾਰਵਾਈ ਟਾਲੀ ਜਾ ਸਕਦੀ ਸੀ, ਜ਼ਰੂਰੀ ਨਹੀਂ ਸੀ, ਲੇਕਿਨ ਇਹ ਇੱਕ ਬਹੁਤ ਵੱਡਾ ਬਲੰਡਰ ਜੋ ਸੀ ਸਾਡੀ ਕੌਮ ਦੇ ਨਾਲ ਕੀਤਾ ਗਿਆ। ਇਸੇ ਤਰੀਕੇ ਦੇ ਨਾਲ ਲੈਫਟੀ ਜਨਰਲ ਜੋ ਵੀਕੇ ਨਈਅਰ ਨੇ ਆਪਣੀ ਕਿਤਾਬ ਜੋ ਉਸਨੇ ਲਿਖੀ ਹੈ ਬ੍ਰਾਡ ਫਰਮ ਵਿਦਿਨ, ਉਸ ਦੇ ਵਿੱਚੋਂ ਲਿਖਦਾ ਹੈ ਕਿ ਮੈਂ ਇਹ ਆਪਰੇਸ਼ਨ ਫੈਬਰਵਰੀ ਵਿੱਚ ਕਰਨ ਨੂੰ ਜਾ ਰਹੇ ਸਨ, ਮੈਂ ਇਸ ਨੂੰ ਰੋਕਣ ਵਿੱਚ ਕਾਮਯਾਬ ਹੋਇਆ ਕਿਉਂਕਿ ਮੈਂ ਨਹੀਂ ਸਨ ਚਾਹੁੰਦਾ ਕਿ ਫੌਜ ਇਸ ਮਸਲੇ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਇਨਵੋਲਵ ਹੋ ਜਾਵੇ। ਜਨਰਲ ਗੋਰਧਨ ਸਿੰਘ ਜੰਵਾਲ ਜੋ MLC ਰਹੇ ਨੇ ਜੰਮੂ ਕਸ਼ਮੀਰ ਰਿਆਸਤ ਦੇ, ਨਾਲ ਜੋ ਨੇ ਉਹ ਅਸਾਮ ਦੇ ਵੀ ਗਵਰਨਰ ਰਹੇ ਨੇ, ਉਹਨਾਂ ਨੇ ਬਿਲਕੁਲ ਸਾਫ਼ ਤੌਰ ਦੇ ਉੱਤੇ ਇਸ ਨੂੰ ਇਨਕਾਰ ਕੀਤਾ ਕਿ ਆਪਰੇਸ਼ਨ ਨਹੀਂ ਕੀਤਾ। ਜਨਰਲ SK ਸਿਨਹਾ ਉਸ ਦੇ ਮੁਤਾਬਕ ਉਸਨੇ, ਜਦੋਂ ਮੈਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਉਹਨਾਂ ਨੇ ਆਪਣਾ ਤਰੀਕਾਕਾਰ ਦੱਸਿਆ ਸੀ, ਲੇਕਿਨ ਇੱਕ ਗੱਲ ਹੋਰ ਉਹਨਾਂ ਦੀ ਸਾਹਮਣੇ ਆਈ। ਉਹ ਕਹਿੰਦੇ ਨੇ ਕਿ ਮੇਰੇ ਕੋਲੋਂ ਚੌਕ ਮਹਿਤੇ ਦੇ ਵਿੱਚ ਜਦੋਂ ਸੰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਦੋਂ ਮੇਰੇ ਤੋਂ ਟੈਂਕ ਮੰਗੇ ਗਏ, ਮੈਂ ਟੈਂਕ ਨਹੀਂ ਦਿੱਤੇ, ਟੈਂਕਾਂ ਵਾਸਤੇ ਮੈਂ ਇਨਕਾਰ ਹੋ ਗਿਆ। ਫਿਰ ਉਸ ਤੋਂ ਬਾਅਦ ਕਹਿੰਦੇ ਮੈਂ ਕਿਤੇ ਗਿਆ ਹੋਇਆ ਸੀ, ਆਰਮੀ ਨੂੰ ਬੁਲਾਇਆ ਗਿਆ ਕਿ ਆਰਮੀ ਆਪਰੇਸ਼ਨ ਕਰੇਗੀ, ਜਦੋਂ ਮੈਂ ਆਇਆ ਗੋਰਖਾ ਰੈਜੀਮੈਂਟ ਨੂੰ ਤਿਆਰ ਰੱਖਿਆ ਗਿਆ ਹੋਇਆ ਸੀ, ਮੈਂ ਬਿਲਕੁਲ ਇਨਕਾਰ ਹੋ ਗਿਆ। ਇੱਥੇ ਤੱਕ ਕਿ ਮੈਨੂੰ ਡਿਫੈਂਸ ਮਿਨਿਸਟਰ ਨੇ ਪੁੱਛਿਆ ਕਿ ਕੀ ਤੂੰ ਪ੍ਰਧਾਨ ਮੰਤਰੀ ਦੀ ਗੱਲ ਨਹੀਂ ਮੰਨਦਾ, ਮੈਂ ਉਸ ਨੂੰ ਕਿਹਾ ਮੈਂ ਉਹਦੇ ਨਾਲ ਖੁਦ ਗੱਲ ਕਰਾਂਗਾ। ਕਹਿੰਦਾ ਮੈਂ ਕਿਸੇ ਹਾਲਤ ਵਿੱਚ ਵੀ ਇਹੋ ਜਿਹਾ ਆਪਰੇਸ਼ਨ ਕਰਨ ਵਾਸਤੇ ਤਿਆਰ ਨਹੀਂ ਸੀ। ਤੇ ਇਹੋ ਜਿਹਾ ਜ਼ੁਲਮ ਜੋ ਸੀ ਉਹ ਸਿੱਖਾਂ ਦੇ ਨਾਲ ਕੀਤਾ ਗਿਆ। ਫਿਰ ਜਦੋਂ ਅਸੀਂ ਬਾਕੀ ਸਰੋਤ ਜੋ ਨੇ ਉਹਨਾਂ ਨੂੰ ਪੜ੍ਹਦੇ ਹਾਂ, ਉਹਦੇ ਮੁਤਾਬਕ ਬਹੁਤ ਵੱਡੇ ਇਸ ਜ਼ੁਲਮ ਦੇ ਵਾਸਤੇ ਜੋ ਬਾਕੀ ਸਾਡੇ ਕੋਲ ਸਰੋਤ ਨੇ ਉਹ ਇਹ ਗੱਲ ਦੱਸਦੇ ਨੇ ਕਿ ਇਹ ਇੱਕ ਪਲਾਨਡ ਆਪਰੇਸ਼ਨ ਸੀ ਅਤੇ ਇਹ ਉਸ ਦੇ ਜੋ ਸਿਆਸੀ ਲੋਕੀ ਨੇ ਉਹਨਾਂ ਦੇ ਮੁਤਾਬਕ PC ਅਲੈਗਜ਼ੈਂਡਰ ਲਿਖਦਾ ਹੈ ਆਪਰੇਸ਼ਨ ਬਲੂ ਸਟਾਰ ਜੋ ਸੀ ਇਟ ਨਾਟ ਗੋ ਐਜ਼ ਪਲਾਨਡ, ਜੋ circles.com ਇੱਕ ਹੈ ਸਾਈਟ, ਉਹਦੇ ਉੱਤੇ ਉਹਦਾ ਬਿਆਨ ਹੈ ਕਿ ਇਹ ਜਿਹੜਾ ਆਪਰੇਸ਼ਨ ਬਲੂ ਸਟਾਰ ਸੀ ਇਹ ਜਿਸ ਤਰ੍ਹਾਂ ਦਾ ਪਲਾਨ ਕੀਤਾ ਗਿਆ ਉਸ ਤਰ੍ਹਾਂ ਨਹੀਂ ਹੋਇਆ ਤੇ ਰਾਈਟ ਡਿਸੀਜਨ ਰਾਂਗ ਇੰਪਲੀਮੈਂਟ ਉਸਨੇ ਦੂਜਾ ਬਿਆਨ ਇਹਦੇ ਵਾਸਤੇ ਦਿੱਤਾ ਹੈ। ਇਸੇ ਤਰੀਕੇ ਦੇ ਨਾਲ RK ਧਵਨ ਉਹਦੇ ਮੁਤਾਬਕ ਕਾਲੀ ਵਿੱਚ ਲਿਆ ਗਿਆ ਇਹ ਗਲਤ ਫੈਸਲਾ ਸੀ। ਅਰਨ ਜੇਟਲੇ ਨੇ 15 ਜਨਵਰੀ 2014 ਨੂੰ ਭਾਰਤੀ ਸਰਕਾਰ ਦੇ ਕੋਲੋਂ ਮੰਗ ਕੀਤੀ ਹੈ ਕਿ ਬ੍ਰਿਟੇਨ ਦਾ ਜੋ ਇਨਵੋਲਵਮੈਂਟ ਹੈ ਉਹ ਸਾਫ਼ ਕਰਕੇ ਦੱਸਿਆ ਜਾਵੇ ਕਿ ਜੇਕਰ 6 ਮਹੀਨੇ ਪਹਿਲਾਂ ਉਹਨਾਂ ਦੇ ਕਮਾਂਡੋਸ ਤਿਆਰ ਕਰ ਰਹੇ ਨੇ, ਤੁਸੀਂ ਤਾਂ ਕਹਿੰਦੇ ਹੋ ਅਸੀਂ ਆਪਰੇਸ਼ਨ ਜੋ ਹੈ 1984 ਦੇ ਵਿੱਚ ਕੀਤਾ ਹੈ। ਇਸੇ ਤਰੀਕੇ ਦੇ ਨਾਲ ਹੋਰ ਜੋ ਨੇ ਜਿਹਦੇ ਵਿੱਚ ਇੰਦਰਾ ਗਾਂਧੀ ਦੇ ਬਾਰੇ ਚ ਕੁਲਦੀਪ ਨਈਅਰ ਨੇ ਖੁਦ ਕਿਹਾ ਕਿ ਉਹਦੇ ਕੋਲ ਅਰਨ ਨਹਿਰੂ ਨੇ ਇਸ ਗੱਲ ਨੂੰ ਮੰਨਿਆ ਕਿ ਉਸ ਆਪਰੇਸ਼ਨ ਦੀ ਤਿਆਰੀ ਬੜੀ ਦੇਰ ਪਹਿਲਾਂ ਕੀਤੀ ਗਈ ਸੀ। ਫਿਰ ਇਸੇ ਤਰੀਕੇ ਦੇ ਨਾਲ ਪ੍ਰਣਬ ਮੁਖਰਜੀ ਫਾਰਮਰ ਜੋ ਸਾਡੇ ਰਾਸ਼ਟਰਪਤੀ ਨੇ ਉਹਨਾਂ ਨੇ ਕਿਹਾ ਮੈਂ ਉਸ ਨੂੰ ਰੋਕਿਆ ਸੀ, ਉਹਦੀ ਅਖਬਾਰ ਦੇ ਅੰਦਰ ਸਾਡੇ ਕੋਲ ਕਟਿੰਗ ਹੈ। ਅੰਨਾ ਹਜ਼ਾਰੇ ਜਦੋਂ ਦਰਬਾਰ ਸਾਹਿਬ ਆਏ ਉਹਨਾਂ ਨੇ ਕਿਹਾ ਇੰਦਰਾ ਗਾਂਧੀ ਦੀ ਇਹ ਬਹੁਤ ਵੱਡੀ ਭੁੱਲ ਸੀ। ਜਨਰਲ ਬਰਾੜ ਜਿਹੜਾ ਖੁਦ ਇਸ ਆਪਰੇਸ਼ਨ ਜਿਸਨੇ ਕੀਤਾ ਹੈ ਉਹ ਆਪਣੀ ਕਿਤਾਬ ਦੇ ਅੰਦਰ ਲਿਖਦਾ ਹੈ ਕਿ ਇਸ ਆਪਰੇਸ਼ਨ ਨੂੰ ਟਾਲਿਆ ਜਾ ਸਕਦਾ ਸੀ, ਇਹ ਫੈਸਲਾ ਗਲਤ ਸੀ, ਹੋਰ ਵੀ ਤਰੀਕੇ ਸਨ। ਗੱਲ ਵੱਖਰੀ ਹੈ, ਉਹਨੇ ਗਵਰਨਮੈਂਟ ਦੀ ਗੱਲ ਕਰਨੀ ਹੈ, ਉਹ ਉਸ ਵੇਲੇ ਮਛਰਿਆ ਹੋਇਆ ਸੀ ਕਿਉਂਕਿ ਜਿਹੜੇ ਬਾਕੀ ਜਰਨਲ ਸਨ ਉਹਨਾਂ ਨੇ ਕਸਮ ਖਾਣ ਵੇਲੇ, ਹੁਣ ਮੇਰੇ ਕੋਲ ਸਮਾਂ ਨਹੀਂ ਪੂਰੀ ਕਸਮ ਪੜ੍ਹ ਕੇ ਸੁਣਾਵਾਂ, ਉਹਦੀ ਆਖਰੀ ਜੋ ਲਾਈਨ ਹੁੰਦੀ ਹੈ ਉਹਦੇ ਵਿੱਚ ਇਹ ਹੁੰਦਾ ਹੈ ਕਿ ਮੈਨੂੰ ਜਿੱਥੇ ਵੀ ਭੇਜਿਆ ਜਾਏਗਾ ਉਹਦੇ ਵਿੱਚ wherever ordered by land, sea or air and that I will observe and obey all, observe and obey। ਲੇਕਿਨ ਬਾਕੀਆਂ ਨੇ observe ਕਰ ਲਿਆ ਕਿ ਅਸੀਂ ਆਪਣੇ ਲੋਕਾਂ ਨੂੰ ਨਹੀਂ ਮਾਰ ਸਕਦੇ। ਇਹ ਉਸ ਲਈ ਮਛਰਿਆ ਹੋਇਆ ਸੀ ਕਿ ਇੰਦਰਾ ਗਾਂਧੀ ਮੈਨੂੰ ਜ਼ਰੂਰ ਜੋ ਹੈ ਉਹਦੀਆਂ ਗੁੱਡ ਬੁੱਕਸ ਵਿੱਚ ਮੈਂ ਆ ਜਾਵਾਂਗਾ ਤੇ ਉਹ ਕਹਿੰਦਾ ਹੈ ਕਿ ਇਸ ਨੂੰ ਰੋਕਿਆ ਜਾ ਸਕਦਾ ਸੀ ਪਰ ਰੋਕਿਆ ਨਹੀਂ ਗਿਆ। ਬਾਕੀ ਮੈਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਸੁਬਰਾਮਨੀਅਮ ਸਵਾਮੀ ਜੋ ਹੈ ਉਹ ਦੇ ਮੁਤਾਬਕ ਜੋ ਹੈ ਕਿ ਸੰਤ ਜੋ ਸਨ ਇੱਕ ਬਹੁਤ ਵੱਡੇ ਸੰਤ ਸਨ। ਕਾਤਲ ਪ੍ਰਵੀਨ ਤੋਗੜੀਆ KPS ਗਿੱਲ ਨੇ 16 ਨਵੰਬਰ 2013 ਨੂੰ ਅਸਾਮ ਦੇ ਵਿੱਚੋਂ ਸੰਤ ਸਨ ਇੱਕ ਬਿਆਨ ਜਾਰੀ ਕਰਕੇ ਇਸ ਗੱਲ ਦੀ ਨਿਖੇਧੀ ਕੀਤੀ ਕਿ ਆਪਰੇਸ਼ਨ ਬਲੂ ਸਟਾਰ ਸਰਕਾਰ ਦੀ ਬਹੁਤ ਵੱਡੀ ਗਲਤੀ ਸੀ ਜਿਸ ਨੇ ਸਿੱਖ ਨੌਜਵਾਨਾਂ ਵਿੱਚ
ਬੇਗਾਨਗੀ ਦਾ ਅਹਿਸਾਸ ਪੈਦਾ ਕੀਤਾ ਅਤੇ ਉਹਨਾਂ ਨੇ ਆਪਣੇ ਆਪ ਨੂੰ ਇਸ ਦੇਸ਼ ਦੇ ਅੰਦਰ ਦੂਜੇ ਨੰਬਰ ਦਾ ਸ਼ਹਿਰੀ ਸਮਝਿਆ ਹੈ। ਉਹ ਇਹੋ ਜਿਹੇ ਕਾਤਲ ਜਿਨ੍ਹਾਂ ਨੇ ਸਿੱਖ ਜਵਾਨੀ ਦਾ ਘਾਣ ਕੀਤਾ, ਉਹ ਵੀ ਇਹ ਮਹਿਸੂਸ ਕਰਦੇ ਨੇ ਕਿ ਉਸ ਵੇਲੇ ਸਰਕਾਰ ਦੀ ਇੱਕ ਬਹੁਤ ਵੱਡੀ ਗਲਤੀ ਸੀ ਜੋ ਉਹਨਾਂ ਨੇ ਦਰਬਾਰ ਸਾਹਿਬ ਦੇ ਉੱਤੇ ਫੌਜੀ ਹਮਲਾ ਕੀਤਾ। ਅਤੇ ਉਹ ਇਸ ਗੱਲ ਵਿੱਚ ਕਹਿ ਰਿਹਾ ਸੀ ਕਿ ਮੈਂ ਦੇਸ਼ ਦੇ ਅੰਦਰੂਨੀ ਮਸਲਿਆਂ ਅੰਦਰ ਫੌਜ ਵੱਲੋਂ ਕੀਤੀ ਗਈ ਕਿਸੇ ਵੀ ਕਾਰਵਾਈ ਦੀ ਸਖਤ ਨਿੰਦਾ ਕਰਦਾ। ਮੈਂ ਕਦੇ ਵੀ ਇਸ ਹੱਕ ਵਿੱਚ ਨਹੀਂ ਰਿਹਾ ਕਿ ਲਾਅ ਐਂਡ ਆਰਡਰ ਦੇ ਮਸਲੇ ਦੇ ਅੰਦਰ ਫੌਜ ਦਾ ਇਸਤੇਮਾਲ ਕੀਤਾ ਜਾਵੇ। ਇਸੇ ਤਰੀਕੇ ਦੇ ਨਾਲ ਜਦੋਂ ਅਸੀਂ ਕੁਝ ਨਿਊਜ਼ਪੇਪਰਸ ਨੂੰ ਦੇਖਦੇ ਹਾਂ ਜਿਨ੍ਹਾਂ ਨੇ ਇਸ ਆਪਰੇਸ਼ਨ ਦੇ ਬਾਰੇ ਵਿੱਚ ਲਿਖਿਆ ਕਿ ਆਪਰੇਸ਼ਨ ਹੈ ਕੀ ਸੀ, ਤਾਂ ਫਿਰ ਬ੍ਰਿਟਿਸ਼ ਪੇਪਰ ਹੈ ਉਸ ਦੀ ਸੰਡੇ ਟਾਈਮਸ ਦੀ ਰਿਪੋਰਟਰ ਨੇ 17 ਜੂਨ 1984 ਨੂੰ ਉਹਦੇ ਮੁਤਾਬਕ ਪਹਿਲੀ ਵਾਰ ਆਜ਼ਾਦੀ ਤੋਂ ਬਾਅਦ ਇੰਨੀ ਵੱਡੀ ਫੌਜ ਦਾ ਇਸਤੇਮਾਲ ਹੋਇਆ। ਰਵਾਇਤੀ ਹਥਿਆਰਾਂ ਦੇ ਨਾਲ 72 ਘੰਟੇ ਜੰਗਜੂਆਂ ਨੇ ਗਹਿ ਚ ਲੜਾਈ ਕੀਤੀ। ਸੰਡੇ ਟੈਲੀਗ੍ਰਾਫ 10/6/1984 ਨੂੰ ਉਹਦੇ ਵਿੱਚ R.H. ਗ੍ਰੀਨਫੀਲਡ ਉਹ ਲਿਖਦਾ ਹੈ ਕਿ ਮੁਗਲ ਬਾਦਸ਼ਾਹਾਂ ਤੇ ਅੰਗਰੇਜ਼ਾਂ ਨੇ ਵੀ ਸਿੱਖਾਂ ਦੇ ਮਸਲਿਆਂ ਦੇ ਲਈ ਫੌਜਾਂ ਵਰਤੀਆਂ, ਪਰ ਉਹਨਾਂ ਨੇ ਸਿਰਫ ਉਹਨਾਂ ਦੇ ਸਤਿਕਾਰਯੋਗ ਸ਼ਹੀਦਾਂ ਦੀ ਲਿਸਟ ਜੋ ਸੀ ਉਸੇ ਦੀ ਗਿਣਤੀ ਵਿੱਚ ਵਾਧਾ ਕੀਤਾ। ਸਿੱਖਾਂ ਦੀ ਯਾਦ ਸ਼ਕਤੀ ਉਹ ਕਹਿੰਦਾ ਲੰਬੇ ਅਰਸੇ ਤੱਕ ਚੱਲਦੀ ਹੈ ਤੇ ਉਸ ਦੇ ਮੁਤਾਬਕ ਉਹਨਾਂ ਨੇ 1919 ਨੂੰ ਨਾ ਭੁੱਲਿਆ ਤੇ ਨਾ ਬਖਸ਼ਿਆ ਜੋ ਜਲਿਆਂਵਾਲੇ ਬਾਗ ਦੇ ਵਿੱਚ ਜਨਰਲ ਡਾਇਰ ਨੇ ਕੀਤਾ ਸੀ। ਤੇ ਕਹਿੰਦਾ ਕਿ ਹਰਮੰਦਰ ਸਾਹਿਬ ਦੇ ਪਵਿੱਤਰ ਸ਼ਹਿਰ ਦੇ ਅੰਦਰ ਇੰਦਰਾ ਗਾਂਧੀ ਦੇ ਕੋਲ ਸ਼ਾਇਦ ਹੀ ਉਹ ਲਾਜਿਕ ਹੋਵੇ ਕਿ ਉਹ ਦੁਨੀਆ ਨੂੰ ਦੱਸ ਸਕੇ ਕਿ ਉਸਨੇ ਉਹ ਜਿਹਾ ਆਪਰੇਸ਼ਨ ਕਿਉਂ ਕੀਤਾ। ਦ ਟਾਈਮਸ ਪੇਪਰ ਜੋ ਹੈ 9/6/84 ਨੂੰ ਮਾਈਕਲ ਹੈਮਲਿਨ ਨੇ ਇੱਕ ਰਿਪੋਰਟ ਲਿਖੀ। ਉਹ ਲਿਖਦਾ ਹੈ ਵਾਈਲ ਦ ਇੰਪੈਕਟ ਆਫ ਇੰਦਰਾ ਗਾਂਧੀਜ਼ ਐਕਸ਼ਨ ਕੈਨ ਨਾਟ ਯੈਟ ਬੀ ਮੇਜਰਡ ਸ਼ੀ ਕੈਨ ਸ਼ੋਰ ਆਫ ਹਰਡ ਫੈਲਟ ਵੋਟਸ ਆਫ ਥੈਂਕਸ ਫਰਮ ਦਾ ਹਿੰਦੂ ਇਨ ਦਾ ਨਾਰਥ ਈਸਟ। ਉਹਦੇ ਮੁਤਾਬਕ ਸ਼ਾਇਦ ਉਸ ਨੂੰ ਹਿੰਦੂਆਂ ਦੇ ਕੋਲੋਂ ਇਹ ਫਾਇਦਾ ਲੱਭ ਸਕਦਾ ਹੈ। ਲੇਕਿਨ ਸੰਡੇ ਟਾਈਮਸ ਦੀ 16/6/84 ਦੀ ਇੱਕ ਰਿਪੋਰਟ ਹੈ। ਉਹ ਲਿਖਦਾ ਹੈ ਹਿਸਟੋਰੀਕਲ ਪੈਰਲਲਸ ਮੇ ਬੀ dangerous but last week's killing in Golden Temple Amritsar massacre of 1919 have some remarkable similarities। ਉਹਨੇ ਕਿਹਾ ਕਿ ਇਹ 1919 ਦਾ ਤੇ ਅੱਜ ਦਾ ਜੋ ਕਤਲੋਗਾਰਤ ਹੈ ਇਹਨਾਂ ਦੀ ਆਪਸ ਦੇ ਵਿੱਚ ਕੁਝ ਸਿਮਿਲਰਿਟੀਜ਼ ਨੇ। ਰੋਬਿਨ ਲਸਟਿੰਗ ਆਬਜ਼ਰਵਰ 17/6/1984 ਦੇ ਉਸ ਮੈਗਜ਼ੀਨ ਦੇ ਅੰਦਰ ਲਿਖਦਾ ਹੈ the 1984 battle of Golden Temple like the 1919 massacre of Jallianwala Bagh marks the beginning of a new potentially turbulent chapter in the Indian history. The chapter which opened in 1919 ended with the departure of British. The new one is 10 days old and no one can say how it will end. ਉਹਨੇ ਕਿਹਾ ਕਿ ਕੁਝ ਨਹੀਂ ਕੀਤਾ ਜਾ ਸਕਦਾ ਕਿ ਇਹ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਵੇਗਾ। ਅਤੇ ਬਿਲਕੁਲ ਜਦੋਂ ਪਾਲਮਪੁਰ ਹਵਾਈ ਅੱਡੇ ਦੇ ਉੱਤੇ ਇੰਦਰਾ ਗਾਂਧੀ ਆਪਣੇ ਮਰਨ ਤੋਂ 2 ਦਿਨ ਪਹਿਲਾਂ ਆ ਕੇ ਉਤਰਦੀ ਹੈ, ਪ੍ਰੈਸ ਰਿਪੋਰਟਰਾਂ ਨੇ ਉਹਦੇ ਕੋਲ ਪੁੱਛਿਆ ਕਿ ਬੀਬੀ ਤੁਸੀਂ ਜੋ ਸਿੱਖਾਂ ਦੇ ਉੱਤੇ ਇਹ ਜ਼ੁਲਮ ਕੀਤਾ ਹੈ, ਜੋ ਆਪਰੇਸ਼ਨ ਕੀਤਾ ਹੈ, ਇਹ ਤੁਸੀਂ ਕਿਉਂਕਿ ਉਸ ਦਿਨ ਸ਼ਾਇਦ ਉਸੇ ਪਾਲਮਪੁਰ ਹਵਾਈ ਅੱਡੇ ਦੇ ਉੱਤੇ ਜਦੋਂ ਸ਼ਹੀਦ ਊਧਮ ਸਿੰਘ ਦੀਆਂ ਹਸਤੀਆਂ ਆਈਆਂ ਸਨ ਉਹ ਲਈਆਂ ਗਈਆਂ ਸਨ, ਉਹਨੂੰ ਯਾਦ ਕਰਵਾਇਆ ਗਿਆ ਕਿ ਇਸੇ ਪਾਲਮਪੁਰ ਹਵਾਈ ਅੱਡੇ ਦੇ ਉੱਤੇ ਤੁਸੀਂ ਸ਼ਹੀਦ ਊਧਮ ਸਿੰਘ ਦੀਆਂ ਹਸਤੀਆਂ ਲਈਆਂ ਸਨ ਤੇ ਉਹ ਜੋ ਜਲਿਆਂਵਾਲੇ ਬਾਗ ਦੇ ਕਤਲੋਗਾਰਤ ਹੋਈ ਸੀ ਉਸੇ ਸ਼ਹਿਰ ਵਿੱਚ ਜੋ 1984 ਵਰਤਾਰਾ ਵਾਪਰਿਆ ਹੈ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ। ਉਸਨੇ ਕਿਹਾ ਨੋ ਕਮੈਂਟ। ਉਹਨਾਂ ਨੇ ਕਿਹਾ ਕਿ ਤੁਹਾਨੂੰ ਕੋਈ ਪਛਤਾਵਾ ਹੈ ਤੇ ਉਹ ਰਿਪੋਰਟਰ ਕਹਿ ਰਹੇ ਸਨ ਉਹਦੀਆਂ ਅੱਖਾਂ 'ਚ ਆਂਸੂ ਸਨ ਤੇ ਉਹ ਕਹਿਣ ਲੱਗੀ ਕਿ ਕੋਈ ਕਮੈਂਟ ਨਹੀਂ ਕਰ ਸਕਦੀ। ਔਰ ਬਿਲਕੁਲ 2 ਦਿਨਾਂ ਦੇ ਬਾਅਦ ਉਸ ਦੀ ਸ਼ਾਇਦ ਜੋ ਸੀ ਮੌਤ ਹੋ ਗਈ। ਪਰ ਗੁਰੂ ਪਿਆਰ ਵਾਲਿਓ, ਮੈਂ ਹੁਣ ਸਮੇਂ ਦੇ ਅੰਦਰ ਤੁਹਾਡੇ ਨਾਲ ਪੱਖ ਰੱਖ ਲਵਾਂ ਕਿ ਭਾਈ ਜੋ ਲੋਕੀ ਉਛਲੇ ਸਨ, ਮਛਲੇ ਸਨ ਇਸ ਆਪਰੇਸ਼ਨ ਦੇ ਅੰਦਰ, ਉਹ ਅੱਜ ਕੁਰਲਾ ਰਹੇ ਨੇ। ਜੇਕਰ ਤੁਸੀਂ ਬਰਾੜ ਦੀ ਕਿਤਾਬ ਨੂੰ ਪੜ੍ਹੋ, ਉਹ ਕਹਿੰਦਾ ਮੈਨੂੰ ਕੋਈ ਪੁਰਸਕਾਰ ਨਹੀਂ ਦਿੱਤਾ ਗਿਆ, ਮੈਨੂੰ ਪੁਰਸਕਾਰ ਨਹੀਂ ਦਿੱਤਾ ਗਿਆ। ਕਹਿੰਦਾ ਮੇਰੇ ਰਿਸ਼ਤੇਦਾਰ, ਮੇਰਾ ਸਾਕਾ ਮਾਮਾ ਤੱਕ ਮੇਰੇ ਨਾਲ ਕਦੀ ਬੋਲਿਆ ਨਹੀਂ। ਪੁੱਤਰ ਮੇਰਾ ਮਾਰਿਆ ਗਿਆ, ਐਕਸੀਡੈਂਟ ਦੇ ਅੰਦਰ ਮਰ ਗਿਆ, ਮੈਨੂੰ ਪੁਲਿਸ ਨੇ ਲਾਸ਼ ਤੱਕ ਨਹੀਂ ਦਿੱਤੀ। ਕਹਿੰਦਾ ਮੈਂ ਬਿਮਾਰ ਹਾਂ, ਮੇਰੀ ਕੋਈ ਪੁੱਛ ਨਹੀਂ ਕਰ ਰਿਹਾ, ਕਿਸੇ ਨੇ ਮੇਰੀ ਮਦਦ ਨਹੀਂ ਕੀਤੀ। ਗੁਰੂ ਪਿਆਰ ਵਾਲਿਓ, ਮੈਡਲ ਜਿਸ ਦੇ ਵਾਸਤੇ ਉਹ ਕਰ ਰਿਹਾ ਸੀ, ਉਹ ਮੈਡਲ ਉਸ ਨੂੰ ਨਹੀਂ ਲੱਭਿਆ, ਉਹ ਕੁਰਲਾ ਰਿਹਾ ਹੈ। ਲੇਕਿਨ ਦੂਜੇ ਪਾਸੇ ਅੱਜ ਇੱਕ ਰਿਕਾਰਡ ਜੇ ਕਿ ਭਗਤ ਸਿੰਘ ਦੀ ਤਸਵੀਰ ਸਭ ਤੋਂ ਜ਼ਿਆਦਾ ਵਿਕਣ ਵਾਲੀ ਸੀ, ਲੇਕਿਨ ਉਹਨੂੰ ਪੂਰਾ ਭਾਰਤ ਵਰਸ਼ ਖਰੀਦ ਰਿਹਾ ਸੀ। ਅੱਜ ਵਰਲਡ ਰਿਕਾਰਡ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਸਭ ਤੋਂ ਜ਼ਿਆਦਾ ਦੁਨੀਆ ਦੇ ਅੰਦਰ ਵਿਕਣ ਵਾਲੀ ਤਸਵੀਰ ਹੈ।
ਫਿਰ ਜਦੋਂ ਅਸੀਂ ਇਸ ਚੀਜ਼ ਨੂੰ ਦੇਖਦੇ ਹਾਂ ਕਿ ਸਾਰੀਆਂ ਜੰਗਾਂ ਜਿੱਤਣ ਲਈ ਨਹੀਂ ਹੁੰਦੀਆਂ। ਕਈ ਵਾਰ ਇਹ ਗੱਲ ਕਹੀ ਜਾਂਦੀ ਹੈ ਕਿ ਭਾਈ ਸਾਨੂੰ ਪ੍ਰਾਪਤੀ ਕੀ ਹੋਈ, ਮੈਂ ਬੇਨਤੀ ਕੀਤੀ ਸੀ, ਅੱਜ ਵਿਸ਼ਵ ਸਾਨੂੰ ਪਹਿਚਾਨ ਰਿਹਾ ਔਰ ਵਿਸ਼ਵ ਦੇ ਵਿੱਚੋਂ ਸਾਡੀਆਂ ਆਵਾਜ਼ਾਂ ਨੇ, ਅੱਜ ਸਾਡੀ ਆਇਡੈਂਟੀਟੀ ਬਣ ਚੁੱਕੀ ਹੈ। ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਸਾਰੀਆਂ ਜੰਗਾਂ ਜਿੱਤਣ ਲਈ ਨਹੀਂ ਹੁੰਦੀਆਂ। ਕਈ ਵਾਰ ਜੰਗਾਂ ਜੋ ਨੇ ਉਹ ਆਪਣੇ ਆਪ ਨੂੰ ਜ਼ਿੰਦਾ ਹੋਣ ਦਾ ਅਹਿਸਾਸ ਕਰਨ ਵਾਸਤੇ ਵੀ ਲੜੀਆਂ ਜਾਂਦੀਆਂ ਨੇ, ਆਪਣੀ ਅਣਖ ਨੂੰ ਜ਼ਿੰਦਾ ਹੋਣ ਦਾ ਅਹਿਸਾਸ ਕਰਾਉਣ ਵਾਸਤੇ ਵੀ ਲੜੀਆਂ ਜਾਂਦੀਆਂ ਨੇ। ਅਤੇ ਇਹ ਜੰਗ ਵੀ ਉਹਦੇ ਵਿੱਚੋਂ ਇੱਕ ਸੀ, ਕਿਉਂਕਿ ਸਰਕਾਰ ਚਾਹੁੰਦੀ ਸੀ, ਪਰਖਣਾ ਚਾਹੁੰਦੀ ਸੀ ਕਿ ਸਿੱਖਾਂ ਦੇ ਅੰਦਰੋਂ ਅਣਖ ਤੇ ਗੈਰਤ ਹੈ ਜਾਂ ਮਰ ਚੁੱਕੀ ਹੈ। ਗੁਰੂ ਪਿਆਰ ਵਾਲਿਓ, ਅਕਾਲ ਤਖਤ ਸਾਹਿਬ ਢਹਿ ਹੋ ਗਿਆ ਤੇ ਦਰਬਾਰ ਸਾਹਿਬ ਵਿੱਚ ਗੋਲੀਆਂ ਲੱਗੀਆਂ। ਇਹਦੇ ਪਿੱਛੇ ਇੱਕ ਵੱਡਾ ਫਲਸਫਾ ਜੇ। ਗੁਰੂ ਗ੍ਰੰਥ ਸਾਹਿਬ ਜੀ ਦੀ ਗੋਲੀਆਂ ਲੱਗੀਆਂ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜੋ ਨੇ ਉਹ ਸਾੜੇ ਗਏ। ਗੁਰੂ ਸਿੱਖ ਦੇ ਨਾਲ ਹੈ। ਜੇ ਕਿਤੇ ਸਿੱਖ ਨੂੰ ਗੋਲੀ ਲੱਗਦੀ ਹੈ, ਗੁਰੂ ਪਾਤਸ਼ਾਹ ਦੇ ਵਿੱਚ ਵੀ ਗੋਲੀ ਲੱਗੀ ਹੈ। ਜੇ ਕਿਤੇ ਸਿੱਖ ਨੂੰ ਸਾੜਿਆ ਗਿਆ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੀ ਸਾੜੇ ਗਏ। ਲੇਕਿਨ ਅਕਾਲ ਤਖਤ ਸਾਹਿਬ ਢਾਹ ਕਰਨਾ ਇੱਕ ਨਿਸ਼ਾਨੀ ਹੈ ਕਿ ਸਿੱਖਾਂ ਨੂੰ ਆਪਣੇ ਰਾਜ ਭਾਗ ਦੇ ਉਹਨਾਂ ਦੀ ਸੁਰਤੀ ਚੋਂ ਇਸ ਨੂੰ ਮਲੀਆਮੇਟ ਕਰਨਾ ਹੈ। ਨਹੀਂ ਕਰ ਸਕਦੇ। ਅਕਾਲ ਤਖਤ ਨੂੰ ਇੱਕ ਵਾਰ ਛੱਡ ਕੇ ਕਿੰਨੀ ਵਾਰ ਵੀ ਢਾਇਆ ਜਾਵੇ, ਉਹ ਕਦੀ ਵੀ ਸਿੱਖਾਂ ਦੀ ਸੁਰਤੀ ਚੋਂ ਬਾਹਰ ਨਹੀਂ ਕੱਢਿਆ ਜਾ ਸਕਦਾ। ਦਰਬਾਰ ਸਾਹਿਬ ਵਿੱਚ ਲੱਗੀ ਹੋਈ ਗੋਲੀ ਇਸ ਗੱਲ ਦੀ ਨਿਸ਼ਾਨੀ ਹੈ ਕਿ ਇਹ ਜੋ ਤਾਕਤਾਂ ਨੇ, ਫਿਰਕੂ ਤਾਕਤਾਂ, ਇਹ ਸਾਡੇ ਸਾਹਿਤ ਦੇ ਅੰਦਰ ਦਖਲ ਅੰਦਾਜ਼ੀ ਜੋ ਨੇ ਉਹ ਕਰਨਾ ਚਾਹੁੰਦੀਆਂ ਨੇ ਅਤੇ ਕਰ ਚੁੱਕੀਆਂ ਨੇ। ਸਾਹਿਤ ਨੂੰ ਵਿਗਾੜਨ ਦਾ ਯਤਨ ਹੈ। ਸਾਨੂੰ ਜੋ ਹੈ ਉਹ ਸਾਡੇ ਨੌਜਵਾਨਾਂ ਨੂੰ ਅੱਜ ਤਰੀਕਾਕਾਰ ਬਦਲਿਆ ਗਿਆ ਹੈ। ਗੁਰੂ ਪਿਆਰ ਵਾਲਿਓ, ਨਸ਼ੇ ਦੇ ਦਿੱਤੇ ਗਏ। ਫਿਜ਼ੀਕਲੀ ਸਿੱਖ ਨੌਜਵਾਨ ਨਸ਼ਿਆਂ ਦੇ ਨਾਲ ਮਰ ਜਾਏਗਾ। ਕੁਝ ਜੋ ਸੀ ਉਹਨਾਂ ਨੂੰ ਗੋਲੀਆਂ ਦੇ ਨਾਲ ਮਾਰਤਾ, ਕੁਝਾਂ ਨੂੰ ਨਸ਼ਿਆਂ ਵਾਲੇ ਪਾਸੇ ਲਾ ਦਿੱਤਾ। ਫਿਰ ਇੱਕ ਲਹਿਰ ਚੱਲੀ ਜਿਹਦੇ ਅੰਦਰ ਇਹ ਕੋਈ ਤਰੀਕੇਕਾਰ ਨੇ, ਭਾਈ ਸਾਹਿਤ ਵੀ ਇਹਨਾਂ ਦਾ ਵਿਗਾੜ ਦਿਓ, ਸਾਹਿਤ ਦੇ ਵਿੱਚ ਰਲਾ ਪਾ ਦਿਓ, ਸਿੱਖ ਨੂੰ ਆਪਣੀ ਮਾਤ ਭਾਸ਼ਾ ਤੋਂ ਦੂਰ ਕਰੋ, ਇਹ ਆਪਣੇ ਇਤਿਹਾਸ ਨੂੰ ਹੀ ਨਹੀਂ ਪੜ੍ਹ ਸਕੇਗਾ, ਸਿੱਖ ਨੂੰ ਆਪਣੇ ਗੁਰੂ ਘਰਾਂ ਤੋਂ ਦੂਰ ਕਰੋ, ਗੁਰੂ ਘਰਾਂ ਦੀ ਮਹੱਤਤਾ ਇਹਨਾਂ ਦੇ ਵਿੱਚੋਂ ਘਟਾ ਦਿਓ। ਫਿਰ ਇਸੇ ਤਰੀਕੇ ਦੇ ਨਾਲ ਜਦੋਂ ਨਸ਼ਿਆਂ ਦੇ ਨਾਲ ਲਾਓਗੇ ਉੱਥੇ ਮਰ ਜਾਣਗੇ। ਇੱਕ ਲਹਿਰ ਚੱਲੀ ਸੀ ਪੰਜਾਬ ਦੇ ਅੰਦਰ ਕਿ ਜੇ ਕਦੇ ਕੋਈ ਮਾਂ ਬੱਚੇ ਨੂੰ ਲੈ ਕੇ ਜਾਂਦੀ, ਮੇਰਾ ਬੱਚਾ ਕਮਜ਼ੋਰ ਕਿਉਂ ਹੈ, ਤੇ ਅੱਗੋਂ ਜਵਾਬ ਦਿੱਤਾ ਜਾਂਦਾ ਸੀ ਡਾਕਟਰ ਵੱਲੋਂ, ਜਿਹੜੇ ਨਾਨਸਿਕ ਸਨ, ਇਹਦੇ ਕੇਸ ਕਟਾ ਦੇ, ਇਹ ਕੇਸਾਂ ਦੇ ਕਰਕੇ ਕਮਜ਼ੋਰ ਹੋ ਰਿਹਾ। ਜੇ ਕਿਤੇ ਕੋਈ ਕਹਿੰਦਾ ਸੀ ਮੇਰਾ ਸਿਰ ਦਰਦ ਹੈ, ਉਹਨੂੰ ਕਿਹਾ ਜਾਂਦਾ ਸੀ ਕੇਸ ਕਤਲ ਕਰਾ ਦੇ। ਕੋਈ ਬਿਮਾਰੀ ਲੈ ਕੇ ਸਿੱਖ ਜਾਂਦਾ ਸੀ, ਇੱਕ ਵਿਉਂਤਬੰਦੀ ਦੇ ਨਾਲ ਉਹਨੂੰ ਕਿਹਾ ਜਾਂਦਾ ਸੀ ਕਿ ਤੁਸੀਂ ਆਪਣੇ ਕੇਸ ਜੋੜੇ ਉਹਨਾਂ ਨੂੰ ਕਤਲ ਕਰਵਾ ਦਿਓ। ਗੁਰੂ ਪਿਆਰ ਵਾਲਿਓ, ਫਿਰ ਅਸੀਂ ਦੇਖਦੇ ਹਾਂ ਕਿ ਜਰਨਲ ਸੁੰਦਰ ਜੀ, ਵੈਦਿਆਤਾ ਸਿੰਘਾਂ ਨੇ ਚਾੜ ਦਿੱਤਾ ਗੱਡੀ। ਸੁੰਦਰ ਜੀ, ਉਹਦੀ ਕਰਵਾਲੀ ਦੱਸਦੀ ਹੈ ਕਿ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਜਰਨਲ ਸੁੰਦਰ ਜੀ ਨੂੰ ਮੈਂ ਇੱਕ ਵਾਰ ਵੀ ਹੱਸਦਿਆਂ ਨਹੀਂ ਦੇਖਿਆ। ਡਿਪਰੈਸ਼ਨ ਦੇ ਅੰਦਰ ਚਲਾ ਗਿਆ। ਅਸਾਮ ਦੇ ਅੰਦਰ ਜਦੋਂ ਹਸਪਤਾਲ ਦੇ ਵਿੱਚ ਦਾਖਲ ਸੀ, ਜਰਨਲ AK ਸਿਨਹਾ ਕਹਿੰਦੇ ਨੇ, ਮੈਂ ਜਦੋਂ ਉਹਨੂੰ SK ਸਿਨਹਾ ਕਹਿੰਦੇ ਨੇ, ਮੈਂ ਉਹਨੂੰ ਮਿਲਣ ਗਿਆ, ਬੋਲ ਨਹੀਂ ਸੀ ਸਕਦਾ। ਮੈਨੂੰ ਦੇਖਦਿਆਂ ਹੀ ਅੱਖਾਂ ਚੋਂ ਆਂਸੂ ਚੱਲ ਪਏ, ਹੱਥ ਬਾਰ-ਬਾਰ ਆਪਣੇ ਚਿਹਰੇ ਦੇ ਉੱਤੇ ਮਾਰ ਰਿਹਾ ਸੀ। ਕਹਿੰਦਾ ਉਹ ਬੋਲ ਨਹੀਂ ਸੀ ਸਕਦਾ। ਮੈਨੂੰ ਇੰਝ ਲੱਗ ਰਿਹਾ ਸੀ ਕਿ ਉਹ ਦੱਸ ਰਿਹਾ ਸੀ ਕਿ ਮੈਨੂੰ ਸਿੱਖਾਂ ਦੇ ਨਾਲ ਕੀਤੇ ਹੋਏ ਜੋ ਜ਼ੁਲਮ ਨੇ, ਉਹਨਾਂ ਦੇ ਕਰਕੇ ਮੈਨੂੰ ਜੋ ਹੈ ਇਹ ਸਜ਼ਾ ਮਿਲੀ ਹੈ। ਗੁਰੂ ਪਿਆਰ ਵਾਲਿਓ, ਪੰਥ ਉਹਨਾਂ ਸਾਰਿਆਂ ਦਾ ਜਿਨ੍ਹਾਂ ਲੋਕਾਂ ਨੇ ਇਸ ਘੱਲੂਘਾਰੇ ਦੇ ਅੰਦਰ ਆਪਣੇ ਮੈਡਲ ਤੱਕ ਵਾਪਸ ਕੀਤੇ। ਸਰਦਾਰ ਹਰਿੰਦਰ ਸਿੰਘ ਜੀ ਐਂਬੈਸਡਰ ਸਨ, ਉਹਨਾਂ ਨੇ ਆਪਣੇ ਉਸ ਵੱਡੇ ਅਹੁਦੇ ਨੂੰ ਛੱਡ ਦਿੱਤਾ। ਬਾਹਰ ਸਨ, ਕਿਤੇ ਫਾਰਨ ਡਿਪਾਰਟਮੈਂਟ ਨਾਲ ਜੁੜੇ ਹੋਏ ਸਨ, ਨਾਰਵੇ ਸਨ ਸ਼ਾਇਦ, ਉਹਨਾਂ ਨੇ ਉਹਦਾ ਛੱਡ ਦਿੱਤਾ। ਖੁਸ਼ਵੰਤ ਸਿੰਘ ਨੇ ਆਪਣਾ ਮੈਡਲ ਵਾਪਸ ਕਰ ਦਿੱਤਾ। ਭਗਤ ਪੂਰਨ ਸਿੰਘ ਜੀ ਤੇ ਹੋਰ ਕਈ ਲੋਕੀ ਜੋ ਸਨ, ਉਹਨਾਂ ਨੇ ਪੰਥ ਦਰਦ ਦੇ ਵਿੱਚ ਆਪਣੇ ਜੋ ਸਰਕਾਰ ਵੱਲੋਂ ਸਨਮਾਨ ਸਨ ਉਹ ਸਾਰੇ ਦੇ ਸਾਰੇ ਵਾਪਸ ਕਰ ਦਿੱਤੇ। ਪਰ ਇੱਕ ਗੱਲ ਜ਼ਰੂਰ ਹੈ, ਅਸੀਂ 10 ਸਾਲ ਤੱਕ, ਗੁਰੂ ਪਿਆਰ ਵਾਲਿਓ, 10 ਸਾਲ ਤੱਕ ਇਹ ਸੰਘਰਸ਼ ਸਿੱਖ ਨੌਜਵਾਨਾਂ ਨੇ ਇੰਨੇ ਵੱਡੇ ਦੇਸ਼ ਦੇ ਖਿਲਾਫ ਜਾਰੀ ਰੱਖਿਆ। ਪਰ ਹਾਰੇ ਕਿੱਥੇ ਹਾਂ? ਨੌਜਵਾਨਾਂ ਵੱਲੋਂ ਨਹੀਂ ਹਾਰੇ, ਕੁਰਬਾਨੀ ਕਰਨ ਵਾਲਿਆਂ ਤੋਂ ਨਹੀਂ ਹਾਰੇ, ਹਾਰੇ ਉਹਨਾਂ ਤੋਂ ਹਾਂ ਜਿਨ੍ਹਾਂ ਨੇ ਡੋਗਰਿਆਂ ਦਾ ਕਿਰਦਾਰ ਇੱਥੇ ਨਿਭਾਇਆ। ਇਸੇ ਕਰਕੇ ਕਿਸੇ ਨੇ ਬੜਾ ਸੁੰਦਰ ਕਰਕੇ ਲਿਖਿਆ ਹੈ, ਨਾ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗਰਦਾਰਾਂ ਤੋਂ, ਸਾਨੂੰ ਦੁਸ਼ਮਣ ਤੋਂ ਕੋਈ ਖਤਰਾ ਨਹੀਂ, ਡਰ ਲੱਗਦਾ ਹੈ ਆਪਣਿਆਂ ਯਾਰਾਂ ਤੋਂ। ਕਿ ਗੁਰੂ ਪਿਆਰ ਵਾਲਿਓ, ਦੁਸ਼ਮਣ ਸਾਡਾ ਕੁਝ ਨਹੀਂ ਵਿਗਾੜ ਸਕਦਾ। ਅੱਜ ਵੀ ਹਾਲਾਂ ਵੀ ਦਰਬਾਰ ਸਾਹਿਬ ਦੀ ਜੋ ਜੂਹ ਹੈ, ਦਰਬਾਰ ਸਾਹਿਬ ਦੀਆਂ ਪਰਿਕਰਮਾ ਨੇ, ਉਹਦੇ ਵਿੱਚੋਂ ਬਾਰੂਦ ਦੀ ਮੁਸ਼ਕ ਨਹੀਂ ਖਤਮ ਹੋਈ, ਉਹਦੇ ਵਿੱਚੋਂ ਉਹਨਾਂ ਟੈਂਕਾਂ ਤੇ ਤੋਪਾਂ ਦੇ ਗੋਲਿਆਂ ਦੀ ਗੜਗੜਾਹਟ ਨਹੀਂ ਖਤਮ ਹੋਈ। ਲੇਕਿਨ ਸਿੱਖ ਕੌਮ ਦੇ ਅੰਦਰ ਅੱਜ ਇੱਕ ਰੋਜ਼ ਨਵੀਂ ਵੰਡ ਪੈ ਰਹੀ। ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਤੋਂ ਤੋੜਿਆ ਜਾ ਰਿਹਾ, ਇਤਿਹਾਸ ਤੋਂ ਤੋੜਿਆ ਜਾ ਰਿਹਾ। ਸਮਾਂ ਸੀ, ਮੈਂ ਆਪ ਦੇਖਿਆ ਪੰਜਾਬ ਦੇ ਅੰਦਰ ਕਿਸੇ ਸਿੱਖ ਨੌਜਵਾਨ ਦੇ ਨਾਲ ਪਤਨ ਦੇ ਨਾਲ ਗੱਲ ਕਰਦੇ ਸਾਂ, ਚੁੱਪ ਕਰਕੇ ਸੁਣ ਕੇ ਹੱਥ ਬਣ ਕੇ ਕਹਿੰਦਾ ਸੀ ਬਾਬਾ ਜੀ, ਜਾਂ ਕਹਿੰਦਾ ਸੀ ਵੀਰ ਜੀ, ਗੁਰੂ ਕਿਰਪਾ ਕਰੇਗਾ ਅਸੀਂ ਸਿੱਧੇ ਰਸਤੇ ਆ ਜਾਵਾਂਗੇ। ਲੇਕਿਨ ਅੱਜ ਜਿਹੜੇ ਪਤਤ ਨੇ, ਇਹੋ ਜਿਹੇ ਪ੍ਰਚਾਰਕ ਆ ਗਏ, ਉਹ ਕਹਿੰਦੇ ਸਿੱਖਾਂ ਦੀ ਲੋੜ ਹੀ ਨਹੀਂ ਸਾਨੂੰ ਕੇਸਾਂ ਦੀ। ਉਹ ਲੋਕੀ ਸਿੱਖੀ
ਦਾ ਮਜ਼ਾਕ ਉਡਾ ਰਹੇ ਨੇ। ਨੌਜਵਾਨਾਂ ਦੇ ਵਿੱਚੋਂ ਸਿੱਖੀ ਜਜ਼ਬਾਤਾਂ ਨੂੰ ਖਤਮ ਕਰਨ ਦਾ ਯਤਨ ਹੈ, ਅਤੇ ਜਦੋਂ ਕਿਸੇ ਕੌਮ ਦੇ ਜਜ਼ਬਾਤਾਂ ਨੂੰ ਖਤਮ ਕੀਤਾ ਜਾਵੇ ਤੇ ਸਮਝ ਲਓ वो कौम खत्म हो जाती है। कोई विद्वान लिखता है उस कौम को शमशीर की हाजत नहीं रहती हो जिसके जवानों की खुद ही सूरते फौलाद। जिन्हां दे अंदर खुद ही है, नौजवानों के अंदर उन्हां नूं हथियारां दी लोड़ नहीं, लेकिन जिन्हां दे अंदरों अणख मर जाए, खुद ही मर जाए, उन्हां कौमां नूं खा दिता जांदा। अज झगड़ा ये नहीं कि इस कौम का नुकसान की होया, अज झगड़ा ये है मैं आगू हाँ, अज ये गल है। लेकिन एक सवाल है इन्हां सारियां दे सामने कि सवाल ये नहीं काफिला क्यों कर लुटा, सवाल ये तेरी रहबरी का सवाल है। भाई तेरी रहबरी ने की किया? इन्ना कुछ करन तो बाद असी अपने 1 इंच भी अपने मसले वाले पासे अगर किते चल नहीं सके, इन्हां वंडी गई है। आगूआं दी रहनुमाई लड़ाइयां पै गईयां, सभ्याचारक लड़ाइयां पै गईयां, धार्मिक लड़ाइयां पै गईयां, राजनीतिक लड़ाइयां पै गईयां। ते फिर असी ਕਰਨ ਦੇ ਦੋਸ਼ੀ ਸਨ, ਉਹਨਾਂ ਨੂੰ ਚਿੱਠੀਆਂ ਲਿਖ ਕੇ ਇਹ ਬਲੂ ਸਟਾਰ ਆਪਰੇਸ਼ਨ ਇਹਨਾਂ ਲੋਕਾਂ ਨੇ ਕਰਵਾਇਆ। ਤੇ ਦੂਜੇ ਪਾਸੇ ਜਿਹੜੇ ਓਪੋਜੀਸ਼ਨ ਦੇ ਲੀਡਰ LK ਅਡਵਾਨੀ, ਵਾਜਪੇਈ ਵਰਗੇ ਜਿਹੜੇ ਇਸ ਆਪਰੇਸ਼ਨ ਨੂੰ ਕਰਾਉਣ ਵਾਸਤੇ ਅੜੀਆਂ ਚੁੱਕ ਸਰਕਾਰ ਨੂੰ ਫੂਕਾਂ ਭਰ ਰਹੇ ਸਨ ਅਤੇ ਮੰਨ ਰਹੇ ਹਨ ਕਿ ਆਪਰੇਸ਼ਨ ਅਸੀਂ ਕਰਵਾਇਆ ਹੈ, ਉਹਨਾਂ ਦੇ ਨਾਲ ਇਹਨਾਂ ਦੀਆਂ ਯਾਰੀਆਂ ਹਨ। ਜਦੋਂ ਅਡਵਾਨੀ ਬਿਮਾਰ ਹੋ ਗਿਆ, ਉਸੇ ਦਰਬਾਰ ਸਾਹਿਬ ਦੇ ਅੰਦਰ ਉਸ ਦੀ ਸਿਹਤਯਾਬੀ ਵਾਸਤੇ ਜੇ ਕਿਤੇ ਸਾਡੀ ਪੰਥਕ ਅਖਵਾਉਣ ਦੀ ਜਮਾਇਤ ਦੇ ਆਗੂ ਪਾਠ ਰਖਵਾਉਂਦੇ ਹਨ ਤਾਂ ਇਸ ਤੋਂ ਵੱਡੀ ਬਦਕਿਸਮਤੀ ਕੀ ਹੋਵੇਗੀ ਕਿ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਾਉਣ ਵਾਲੇ ਵਾਸਤੇ, ਉਹਦੀ ਸਿਹਤਯਾਬੀ ਵਾਸਤੇ, ਦੇਹ ਅਰੋਗਤਾ ਵਾਸਤੇ ਉੱਥੇ ਪਾਠ ਰੱਖਿਆ ਜਾ ਰਿਹਾ। ਸਾਡੀ ਮਾਨਸਿਕਤਾ ਵਿੱਚੋਂ ਤਾਂ ਇਹ ਹਮਲਾ ਇੱਥੇ ਤੱਕ ਜੋ ਹੈ ਬਾਹਰ ਕੱਢਣ ਦਾ ਯਤਨ ਕੀਤਾ ਗਿਆ ਕਿ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਖਾਲਸਾ ਵਿਰਾਸਤ ਬਣੀ ਹੈ, ਉਸ ਨੂੰ ਜਾ ਕੇ ਦੇਖ ਲਈਏ, ਉਹਦੇ ਅੰਦਰ ਇਸ ਮੌਜੂਦਾ ਸੰਘਰਸ਼, ਇਸ ਘੱਲੂਘਾਰੇ ਦੀ ਕੋਈ ਨਿਸ਼ਾਨੀ ਤੱਕ ਨਹੀਂ। ਦੇਸ਼ ਦੀ ਆਜ਼ਾਦੀ ਦੇ ਉੱਤੇ ਆ ਕੇ ਉਹ ਸਾਰੇ ਦਾ ਸਾਰੇ ਖਾਲਸਾਈ ਵਿਰਾਸਤ ਜੋ ਹੈ ਖਤਮ ਹੋ ਜਾਂਦੀ ਹੈ। ਉੱਥੇ ਦੇਸ਼ ਦੀ ਜੋ ਅੰਗਰੇਜ਼ਾਂ ਖਿਲਾਫ ਲੜੀ ਹੋਈ ਲੜਾਈ ਦੀਆਂ ਇਤਿਹਾਸ ਤਾਂ ਹੈ, ਪਰ ਜੋ ਸਿੱਖਾਂ ਦੇ ਨਾਲ ਪੰਜਾਬੀ ਸੂਬੇ ਦੇ ਅੰਦਰ ਜ਼ੁਲਮ ਹੋਇਆ, ਉਸ ਤੋਂ ਬਾਅਦ 1984 ਦੇ ਅੰਦਰ ਜੋ ਕਤਲੋਗਾਰਤ ਸਿੱਖਾਂ ਦੀ ਹੋਈ, ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ, ਅਨੇਕਾਂ ਤਸੀਹੇ ਜ਼ੁਲਮ ਕਰਕੇ ਬੀਬੀਆਂ, ਬੱਚਿਆਂ, ਬਜ਼ੁਰਗਾਂ ਦੇ ਕਤਲ ਹੋਏ, ਅਕਾਲ ਤਖਤ ਸਾਹਿਬ ਨੂੰ ਢਾਹ-ਢੇਰੀ ਕੀਤਾ ਗਿਆ, ਦਰਬਾਰ ਸਾਹਿਬ ਵਿੱਚ ਗੋਲੀਆਂ ਵੱਜੀਆਂ, 37 ਹੋਰ ਗੁਰਦੁਆਰਾ ਸਾਹਿਬਾਨ ਦੇ ਉੱਤੇ ਆਪਰੇਸ਼ਨ ਹੋਇਆ, ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਸਾੜਿਆ ਗਿਆ ਅਤੇ ਉਹਦੇ ਨਾਲ ਲਗਭਗ 10 ਸਾਲ ਜੋ ਸਿੱਖਾਂ ਦੇ ਨੌਜਵਾਨਾਂ ਦਾ, ਸਿੱਖ ਨੌਜਵਾਨਾਂ ਦਾ ਸ਼ਿਕਾਰ ਪੰਜਾਬ ਦੀ ਧਰਤੀ ਦੇ ਉੱਤੇ ਝੂਠੇ ਪੁਲਿਸ ਮੁਕਾਬਲੇ ਅਤੇ ਹੋਰ ਅਣਮਨੁੱਖੀ ਤਸ਼ੱਦਦ ਕਰਕੇ ਕੀਤਾ ਗਿਆ, ਉਸ ਖਾਲਸਾਈ ਵਿਰਾਸਤ ਦੇ ਅੰਦਰ ਕਿਸੇ ਕਿਸਮ ਦੀ ਕੋਈ ਨਿਸ਼ਾਨੀ ਸਾਨੂੰ ਨਹੀਂ ਲੱਭਦੀ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਸਾਡੀ ਮਾਨਸਿਕਤਾ ਵਿੱਚੋਂ, ਸਾਡੀ ਸੋਚ ਵਿੱਚੋਂ ਇਸ ਘੱਲੂਘਾਰੇ ਨੂੰ ਕੱਢਣ ਦਾ ਯਤਨ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਜੋ ਨੇ ਇਸ ਘੱਲੂਘਾਰੇ ਨੂੰ ਭੁੱਲ ਜਾਣ। ਗੁਰੂ ਪਿਆਰ ਵਾਲਿਓ, ਇਹਦੇ ਵਿੱਚ ਇੱਕ ਗੱਲ ਜ਼ਰੂਰ ਸਾਨੂੰ ਸੁਣਨੀ ਪਵੇਗੀ ਕਿ ਭਾਈ ਅਸੀਂ ਸਾਰੇ ਹੋ ਕੇ ਹੱਲਾ ਮਾਰੀਏ, ਕਿਉਂਕਿ ਇਸ ਜ਼ੁਲਮ ਤੋਂ, ਇਸ ਘੱਲੂਘਾਰੇ ਤੋਂ ਕੁਝ ਸਿੱਖਣਾ ਪਵੇਗਾ। ਜ਼ਾਲਮ ਨੂੰ ਤਾਂ ਸੁਣਿਆ ਦੇਵਾਂਗੇ, ਦਿਲੀਏ ਨੀ ਤੇਰੀ ਹਾਮੀ ਨਹੀਂ ਭੁੱਲ, ਦਿਲੀਏ ਨਹੀਂ ਤੇਰੀ ਹੱਸੀ ਨਹੀਂ ਭੁੱਲਣੀ, ਸਾਡੇ ਵਿਹੜੇ ਵਿੱਚ ਛਾਈ ਉਦਾਸੀ ਨਹੀਂ ਭੁੱਲਣੀ। ਦਿਲੀਏ ਨੀ ਤੇਰੀ ਹਾਸੀ ਨਹੀਂ ਭੁੱਲਣੀ, ਸਾਡੇ ਵਿਹੜੇ ਵਿੱਚ ਛਾਈ ਉਦਾਸੀ ਨਹੀਂ ਭੁੱਲਣੀ। ਤੂੰ 31 ਅਕਤੂਬਰ ਨੂੰ ਯਾਦ ਰੱਖੀ, ਸਾਨੂੰ 6 ਜੂਨ 84 ਨਹੀਂ ਭੁੱਲਣੀ। ਇਹ ਤਾਂ ਅਸੀਂ ਉਹਨਾਂ ਨੂੰ ਕਹਿ ਦਿਆਂਗੇ ਕਿ ਭਾਈ ਅਸੀਂ ਤਿਆਰ ਹਾਂ, ਜਦੋਂ ਜ਼ੁਲਮ ਕਰੋਗੇ, ਕੌਮ ਦੇ ਕੋਲ ਨੌਜਵਾਨ ਨੇ, ਸ਼ਹੀਦ ਨੇ, ਜਜ਼ਬਾਤ ਨੇ, ਅਸੀਂ ਤਾਂ ਤੁਹਾਡੇ ਨਾਲ ਜੂਝਾਂਗੇ। ਪਰ ਇੱਕ ਗੱਲ ਜ਼ਰੂਰ ਆਪਣੇ ਆਗੂਆਂ ਨੂੰ ਕਹੀਏ, ਅੱਜ ਦੇ ਭੋਲੇ ਭਾਲੇ ਸਿੱਖਾਂ, ਜਿਹਦੇ ਵਿੱਚ ਆਗੂ ਵੀ ਨੇ, ਅਸੀਂ ਵੀ ਹਾਂ, ਅੱਜ ਦੇ ਭੋਲੇ ਭਾਲੇ ਸਿੱਖਾਂ, ਕਿਉਂ ਸਿੱਖੀ ਤੋਂ ਦੂਰ ਹੋ ਗਏ ਹੋ? ਜ਼ਖਮ ਕੌਮ ਦੇ ਰਿਸ਼ਤੇ ਪਏ ਨੇ, ਕਿਉਂ ਤੂੰ ਚਕਨਾਚੂਰ ਹੋ ਗਏ ਹੋ? ਸ਼ੀਸ਼ੇ ਨਾਲ ਟਕਰਾ ਕੇ ਸਿੰਘਾ, ਕਿਉਂ ਤੂੰ ਚਕਨਾਚੂਰ ਹੋ ਗਏ ਹੋ? ਅੱਜ ਦੇ ਭੋਲੇ ਭਾਲੇ ਸਿੱਖਾਂ, ਕਿਉਂ ਸਿੱਖੀ ਤੋਂ ਦੂਰ ਹੋ ਗਏ ਹੋ? ਜ਼ਖਮ ਕੌਮ ਦੇ ਰਿਸ਼ਤੇ ਪਏ ਨੇ, ਕਿਉਂ ਤੂੰ ਅੱਜ ਮਗਰੂਰ ਹੋ ਗਏ ਹੋ? ਸ਼ੀਸ਼ੇ ਨਾਲ ਟਕਰਾ ਕੇ ਸਿੰਘਾ, ਕਿਉਂ ਤੂੰ ਚਕਨਾਚੂਰ ਹੋ ਗਏ ਹੋ? ਦਾਤਾ ਹੋ ਕੇ ਅੱਜ ਤੂੰ ਸਿੰਘ ਮੰਗ ਹੋ ਗਏ ਹੋ। ਸੂਬੇ ਲੱਖ ਬਣਾਏ, ਸਿਰੇ ਭਰਾਵਾ ਚੜੇ ਕਿੰਨੇ ਆ, ਕੌਮ ਧੜਾ ਧੜ ਡੇਗੀ ਜਾਣਾ, ਸੱਚ ਬੋਲ ਤੇਰੇ ਧੜੇ ਕਿਨੇ। ਕੌਮ ਧੜਾ ਧੜ ਡੇਗੀ ਜਾਣਾ, ਸੱਚ ਬੋਲ ਤੇਰੇ ਧੜੇ ਕਿਨੇ ਆ।
ਜੇ ਕਿਤੇ ਅਸੀਂ ਕਰ ਲਈਏ, ਜੇ ਕਿਤੇ ਅਸੀਂ ਸੱਚ ਕਰਕੇ ਗੁਰੂ ਪ੍ਰਤੀ ਵਫਾਦਾਰ ਹੋ ਜਾਈਏ, ਸਾਡੇ ਆਗੂ ਵਫਾਦਾਰ ਹੋ ਜਾਣ, ਤਾਂ ਹਾਲਾਂ ਵੀ ਕੁਝ ਨਹੀਂ ਵਿਗੜਿਆ। ਇੰਨੇ ਨੁਕਸਾਨ ਤੋਂ ਬਾਅਦ ਵੀ ਜੇ ਕਿਤੇ ਕੌਮ ਦਾ ਕੁਝ ਬਣ ਜਾਵੇ ਤੇ ਜ਼ਰੂਰ ਸਾਡੇ ਵੱਡੇ ਪਾਕ ਹੋਣਗੇ, ਬੋਲਦਿਆਂ ਜ਼ਰੂਰ ਵੱਧ ਘੱਟ ਲਫ਼ੀ ਨਿਕਲੇ ਹੋਣਗੇ। ਆਸ ਹੈ ਖਿਮਾ ਕਰੋਗੇ। ਸਮਾਂ ਵੀ ਹੋ ਸਕਦਾ 5-7 ਮਿੰਟ ਫਾਲਤੂ ਲੱਗ ਗਿਆ ਹੋਵੇ, ਉਹਦੇ ਵਾਸਤੇ ਵੀ ਮੈਂ ਖਿਮਾ ਮੰਗਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਸਰ ਮਨਮੋਹਨ ਸਿੰਘ ਜੀ। ਦਾਸਤਾਨ ਸੁਣਾਉਂਦਿਆਂ ਹੋਇਆਂ ਇਤਿਹਾਸ ਦਾ ਇਹ ਪੱਖ ਬਹੁਤ ਹੀ ਗਹਿਰਾ ਜ਼ਖਮ ਹੈ ਸਿੱਖੀ ਮਾਨਸਿਕਤਾ ਦੇ ਉੱਤੇ। ਇਹ ਕੇਵਲ ਇੰਦਰਾ ਗਾਂਧੀ ਦਾ ਹੀ ਗੱਲ ਨਹੀਂ, ਮੈਂ ਜ਼ਰੂਰ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਦੇਸ਼ ਦੇ ਬਣੇ ਹੋਏ ਮਾਲਕ ਜਿਹੜੇ ਹਨ, ਉਹਨਾਂ ਦੀ ਪਾਰਟੀ ਦੇ ਆਗੂ ਨੇ ਵੀ ਇਹ ਬਿਆਨ ਦਿੱਤਾ ਸੀ। ਇੰਦਰਾ ਗਾਂਧੀ ਦੇਵੀ ਹੈ, ਲਾਲ ਕ੍ਰਿਸ਼ਨ ਅਡਵਾਨੀ, ਉਹਦੇ ਬਿਆਨ ਨੂੰ ਤੁਸੀਂ ਪੜ੍ਹ ਸਕਦੇ ਹੋ। ਇਹ ਐਕਸ਼ਨ ਬਹੁਤ ਦੇਰ ਨਾਲ ਕੀਤਾ ਗਿਆ ਹੈ ਤੇ ਕਈ ਸਾਲ ਪਹਿਲਾਂ ਹੀ ਕਰ ਦੇਣਾ ਚਾਹੀਦਾ ਸੀ। ਇੱਥੋਂ ਗੱਲਾਂ ਸਪਸ਼ਟ ਹੁੰਦੀਆਂ ਨੇ ਵੀ ਕੇਵਲ ਇੰਦਰਾ ਗਾਂਧੀ ਨਹੀਂ, ਪੂਰੀ ਬਹੁ ਗਿਣਤੀ ਹੀ ਸਿੱਖ ਕੌਮ ਨੂੰ ਖਤਮ ਕਰਨ ਲਈ ਆਪਣੇ ਅੰਦਰ ਤਿਆਰ ਬੈਠੀ ਹੈ। ਇਹ ਤਿਆਰੀ ਤਾਂ ਜਿਹੜੀ ਹੋਈ, ਪਰ ਕਿਸਮਤ ਬਦਕਿਸਮਤੀ ਸਾਡੀ ਹੈ। ਅਸੀਂ 10 ਸਾਲ 84 ਤੋਂ ਬਾਅਦ 11 ਸਾਲ ਦਾ ਸੰਤਾਪ ਭੋਗਿਆ। ਸਿੱਖ ਜਵਾਨੀ ਲੱਖਾਂ ਦੀ ਗਿਣਤੀ ਵਿੱਚ ਘਾਣ ਕਰਵਾ ਲਿਆ। ਆਉਣ ਵਾਲੇ ਸਮੇਂ ਵਿੱਚ ਸਾਡੇ ਘਰਾਂ ਵਿੱਚ, ਕਿਸੇ ਸਰਹੱਦੀ ਸੂਬਿਆਂ ਵਿੱਚ ਕਿਸੇ ਦੇ ਘਰ ਦੀ ਕੋਈ ਜੰਝ, ਕੋਈ ਬਰਾਤ ਨਾ ਨਿਕਲੀ, ਕਿਸੇ ਦਾ ਪੁੱਤਰ ਕੋਈ ਵਿਆਹੁਣ ਨਾ ਗਿਆ, ਜਾਂਦਾ ਵੀ ਕਿੱਥੋਂ, ਕੋਈ ਬਚਿਆ ਹੀ ਨਹੀਂ ਸੀ। ਉਹਨਾਂ ਘਰਾਂ ਦੇ ਵਿੱਚ ਚਿਰਾਗ ਸਦਾ ਲਈ ਬੁਝ ਗਏ, ਉਹਨਾਂ ਦੇ ਦੀਵੇ ਸਦਾ ਲਈ ਬੁਝ ਗਏ, ਉਹਨਾਂ ਦੀਆਂ ਬੱਤੀਆਂ ਸਦਾ ਲਈ ਬੁਝ ਗਈਆਂ। ਬਾਪਿਆਂ ਦੀਆਂ ਵਡੇਪੇ ਦੀਆਂ ਡਗੋਰੀਆਂ ਕਿਸੇ ਨੇ ਫੜਨ ਵਾਲਾ ਕੋਈ ਨਾ ਸਾਹਮਣੇ ਆਇਆ। ਉਹ ਤਾਂ ਹੈਰਾਨ ਹਾਂ ਉਹਨਾਂ ਦਿਨਾਂ ਦੇ ਉੱਤੇ ਵਿਚਾਰੇ ਜਿਨ੍ਹਾਂ ਦੇ ਪੁੱਤਰ ਸ਼ਹੀਦੀਆਂ ਪਾ ਕੇ ਕੌਮ ਲਈ ਆਪਣਾ ਆਪ ਵਾਰ ਗਏ, ਉਹਨਾਂ ਦੇ ਮਾਂ-ਬਾਪ ਨੂੰ ਪੁੱਛਣ ਲਈ ਵੀ ਸਾਡੀ ਕੌਮ ਨੇ ਉਹਨਾਂ ਦਾ ਹੱਥ ਨਹੀਂ ਫੜਿਆ। ਇਹ ਸਾਡੀ ਬਦਕਿਸਮਤੀ ਹੈ। ਅੱਜ ਕੌਮ ਦੀ ਹਾਲਾਤ ਬੜੀ ਖਰਾਬ ਦੀ ਹੈ। ਜੋ ਹਾਲਾਤ ਸਾਡੀ ਹੋਈ ਹੈ, ਬਸ ਇੱਕੋ ਹੀ ਗੱਲ ਹੈ, ਹਾਏ ਗੁਲਾਬ ਨੂੰ ਕੀ ਹੋ ਗਿਆ ਹੈ, ਇਹ ਪੱਤੀ ਕਿਉਂ ਹੋ ਗਿਆ ਹੈ। ਤੇ ਕੌਮ ਦੀ ਹਾਲਾਤ ਜਿਹੜੀ ਸਾਡੀ ਕਿੱਦਾਂ ਦੀ ਹੈ, ਹਾਏ ਗੁਲਾਬ ਨੂੰ ਕੀ ਹੋ ਗਿਆ ਹੈ, ਇਹ ਪੱਤੀ ਕਿਉਂ ਹੋ ਗਿਆ। ਕਿਸਨੇ ਤੋੜੀਆਂ ਡੰਡੀਆਂ, ਪਾਈਆਂ ਨੇ ਕਿਸਨੇ ਇਹ ਵੰਡੀਆਂ। ਸਵਾਰਥ ਕਿਸਨੇ ਸਿਖਾਇਆ ਹੈ, ਇਹ ਜ਼ਹਿਰ ਕਿਸਨੇ ਪਿਲਾਇਆ ਹੈ। ਕਿਸਨੇ ਲਗਾਈ ਨਕਾਬ ਹੈ, ਕਿਸਨੇ ਚੌਧਰ ਦੀ ਪਿਲਾਈ ਸ਼ਰਾਬ ਹੈ। ਕਿੱਥੇ ਭੁੱਲ ਗਈ ਏਕਤਾ, ਕਿੱਥੇ ਛੁਪ ਗਈ, ਕਿੱਥੇ ਇਹ ਭੁੱਲ ਗਈ ਤੇ ਏਕਤਾ ਕਿੱਥੇ ਛੁਪ ਗਈ। ਅੱਜ ਵੰਡੀਆਂ ਦੇ ਨਾਲ ਕੌਮ ਵੰਡੀ ਗਈ। ਅੱਜ ਅਕਾਲ ਤਖਤ ਦੇ 2 ਜਥੇਦਾਰ, ਤਖਤਾਂ ਦੇ ਜਥੇਦਾਰ, ਅੱਜ ਨਾ ਸਿਧਾਂਤ ਰਿਹਾ ਨਾ ਸਰੂਪ ਰਿਹਾ। ਦੋਨੇ ਪਾਸੇ ਹੀ ਅਸੀਂ ਮਾਰ ਖਾਧੀ ਔਰ ਖਾ ਰਹੇ ਹਾਂ। ਸਿਧਾਂਤ ਦਾ ਪੱਖ ਸਾਡੇ ਵਿੱਚੋਂ ਕਮਜ਼ੋਰ ਹੋ ਗਿਆ, ਸਰੂਪ ਦਾ ਪੱਖ ਸਾਡੇ ਵਿੱਚੋਂ ਕਮਜ਼ੋਰ ਹੋ ਗਿਆ। ਭੀਖ ਨੇ ਆ ਕੇ ਘੇਰਾ ਪਾ ਲਿਆ, ਪਰ ਸਾਡੀ ਕੌਮ ਦਾ ਸਿਰ ਉਸਨੇ ਝੁਕਾ ਦਿੱਤਾ। ਅੱਜ ਸਾਡੇ ਹਾਲਾਤ ਕੁਛ ਇਹੋ ਜਿਹੇ ਬਣੇ ਪਏ ਹਨ ਕਿ ਅਸੀਂ ਆਪਣੇ ਆਪ ਨੂੰ ਵੀ ਸਵਾਲ ਪੁੱਛੀਏ ਤਾਂ ਉਹਦਾ ਜਵਾਬ ਨਹੀਂ ਦੇ ਸਕਦੇ। ਸਾਡੇ ਕੋਲ ਵੀ ਉਹਦਾ ਜਵਾਬ ਨਹੀਂ ਹੈ। ਸਾਡੇ ਬੱਚੇ ਜਦੋਂ ਸਵਾਲ ਪੁੱਛਦੇ ਨੇ, ਜੇ ਇੰਨਾ ਕੁਝ ਕੁਰਬਾਨ ਕਰਕੇ ਵੀ ਅਸੀਂ ਕੁਝ ਨਹੀਂ ਖੱਟਿਆ ਤੇ ਕੀ ਫਾਇਦਾ ਸੀ ਉਹਨਾਂ ਸ਼ਹੀਦੀਆਂ ਦਾ, ਕੀ ਫਾਇਦਾ ਸੀ ਉਹ ਡੋਲੇ ਹੋਏ ਖੂਨ ਦਾ, ਕੀ ਫਾਇਦਾ ਸੀ ਉਹਨਾਂ ਦੀਆਂ ਕੀਤੀਆਂ ਹੋਈਆਂ ਉਹਨਾਂ ਗਲਤੀਆਂ ਨੂੰ ਅਸੀਂ ਉਹਨਾਂ ਨੂੰ ਗਲਤੀਆਂ ਆਖੀਏ ਜਾਂ ਉਹਨਾਂ ਨੂੰ ਕੁਝ ਹੋਰ ਆਖੀਏ। ਇਹ ਖੈਰ ਗੱਲਾਂ ਜਿਹੜੀਆਂ ਸਾਡੇ ਅੱਗੇ ਸਵਾਲ ਤਾਂ ਬਣਦੀਆਂ ਨੇ ਕਿਉਂਕਿ ਅਸੀਂ ਉਹਦਾ ਜਵਾਬ ਨਹੀਂ ਦੇ ਸਕੇ। ਪਰ ਖਿਆਲ ਰੱਖਣਾ, ਇੱਕ ਗੱਲ ਯਾਦ ਰੱਖਣ ਵਾਲੀ ਹੈ ਵੀ ਇਹ ਜਿਹੜਾ 1984 ਦਾ ਸਾਲ ਸੀ, ਇਹ ਸਾਲ 84 ਦਾ ਅਸੀਂ ਕਿਸੇ ਹਾਲ ਨਹੀਂ ਭੁੱਲਾਂਗੇ। ਉਹਨਾਂ ਕੌਮੀ ਰੂਹਾਂ ਦਾ ਸਤਿਕਾਰ ਨਹੀਂ ਭੁੱਲਾਂਗੇ। ਉਹਨਾਂ ਖੂੰਖਾਰ ਰਾਤਾਂ ਦਾ ਹਿਸਾਬ ਨਹੀਂ ਭੁੱਲਾਂਗੇ। ਤਖਤ ਤੇ ਲੱਗੀਆਂ ਗੋਲੀਆਂ ਦੇ ਉਹ ਨਿਸ਼ਾਨ ਨਹੀਂ ਭੁੱਲਾਂਗੇ। ਅਸੀਂ ਖੂਨੀ ਰਾਤਾਂ ਨੂੰ ਨਹੀਂ ਭੁੱਲਾਂਗੇ। ਤੁਹਾਡੇ ਕੌਮੀ ਜਜ਼ਬਾਤਾਂ ਨੂੰ ਨਹੀਂ ਭੁੱਲਾਂਗੇ। ਉਹਨਾਂ ਦੇ ਕੀਤੇ ਜ਼ੁਲਮਾਂ ਨੂੰ ਨਹੀਂ ਭੁੱਲਾਂਗੇ। ਉਹਨਾਂ ਡੂੰਘੇ ਸਿਤਮਾਂ ਨੂੰ ਅਸੀਂ ਯਾਦ ਤੁਹਾਡੀ ਦੇ ਭਾਂਬੜ ਮਚਾ ਦਿਆਂਗੇ। ਸਿੱਖੀ ਦੇ ਬਦਲੇ ਵਿੱਚ ਅਸੀਂ ਖੋਪਰ ਲਵਾ ਦਿਆਂਗੇ। ਤੁਹਾਡੇ ਦਿੱਤੇ ਨਸੂਰਾਂ ਦਾ ਅਸੀਂ ਹਿਸਾਬ ਚੁਕਾ ਦਿਆਂਗੇ। ਸਿੱਖੀ ਦੀ ਸ਼ਮਾ ਨੂੰ ਸਦਾ ਲਈ ਜਗਾ ਦਿਆਂਗੇ। ਅਸੀਂ ਪੁੱਤ ਹਾਂ ਦਸ਼ਮੇਸ਼ ਦੇ, ਸਾਨੂੰ ਸਿੱਖੀ ਪਿਆਰੀ ਹੈ, ਤਾਈਓ ਤਾਂ ਸਿੱਖੀ ਲਈ ਅਸੀਂ ਆਪਣੀ ਜਿੰਦ ਵਾਰੀ ਹੈ, ਤਾਈਓ ਤਾਂ ਸਿੱਖੀ ਲਈ ਅਸੀਂ ਜਿੰਦ ਵਾਰੀ ਹੈ। ਬਹੁਤ ਬਹੁਤ ਧੰਨਵਾਦ ਸਰ ਮਨਮੋਹਨ ਸਿੰਘ ਜੀ ਪੁੰਛ ਸਰਕਲ ਤੋਂ।
ਜਿਨ੍ਹਾਂ ਨੇ ਇਹ ਸਮਾਂ ਲੈ ਕੇ ਅੱਜ ਦਾ ਸਾਨੂੰ ਬਖਸ਼ਿਸ਼ ਕੀਤਾ।